ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਪੰਜਾਬ ਦੇ ਬਾਗੀ ਕਾਂਗਰਸੀ ਕਿਹੜੇ ਲੰਬੜਾਂ ਦੇ ਚੱਕੇ ਹੋਏ ਨੇ? ਜੇ 2022 ਦਾ ਚਿਹਰਾ ਕੈਪਟਨ ਨੇ ਉਹ ਫਿਰ ਦੇਖਾਂਗੇ। ਮੰਨ ਲਓ ਜੇ ਉਹ ਤਾਂ ਜੇ ਤੇ ਪਤਾ ਨਹੀਂ ਕੀ ਹੁੰਦਾ, ਜੇ ਤੇ ਪਤਾ ਨਹੀਂ ਕੀ ਹੋ ਜਾਣਾ। ਜੀ ਐਂ ਵੀ ਹੋ ਸਕਦਾ ਕੈਪਟਨ ਨਾ ਰਹਿਣ, ਇਹ ਵੀ ਹੋ ਸਕਦਾ। ਜਦੋਂ ਮੈਂ ਸਵਾਲ ਪੁੱਛਦਾ ਕਿ ਕੈਪਟਨ ਰਹਿਣਗੇ ਜਾਂ ਜਾਣਗੇ, ਤੁਸੀਂ ਹੱਸ ਪੈਂਦੇ ਹੋ, ਇਹਦਾ ਮਤਲਬ ਕੀ ਹੈਗਾ? ਇਹ ਤਾਂ ਹੁਣ ਜੋ ਮਰਜ਼ੀ ਕੱਢੀ ਜਾਓ। ਤੁਹਾਡੀ ਹਾਸੇ ਨੂੰ ਅਸੀਂ ਡੀਕੋਡ ਕਿਵੇਂ ਕਰੀਏ? ਇਹ ਹੁਣ ਪਤਾ ਨਹੀਂ, ਜਿੰਨੀ ਤੈਨੂੰ ਪੱਤਰਕਾਰੀ ਆਉਂਦੀ ਉਹਦੀ ਮੈਨੂੰ ਆਉਂਦੀ, ਜੋ ਮਰਜ਼ੀ ਜਦੋਂ ਮਰਜ਼ੀ ਘੁਮਾ ਦੋ। ਤੁਹਾਡੀ ਨਾਰਾਜ਼ਗੀ ਇਹ ਵੀ ਸੀ ਕੈਪਟਨ ਨੇ ਕਿਹਾ ਜਿਹੜੇ ਬੁੜਬੁੜ ਕਰਦੇ ਉੱਠ ਕੇ ਚਲੇ ਜਾਓ ਮੀਟਿੰਗ ਤੋਂ? ਬੁੜਬੁੜ ਕਿਹੜੇ ਕਰਦੇ? ਮੈਂ ਬੁੜਬੁੜ ਉਹੀ ਮੈਂ ਹੀ ਕਰਦਾ ਸੀ, ਅੰਦਰ ਰੌਲੀ ਮੈਂ ਹੀ ਪਾਉਂਦਾ ਹੁੰਦਾ ਸੀ। ਬੁੜਬੁੜ ਮੀਟਿੰਗ 'ਚ ਮੇਰੀ 'ਚ ਚਲੇ ਜਾਓ, ਗੈਟ ਆਊਟ। ਉਹ ਤਾਂ ਮੈਂ ਕਹਤਾ ਕਿ ਆ ਲਓ ਅਸਤੀਫਾ ਲੈ ਲਓ। ਮੈਂ ਪਹਿਲਾਂ ਉਹਨਾਂ ਨੂੰ ਕਿਹਾ, ਮੈਂ ਜੀ ਮੈਨੂੰ ਡਿਸਮਿਸ ਕਰ ਦਿਓ। ਉਹਨਾਂ ਨੇ ਕਿਹਾ ਜਿਹੜੇ ਬੁੜਬੁੜ ਕਰਦੇ ਆ। ਮੈਂ ਜੀ ਬੁੜਬੁੜ ਮੈਂ ਕਰਦਾ, ਮੈਂ ਬੁੜਬੁੜ ਨਹੀਂ ਕਰਦਾ, ਮੈਂ ਬੋਲ ਰਿਹਾ। ਇਹ ਮੈਂ ਕਿਹਾ, ਬੁੜਬੁੜ ਤੇ ਮੈਂ ਕਦੀ ਕੀਤਾ ਹੀ ਨਹੀਂ। ਬੁੜਬੁੜ ਕਰਦਾ ਹਾਂ ਤੇ ਮੈਂ ਦੂਸਰੇ ਵਾਂਗੂ ਚੁੱਪ ਕਰਕੇ ਘਰੇ ਬੈਠਾ ਹਾਂ। ਥੋੜੀ ਸ਼ਰਾਵਤ ਜੀ ਤੇ ਕਈ ਵਾਰ ਬੋਲ ਜਾਂਦੇ, ਕਈ ਕੁਝ ਪਿਛਲੀਆਂ ਵੀ ਉਹ ਤੇ ਹਰ ਰੋਜ਼ ਹੀ ਸਟੇਟਮੈਂਟ ਕਰਦੇ। ਤੁਹਾਨੂੰ ਉਦੋਂ ਨਮੋਸ਼ੀ ਹੋਈ ਵੈਸੇ? ਕਿਉਂਕਿ ਤੁਸੀਂ ਸਾਨੂੰ ਕੋਈ ਨਮੋਸ਼ੀ ਨਹੀਂ। ਤੁਸੀਂ ਤਾਂ ਮਸਲਾ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣਾ ਉੱਥੇ ਰੱਖ ਦਿੱਤਾ। ਉਹਨਾਂ ਨੇ ਨਾਲ ਦੀ ਨਾਲ ਸਟੇਟਮੈਂਟ ਦਿੱਤੀ ਕਿ 2022 ਲਈ ਕੈਪਟਨ ਸੀ। ਕੋਈ ਗੱਲ ਸੁਣੋ, ਇਹ ਤੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਮੇਰੇ ਖਿਆਲ, ਜੋ ਆਪ ਹੀ ਕਹਿੰਦੇ ਫਿਰਦੇ ਮੈਨੂੰ ਉੱਥੇ ਭੇਜ ਦਿਓ ਵਾਪਸ। ਕੈਪਟਨ ਅਮਰਿੰਦਰ ਸਿੰਘ ਉਹਨੇ ਸਾਡਾ ਚਿਹਰਾ ਕਾਂਗਰਸ ਸੀ, ਅੱਜ ਵੀ ਸਾਡਾ। ਫਿਲਮ 'ਚ ਗੱਲ ਹੀਰੋ ਦੀ ਹੁੰਦੀ ਹੈ ਨਾ, ਹੀਰੋ ਤਾਂ ਤੁਹਾਡਾ ਮਤਲਬ ਹੀਰੋ ਹਾਈ ਕਮਾਂਡ ਜਿਹਨੂੰ ਕਰ ਦੇਗੀ। ਹਾਈ ਕਮਾਂਡ ਨੇ ਤਾਂ ਹੀਰੋ ਬਣਾ ਕੇ ਭੇਜਿਆ ਸੀ। ਹੀਰੋ ਬਣਾ ਕੇ ਭੇਜਿਆ ਸੀ, ਸਭ ਤੋਂ ਪਹਿਲਾਂ ਰਿਸੀਵ ਕੀਤਾ। ਤੇ ਉਸੇ ਚੀਜ਼ਾਂ ਦਾ ਫਿਲਮ 'ਚ ਵੀ ਹੀਰੋ ਦੀ ਗੱਲ ਹੁੰਦੀ ਹੈ, ਉਸੇ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ। ਤੇ ਸਿੱਧੂ ਨਾਲ ਖੜੇ ਹੋਏ ਕਿ ਅਸੀਂ ਸਿੱਧੂ ਨਾਲ ਨਹੀਂ ਖੜੇ ਹੋਏ, ਕਾਂਗਰਸ ਹਾਈ ਕਮਾਂਡ ਦੇ ਡਿਸੀਜਨ ਨਾਲ ਖੜੇ ਹੋਏ। ਤੁਹਾਨੂੰ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ? ਕਹਿੰਦੇ ਹਲਕਿਆਂ ਬਹੁਤ ਟਾਰਗੇਟ ਹੋਏ। ਕੀ ਹੋਇਆ? ਬਹੁਤ ਕੁਝ ਹੋਇਆ। ਉਹ ਤਾਂ ਕੈਪਟਨ ਸਾਹਿਬ ਨੂੰ ਪਤਾ, ਸਾਨੂੰ ਵੀ ਪਤਾ। ਨਵਜੋਤ ਸਿੰਘ ਸਿੱਧੂ ਲਈ ਕਾਂਗਰਸ 'ਚ ਹਮੇਸ਼ਾ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਡਾਇਰੈਕਟ ਹਾਈ ਕਮਾਂਡ ਨੂੰ ਚੈਲੰਜ ਸੀ ਅਤੇ ਹਾਈ ਕਮਾਂਡ ਨੇ ਦਰਵਾਜ਼ਾ ਖੋਲ੍ਹ ਕੇ ਉਹੀ ਬੰਦਾ PCC ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਅਤੇ ਕੈਪਟਨ ਸਾਹਿਬ ਨੂੰ ਫਿਰ ਉਹਦੇ 'ਤੇ ਆਪਣਾ ਸਟੈਂਡ ਲੈਣਾ ਚਾਹੀਦਾ ਸੀ। ਹੁੰਦਾ ਵਾ ਸਭ ਐਂ ਚੱਲਦਾ ਰਹੂਗਾ ਜਾਂ ਮੈਂ ਵੈਸੇ ਹੀ ਪੁੱਛ ਰਿਹਾ, ਰੁਕੂਗਾ ਜਾਂ ਐਂ ਚੱਲ ਜੇ? ਕਿਉਂਕਿ ਜੇ ਨਹੀਂ ਰੁਕਦਾ ਤਾਂ ਕਾਂਗਰਸ ਤਾਂ ਡੈਮੇਜ ਹੋ ਰਹੀ ਹੈ ਸਾਰੀ। ਕਾਂਗਰਸ ਤੇ ਡੇ ਬਾਈ ਡੇ ਬਹੁਤ ਜ਼ਿਆਦਾ ਡੈਮੇਜ ਹੋ ਰਹੀ ਹੈ, ਬਹੁਤ ਜ਼ਿਆਦਾ ਡੈਮੇਜ ਹੋ ਰਹੀ ਹੈ। ਇਹਦਾ ਇੱਕ ਮੈਂ ਦੱਸ, ਹਾਈ ਕਮਾਂਡ ਨੂੰ ਕੀ ਹਾਈ ਕਮਾਂਡ ਨੂੰ ਇਹ ਗੱਲ ਸਮਝ ਨਹੀਂ ਆਉਂਦੀ। ਇੱਕ ਮਿੰਟ ਜਵਾਬ ਇਹਦਾ ਦਿੰਦਾ। ਕਹਿੰਦੇ ਰਾਹੁਲ ਗਾਂਧੀ ਤੇ ਬੜੇ ਬ੍ਰਿਲੀਅੰਟ ਨੇ, ਬੜਾ ਤੁਹਾਡੀ ਪਾਰਟੀ ਦੇ ਲੀਡਰ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ। ਦੇਖੋ, ਜੇ ਇੰਨਾ ਬ੍ਰਿਲੀਅੰਟ ਰਾਹੁਲ ਗਾਂਧੀ ਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਥੱਲੇ। ਮੁਖਤਾਰ ਅੰਸਾਰੀ ਤੇ ਤੁਸੀਂ ਮੇਰਾ ਜਲੂਸ ਕੱਢਦੇ ਰਹੇ ਹੋ। ਮੈਂ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਇਹਦੇ 'ਚ ਮੇਰਾ ਕੀ ਕਸੂਰ ਹੈ। ਫਿਰ ਕੀ ਕਹਿੰਦੇ? ਨਹੀਂ, ਉਹਦਾ ਮੈਨੂੰ ਜਵਾਬ ਅੱਜ ਤੱਕ ਨਹੀਂ ਆਇਆ। ਤੁਹਾਡੇ ਵਿਰੋਧੀ ਕਹਿੰਦੇ ਆ 4.5 ਸਾਲ ਇੰਟਰਨਲ ਡੈਮੋਕ੍ਰੇਸੀ ਕਿੱਥੇ ਗਈ ਸੀ? 4.5 ਸਾਲ ਥੋੜੀ ਯਾਦ ਆਈ ਤੁਹਾਨੂੰ? ਜਿਹੜੇ ਬੰਦੇ ਕਹਿੰਦੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ, ਆਪਾਂ ਥਾਣੇਦਾਰ ਬਣਾਇਆ ਸੀ। ਥਾਣੇਦਾਰ ਅਸੀਂ ਉਹ ਨਹੀਂ ਸੀ ਬਣਾਇਆ ਕਿ ਸਾਨੂੰ ਹੀ ਪੈ ਜੇ, ਸਾਡੀ ਪਾਰਟੀ ਨੂੰ ਹੀ ਪੈ ਜੇ। ਲੰਬੜਾਂ ਨੇ ਚੱਕ ਤਾਂ ਫਿਰ ਗਏ ਨੇ, ਫਿਰ ਉਹਨਾਂ ਨੇ ਪ੍ਰਤਾਪ ਬਾਜਵਾ ਹੋਰੀ ਬੁਲਾਏ। ਮੇਰੀ ਗੱਲ ਸੁਣੋ, ਲੰਬੜਦਾਰ ਤੇ ਅਸੀਂ ਸੀ। ਅਸੀਂ ਲੰਬੜਦਾਰ ਦਾ ਗਲਤੀ ਫਿਰ ਤੁਸੀਂ ਕੀਤੀ, ਚੰਗੀ ਭਲੀ ਤੁਹਾਡੇ ਕੋਲ ਲੰਬੜਦਾਰੀ ਸੀ, ਫਿਰ ਲੰਬੜਦਾਰੀ ਸੁਣ ਲਓ, ਇੱਕ ਮਿੰਟ ਸੁਣ। ਪਤਾ ਨਹੀਂ ਯਾਰ, ਇਹ ਲੋਕਾਂ ਦਾ ਅਖਲਾਕ ਹੀ ਖਤਮ ਹੋ ਗਿਆ ਕਿ ਇਹਨਾਂ ਦਾ ਕਰੈਕਟਰ ਹੀ ਖਤਮ ਹੋ ਗਿਆ। ਇਹੀ ਨਹੀਂ ਮੈਨੂੰ ਸਮਝ ਆਉਂਦੀ। ਅੱਜ ਉਸੇ ਅਮਰਿੰਦਰ ਸਿੰਘ ਦੇ ਤਲਵੇ ਚੱਟ ਰਹੇ ਨੇ ਕਿ ਅਮਰਿੰਦਰ ਸਿੰਘ ਦੇ ਅਗੇਂਸਟ ਲੜਾਈ ਸ਼ੁਰੂ ਕਰਨੀ। ਐਸੀ ਚੇਅਰ 'ਤੇ ਮੈਂ ਬੈਠਾ, ਉੱਥੇ ਕਾਂਗੜ ਬੈਠਾ, ਇੱਥੇ ਚੰਨੀ ਬੈਠਾ। ਕਾਂਗੜ ਸਾਹਿਬ ਤੇ ਵੈਸੇ ਵੀ ਚੱਲੇ, ਪਹਿਲੀ ਬਗਾਵਤ 'ਚ ਜਾਨੀ ਸਾਰੇ ਸ਼ਾਮਲ ਸੀ। ਕਾਂਗੜ ਸਾਹਿਬ ਕੰਮ ਆਏ ਸੀ ਉਹਨਾਂ ਨੂੰ, ਅੱਗੇ ਦੋਨਾਂ ਦੇ ਮਹਾਨ ਲੀਡਰ ਬੈਠੇ ਸੀ ਅਤੇ ਉਹਦੇ ਕਾਂਗੜ ਸਾਹਿਬ ਵੀ ਬੈਠ ਗਏ। ਉਦੋਂ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਕਹਿ ਰਹੇ ਸੀ ਇਹ ਗੱਲ? ਬਿਲਕੁਲ, ਉਹ ਕਾਂਗੜ ਸਾਹਿਬ ਦੇ ਸਾਹਮਣੇ ਕਹਿ ਰਹੇ ਸੀ। ਉਨੀ ਦੇਰ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਰਹਿਣੇ ਚਾਹੀਦੇ। ਬਿਲਕੁਲ ਇਹਨਾਂ ਕਿਹਾ ਕਿ ਜੇ ਕਰਦੇ ਤਾਂ ਇੱਥੇ ਬੈਠ ਕੇ ਗੱਲ ਕਰ ਲਾਂਗੇ, ਇੱਥੇ ਬੈਠ ਕੇ ਮੈਂ ਇਹਨਾਂ ਦੇ ਸਾਹਮਣੇ ਕਰ ਲੂੰ। ਇੱਕ ਨਹੀਂ ਹੋਈ। ਤੁਸੀਂ ਮੂੰਹ ਤੇ ਕਹਿ ਸਕਦੇ ਹੋ ਇਹ ਗੱਲ ਉਹਨਾਂ ਦੇ ਕੀ? ਹਾਂ, ਮੂੰਹ ਹੀ ਆ, ਇਹ ਕਿਹੜਾ ਹੁਣ ਲੋਕੀ ਕਰ ਰਹੇ ਆ। ਕੱਲ ਨੂੰ ਡਿਨਾਈ ਕਰਦੇ। ਇਹਦੇ 'ਚ ਮੇਰੇ ਤੇ ਬਾਹਰ, ਘਰ ਦੇ ਬਾਹਰ ਖਲੋ ਕੇ ਦੀ ਫੋਟੋ ਆ ਗਈ ਸੀ। ਮੋਬਾਈਲ ਤੇ ਇਹਨੇ ਕਦੀ ਸਾਡਾ ਨਹੀਂ ਚੱਕਿਆ ਤੇ ਪਬਲਿਕ ਦਾ ਕੀ ਚੱਕਦਾ ਹੋਏਗਾ? ਮੈਨੂੰ ਇਹਦੇ ਤੁਹਾਡਾ ਮੋਬਾਈਲ ਨਹੀਂ ਚੱਕਦਾ ਰਵਨੀਤ ਬਿੱਟੂ? ਮੈਂ ਤੇਰੇ ਸਾਹਮਣੇ ਹੁਣੇ ਕਰ ਦੇਣਾ, ਨੀਚੇ ਚੁੱਕ ਲੈ ਦੇ ਕਰੋ ਕਾਲ, ਦੇਖੀ ਉਸ ਦਾ ਚੱਕੀ ਲੈ ਬਾਹਰ ਪਿਆ ਮੇਰਾ। ਪਰ ਤੁਸੀਂ ਕਾਲ ਕਰਦੇ ਹੋ, ਕਾਲ ਨਹੀਂ ਚੱਕਦੇ? ਬਿਲਕੁਲ ਨਹੀਂ ਚੱਕਦਾ। ਬਿੱਟੂ ਦਾ ਪਿਓ ਪ੍ਰਕਾਸ਼ ਸਿੰਘ ਬਾਦਲ ਹੈ। ਪਿਓ ਨਹੀਂ, ਪਿਤਾ। ਹਾਂ, ਤੁਸੀਂ ਕਹਿੰਦੇ ਪਿਤਾ, ਸਿਆਸੀ ਪਿਤਾ ਕਹਿ ਰਹੇ ਹੋ। ਇਹ ਦਾਦਾ ਜੀ ਕਹਿੰਦਾ ਹੁੰਦਾ ਸੀ ਤਾਂ ਮੈਂ ਤਾਂ ਕਿਹਾ, ਪ੍ਰਕਾਸ਼ ਸਿੰਘ ਬਾਦਲ ਨੂੰ ਦਾਦਾ ਜੀ ਕਹਿੰਦਾ ਹੁੰਦਾ, ਸਾਡੇ ਸਾਹਮਣੇ ਕਹਿ ਦਿੰਦਾ ਹੁੰਦਾ। ਮੈਂ ਇਹਨੂੰ ਕਈ ਵਾਰ ਕਿਹਾ, ਮੈਂ ਕਿਹਾ ਸਾਡਾ ਜਾਣਾ ਬਣਦਾ ਨਹੀਂ, ਓਪਨਲੀ ਨਹੀਂ ਜਾਣਾ ਬਣਦਾ। ਮੈਂ ਇੱਕ ਵਾਰ ਗੁਰਕੀਰਤ ਨੂੰ ਕਿਹਾ, ਕਹਿੰਦਾ ਭਾਜੀ ਅੱਜ ਤੋਂ ਬਾਹਰ ਨਹੀਂ ਜਾਂਦਾ। ਯਾਨੀ ਤੁਸੀਂ ਇਹ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਉਹਨਾਂ ਦੇ ਪਰਸਨਲ ਰਿਲੇਸ਼ਨ? ਮੈਂ ਕਿਹਾ ਜੀ, ਮੈਂ ਤੇ ਪੁਰਾਣੀ ਕਹੀ ਜਾਂਦਾ। ਮੈਂ ਤੈਨੂੰ ਆਪ ਇਹਨੂੰ ਪੁੱਛ ਲੈ, ਮੈਨੂੰ ਆਪ ਕਈ ਵਾਰ ਟੈਲੀਫੋਨ ਕਰਦਾ ਹੁੰਦਾ,
ਇਹਨੂੰ ਪੁੱਛ ਲਿਓ, ਇਹਨੂੰ ਮੇਰੇ ਸਾਹਮਣੇ ਇੰਟਰਵਿਊ ਆਪਣੀ ਦੋਨਾਂ ਦੀ ਹੋਏ, ਮੇਰੀ ਤੇ ਬਿੱਟੂ ਦੀ। ਐਂਡ ਵਾਲੇ ਦਿਨਾਂ ਚ ਆ ਕੇ ਹੀ ਹੁਣ ਕਹਿਣਾ ਕੈਪਟਨ ਬਦਲ ਦੋ, ਲੋਕ ਤੁਹਾਨੂੰ ਸਵਾਲ ਕਰ ਰਹੇ ਨੇ ਕਿ ਪਹਿਲਾਂ ਕਿਉਂ ਨਹੀਂ ਕਿਹਾ? ਜੇ ਤੁਹਾਨੂੰ ਮੈਂ ਜਗਵਿੰਦਰ ਜੀ ਤੁਹਾਨੂੰ ਹੀ ਪੁੱਛਿਆ ਕਿ ਮੈਂ ਕਦੋਂ ਦਾ ਬੋਲ ਰਿਹਾ। ਇਹ ਗੱਲ ਨਹੀਂ ਨਾ ਕਿ ਹੋਰ ਤਾਂ ਕਹੀਆਂ ਤੁਸੀਂ, ਮੈਨੂੰ ਪਤਾ ਹੋਰ ਬਹੁਤ ਸਾਰੀਆਂ ਗੱਲਾਂ ਦੇ ਵਿਚਾਰ ਰਹੇ, ਤੁਸੀਂ ਸਰਕਾਰ ਨਾਲ ਟਕਰਾਉਂਦੇ ਵੀ ਰਹੇ। ਉਸ ਵੇਲੇ ਕੋਈ ਇਹ ਨਹੀਂ ਸੀ ਗੱਲ ਕਹਿਣੀ ਕਿ ਤੂੰ ਅਸਤੀਫਾ ਦੇ। ਤੁਸੀਂ ਕੀਤੀ ਪ੍ਰਾਪਰਟੀ ਕਿਸੇ ਹੋਰ ਦੇ ਨਾਲ ਕਰ ਰਹੇ ਨੇ। ਨਹੀਂ ਮੇਰੇ ਕੋਲ ਨਹੀਂ ਇਹ ਗੱਲ ਯਾਰ, ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਛੱਡੋ। ਕਿਉਂ ਕਿਹਾ ਲੋਕਾਂ ਨੂੰ, ਓਏ ਮੁੰਡਿਓ, ਉਹ ਬੱਚਿਓ, ਤੁਸੀਂ ਮੇਰੇ ਪੰਜਾਬ ਦੇ ਬੱਚਿਓ, ਮੇਰਾ ਭਵਿੱਖ ਜੇ। ਆਹ ਬਾਦਲਾਂ ਸ਼ਾਦਲਾਂ ਦੀਆਂ ਬੱਸਾਂ ਜਿਹੜੀਆਂ ਨੇ ਇਹਨਾਂ ਦੇ ਰੂਟ ਮੈਂ ਤੁਹਾਨੂੰ ਦਾਂਗਾ। ਤੇ ਕਿਉਂ ਨਹੀਂ ਅਜੇ ਤੱਕ ਉਹ ਰੂਟ ਕੈਂਸਲ ਕੀਤੇ? ਕਿਉਂ ਨਹੀਂ ਆਪਣੇ ਬੱਚਿਆਂ ਨੂੰ ਰੂਟ ਦਿੱਤੇ ਗਏ? ਕਿਉਂ ਬਾਦਲਾਂ ਨੂੰ ਅਸੀਂ ਕਮਾਈ ਕਰਵਾਈ ਜਾਂਦੇ ਹੁਣ ਤੱਕ? ਪੰਜਾਬੀ ਦੀ ਕਹਾਵਤ ਹੈ, ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ। ਪੰਜਾਬ ਦੇ ਬਾਗੀ ਕਾਂਗਰਸੀ ਕਿਹੜੇ ਲੰਬੜਾਂ ਦੇ ਚੱਕੇ ਹੋਏ ਨੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ? ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨਾਲ ਯਾਰੀਆਂ ਵੀ ਬਹੁਤ ਰਹੀਆਂ, ਪ੍ਰਧਾਨ ਵੀ ਕੈਪਟਨ ਨੂੰ ਇਹਨਾਂ ਨੇ ਬਣਾਇਆ, ਪਰ ਹੁਣ ਕਿਹੜੇ ਲੰਬੜਾਂ ਦੇ ਚੱਕੇ ਹੋਏ ਨੇ? ਸਾਡੇ ਨਾਲ ਸੁਖਜਿੰਦਰ ਰੰਧਾਵਾ ਨੇ, ਕੈਬਨਿਟ ਮਿਨਿਸਟਰ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰੰਧਾਵਾ ਸਾਹਿਬ, ਕਿਹੜੇ ਲੰਬੜਾਂ ਨੇ ਚੱਕਿਆ ਤੁਹਾਨੂੰ ਜਿਹੜਾ ਤੁਸੀਂ ਉਹਨਾਂ ਦੇ ਨਾਲ ਲੜ ਪਏ, ਜਿਹੜੇ ਤੁਹਾਡੇ ਸਭ ਤੋਂ ਵੱਡੇ ਯਾਰ ਸੀ, ਜਿਨ੍ਹਾਂ ਨੂੰ ਤੁਸੀਂ ਪ੍ਰਧਾਨ ਬਣਵਾਇਆ ਸੀਗਾ? ਪਹਿਲੀ ਗੱਲ ਤੇ ਮੈਨੂੰ ਜਸਵਿੰਦਰ ਜੀ ਇਹੀ ਨਹੀਂ ਸਮਝ ਆਈ ਕਿ ਲੰਬੜ ਕਿਹੜਾ ਤੇ ਥਾਣੇਦਾਰ ਕਿਹੜਾ। ਸਾਡੇ ਜਿਹੜੇ ਅਸੀਂ ਤ੍ਰਿਪਤ ਬਾਜਵਾ ਜਾਂ ਸੁਖਜਿੰਦਰ ਸਿੰਘ ਰੰਧਾਵਾ, ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਪਰਿਵਾਰ, ਉਹਨਾਂ ਦੇ ਫਾਦਰ ਬਿਫੋਰ ਪਾਰਟੀਸ਼ਨ ਲਾਹੌਰ ਦੇ ਵਿੱਚ ਪੰਜਾਬ ਦੇ ਮੰਤਰੀ ਰਹੇ। ਅਤੇ ਮੇਰਾ ਪਰਿਵਾਰ 1921 'ਚ ਮੇਰੇ ਗ੍ਰੈਂਡਫਾਦਰ ਨੌਕਰੀ ਛੱਡ ਕੇ, ਸਰਕਾਰੀ ਛੱਡ ਕੇ, ਜਾਇਦਾਦਾਂ ਛੱਡ ਕੇ ਉਹ ਕਾਂਗਰਸ ਜੁਆਇਨ ਕਰ ਲਈ। ਅਤੇ 2021 ਅਗਰ 100 ਸਾਲ ਮੈਨੂੰ ਹੋ ਗਿਆ। ਇਹਦੇ 'ਚ ਵਾਕਈ ਮੈਨੂੰ ਬੜਾ ਹੀ, ਤੁਸੀਂ ਜਿਹੜਾ ਕੁਐਸਚਨ ਕੀਤਾ, ਮੈਂ ਹੁਣ ਆਪਣੇ ਆਪ ਸੋਚ ਰਿਹਾ ਕਿ ਸਾਨੂੰ ਬਾਗੀ ਕਹਿਣਾ ਜਾਂ ਕਾਂਗਰਸੀ ਨਾਲ ਗੱਲ ਕਰਨਾ ਵਾਕਈ ਸ਼ਰਮ ਵਾਲੀ ਗੱਲ ਆ। ਕੀ ਹੋ ਤੁਸੀਂ? ਮੈਂ ਇੱਕ ਮਿੰਟ ਸੁਣੀ ਜਾਓ ਮੇਰੀ ਗੱਲ, ਫਿਰ ਉਹਦੇ ਨੂੰ ਕਰਦਾ ਕਿ ਇੰਨੇ ਪੁਰਾਣੇ ਕਾਂਗਰਸੀ ਹੋਣ ਦੇ ਬਾਅਦ ਜੇ ਬਾਗੀ ਕਹਿਣਾ, ਜੇ ਕਾਂਗਰਸ ਦੀ ਇੰਟਰਨਲ ਡੈਮੋਕ੍ਰੇਸੀ ਜਾਂ ਆਪਣੀ ਆਵਾਜ਼ ਨੂੰ ਉਠਾਉਣ ਲਈ ਕਿ ਕਾਂਗਰਸ ਕਿਉਂ, ਇਹਨੇ ਸਾਡੇ ਪਿਓ ਦਾਦਿਆਂ ਨੇ ਜਿਹੜੀ ਕਾਂਗਰਸ ਖੜੀ ਕੀਤੀ ਆ, ਅਤੇ ਉਹਦਾ ਜੇ ਨੁਕਸਾਨ ਹੁੰਦਾ ਅਸੀਂ ਵੇਖੇ ਤਾਂ ਅਸੀਂ ਬੁਜ਼ਦਿਲ ਕਹਾਵਾਂਗੇ। ਸਾਨੂੰ ਬਾਗੀ ਕਹਾਉਣ 'ਚ ਸਾਨੂੰ ਕੋਈ ਨਹੀਂ, ਬੁਜ਼ਦਿਲ ਕਹਾਉਣਾ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੋਏਗੀ। ਜੇ ਤੇ ਇਹਨਾਂ ਚੀਜ਼ਾਂ ਨੂੰ ਉਠਾਉਣ ਲਈ, ਕਾਂਗਰਸ ਨੂੰ ਜਿੰਦਾ ਕਰਨ ਲਈ ਜੇ ਬਾਗੀ ਕਿਹਾ ਜਾਂਦਾ ਤਾਂ ਮੈਂ ਉਹਦਾ ਵੈਲਕਮ ਕਰਦਾ। ਪਰ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਅਸੀਂ ਇਨਕਲਾਬੀ ਹਾਂ। ਜਿਵੇਂ ਪੁਰਾਣੇ ਲੀਡਰ ਉੱਠ ਕੇ ਇਨਕਲਾਬ ਦੀ ਗੱਲ ਕਰਦੇ ਸੀ, ਇੰਟਰਨਲ ਡੈਮੋਕ੍ਰੇਸੀ ਦੀ ਗੱਲ ਕਰਦੇ ਸੀ, ਖੜੇ ਹੋ ਕੇ ਗੱਲ ਕਰਦੇ ਸੀ, ਮੈਂ ਉਹ ਹਾਂ। ਤੁਹਾਡੇ ਵਿਰੋਧੀ ਕਹਿੰਦੇ ਆ 4.5 ਸਾਲ ਇੰਟਰਨਲ ਡੈਮੋਕ੍ਰੇਸੀ ਕਿੱਥੇ ਗਈ ਸੀ? 4.5 ਸਾਲ ਕੋਈ ਯਾਦ ਆਈ ਤੁਹਾਨੂੰ? ਜਸਵਿੰਦਰ, ਮੇਰੇ ਖਿਆਲ ਤੁਹਾਨੂੰ ਪਤਾ ਹੋਣਾ, ਤੁਸੀਂ ਮੇਰੀ ਬਹੁਤ ਲਈ ਆਪਣੇ ਆਪ ਹੀ ਤੁਸੀਂ ਦੱਸ ਦਿਓ ਇੱਥੇ ਚੈਨਲ 'ਤੇ ਕਿ ਮੈਂ ਹਰ ਵਾਰੀ ਬੋਲਦਾ ਰਿਹਾ ਕਿ ਨਹੀਂ ਬੋਲਦਾ ਰਿਹਾ, ਤੁਸੀਂ ਯੈਸ ਔਰ ਨੋ 'ਚ ਜਵਾਬ ਦੇ ਦਿਓ। ਇਹ ਤੁਸੀਂ ਕਈ ਇਸ਼ੂਆਂ ਦੇ ਉੱਤੇ ਬੋਲੇ ਹੋਗੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਤੇ ਫਿਰ ਪਰ ਜਿਸ ਤਰ੍ਹਾਂ ਹੁਣ ਮੋਰਚਾ ਖੋਲ੍ਹਿਆ ਹੈਗਾ, ਸੁਣੋ, ਉਵੇਂ ਨਹੀਂ ਕਦੇ ਖੋਲ੍ਹਿਆ ਸੀ ਕਿਸੇ ਨੇ। ਐਵੇਂ ਹੀ ਖੋਲ੍ਹਿਆ ਸੀ, ਤੁਹਾਡੇ ਸਾਹਮਣੇ ਐਵੇਂ ਹੀ ਖੁੱਲ੍ਹਦਾ ਰਿਹਾ, ਹਮੇਸ਼ਾ ਹੀ ਖੁੱਲ੍ਹਦਾ ਰਿਹਾ। ਔਰ ਤੁਸੀਂ ਮੈਨੂੰ ਇੰਨਾ ਸਖਤ ਨਹੀਂ ਖੁੱਲ੍ਹਿਆ ਕਿ ਕੈਪਟਨ ਨਹੀਂ ਰਹਿਣੇ ਚਾਹੀਦੇ? ਨਹੀਂ, ਇਹ ਜ਼ਰੂਰ ਉਦੋਂ ਅਸੀਂ ਇਹ ਨਹੀਂ ਸੀ ਖੋਲ੍ਹਿਆ, ਪਰ ਜਦੋਂ ਪਾਣੀ ਇੱਥੋਂ ਉੱਪਰ ਚਲਾ ਜਾਏ ਅਤੇ ਫਿਰ ਜਦੋਂ ਇਹ ਚੀਜ਼ ਲੱਗ ਜੇ ਕਿ ਕਾਂਗਰਸ ਹੁਣ ਖਤਮ ਕਰਨ ਵਾਲੇ ਪਾਸੇ ਤੁਰ ਪਏ ਨੇ, ਅਤੇ ਜਿਹੜੇ ਇਹ ਗੱਲਾਂ ਕਹਿੰਦੇ ਨੇ ਉਹਨਾਂ ਦੇ ਕਦੇ ਵੀਡੀਓਜ਼ ਦੇਖੀਆਂ ਤੁਸੀਂ? ਆ ਪ੍ਰਤਾਪ ਸਿੰਘ ਬਾਜਵਾ ਲਾਉਣ ਲਈ ਅਸੀਂ ਗਏ ਹਾਂ, ਕੈਪਟਨ ਅਮਰਿੰਦਰ ਸਿੰਘ ਨੇ ਲੈਟਰ ਲਿਖੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਦਾ ਪਰਿਵਾਰ ਹੈ ਤਸਕਰ ਆ। ਪਤਾ ਤੁਹਾਨੂੰ, ਹਿੰਦੁਸਤਾਨ ਟਾਈਮਸ ਦੇ ਵਿੱਚ ਪੂਰੀ ਇਹਨਾਂ ਦੀ ਲੈਟਰ ਆਈ ਸੀ। ਯਾਰ ਮੈਨੂੰ ਤਾਂ ਇਹੀ ਨਹੀਂ ਸਮਝ ਲੱਗਦੀ ਕਿ ਲੀਡਰਾਂ ਦਾ ਅਖਲਾਕ ਕਿੱਥੇ ਗਿਆ। ਅਸੀਂ ਜਿਹੜੀ ਲੀਡਰਸ਼ਿਪ ਦੇਖੀ ਆ, ਅਸੀਂ ਤਾਂ ਇੱਕ ਬੜੀ ਵਧੀਆ ਲੀਡਰਸ਼ਿਪ ਦੇਖੀ ਸੀ ਕਿ ਆਪਸ ਵਿੱਚ ਲੜਾਈਆਂ ਹੁੰਦੀਆਂ ਸੀ, ਪਰ ਪਰਸਨਲ ਕਦੀ ਲੜਾਈ ਨਹੀਂ ਸੀ ਚੱਲੀ। ਕਦੀ ਇਹੋ ਜਿਹੀਆਂ ਗੱਲਾਂ ਨਹੀਂ ਸੀ ਕਹੀਆਂ ਗਈਆਂ ਕਿ ਮੈਂ ਕਾਂਗਰਸ ਦੇ ਵਿੱਚ ਨਹੀਂ ਵੜਨ ਦਿਆਂਗਾ। ਕੈਪਟਨ ਸਾਹਿਬ ਦੀ ਸਟੇਟਮੈਂਟ ਸੀਗੀ ਕਿ ਇਹਦੇ ਲਈ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ 'ਚ ਹਮੇਸ਼ਾ ਲਈ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ। ਡਾਇਰੈਕਟ ਹਾਈ ਕਮਾਂਡ ਨੂੰ ਚੈਲੰਜ ਸੀ ਅਤੇ ਹਾਈ ਕਮਾਂਡ ਨੇ ਦਰਵਾਜ਼ਾ ਖੋਲ੍ਹ ਕੇ ਉਹੀ ਬੰਦਾ PCC ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਅਤੇ ਕੈਪਟਨ ਸਾਹਿਬ ਨੂੰ ਫਿਰ ਉਹਦੇ 'ਤੇ ਆਪਣਾ ਸਟੈਂਡ ਲੈਣਾ ਚਾਹੀਦਾ ਸੀ। ਇਹ ਤਾਂ ਕਹਿਣਾ ਚਾਹੀਦਾ ਕਿ ਨਹੀਂ ਕਿ ਜੇ ਇਹਦੇ ਲਈ ਦਰਵਾਜ਼ਾ ਬੰਦ ਆ ਅਤੇ ਮੈਂ ਦਰਵਾਜ਼ਾ ਤੂੰ ਇਹਦੇ ਲਈ ਖੋਲ੍ਹਤਾ ਅਤੇ ਮੈਂ ਜਾ ਰਿਹਾ ਜੀ, ਸਤਿ ਸ਼੍ਰੀ ਅਕਾਲ ਕਹਿਣਾ ਚਾਹੀਦਾ ਸੀ ਨਹੀਂ, ਕੈਪਟਨ ਸਾਹਿਬ ਨੂੰ ਮੰਨਣਾ ਚਾਹੀਦਾ ਸੀ। ਦੂਸਰੀ ਚੀਜ਼, ਜਿਹੜੇ ਬੰਦੇ ਕਹਿੰਦੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ, ਆਪਾਂ ਥਾਣੇਦਾਰ ਬਣਾਇਆ ਸੀ, ਥਾਣੇਦਾਰ ਅਸੀਂ ਉਹ ਨਹੀਂ ਸੀ ਬਣਾਇਆ ਕਿ ਸਾਨੂੰ ਹੀ ਪੈ ਜੇ।
ਸਾਡੀ ਪਾਰਟੀ ਨੂੰ ਹੀ ਪੈ ਜੇ। ਅਸੀਂ ਜਿਹੜੇ ਮੁੱਦਿਆਂ ਦੀ ਅਸੀਂ ਜਿਹੜੀ ਗੱਲ ਕੀਤੀ ਯਾਰ, ਉਹ ਤਾਂ ਮੈਂ ਬਹੁਤ ਵਾਰੀ ਕਰਤਾ, ਮੈਨੂੰ ਹਰ ਵਾਰੀ ਕਹਿੰਦਿਆਂ ਮੈਨੂੰ ਵੀ ਵੈਸੇ ਲੱਗਦਾ ਕਿ ਹਰ ਵਾਰੀ ਉਹ ਚੀਜ਼ ਦੁਹਰਾਉਣੀ ਨਹੀਂ ਚਾਹੀਦੀ, ਕਿਉਂਕਿ ਇਹਨਾਂ ਲੀਡਰਾਂ ਦੇ ਉੱਤੇ ਕੋਈ ਅਸਰ ਨਹੀਂ ਉਹਨਾਂ ਗੱਲਾਂ ਦਾ। 2009 'ਚ ਕੈਪਟਨ ਸਾਹਿਬ ਨੂੰ ਮੇਰੇ ਫਾਦਰ ਤੇ ਮੈਂ ਡੇਰਾ ਬਾਬਾ ਨਾਨਕ ਲੈ ਕੇ ਗਏ, ਸਾਰੀ ਦੁਨੀਆ ਨੂੰ ਪਤਾ। ਉਸ ਵੇਲੇ ਮਾਰਗਟ ਅਲਵਾ ਸੀਗੀ जनरल सेक्रेटरी, ਉਹਦਾ मेरे फादर ਨੂੰ टेलीफोन आया कि रंधावा जी आप तो बहुत बड़े सीनियर आगू हैं, तो आपने कैप्टन अमरिंदर सिंह को बुलाया है, ये बगावत है। कहते जी अगर कांग्रेस को मजबूत करने के लिए बगावत है तो मैं बगावत करूँगा, अगर कांग्रेस को कमज़ोर करनी है फिर बगावत नहीं करूँगा, कांग्रेस को मजबूत करने के लिए बगावत। कहते फिर पार्टी आपके ऊपर एक्शन करेगी। कहने लगे बिल्कुल मैं वेलकम करूँगा कि कांग्रेस को मजबूत करने के लिए संतोख सिंह रंधावा पर एक्शन होगा, तो मैं आकर सोनिया जी का थैंक्स करूँगा। तो उसके बाद उन्होंने तो बाद कैप्टन अमरिंदर सिंह ਨੂੰ पूरा दिन डेरा बाबा नानक साडा परिवार लैके गया, किसी ने होर ने नहीं की। ਜਿਹੜੀਆਂ ਗੱਲਾਂ ਇਹ ਕਰਦੇ ਨੇ ਜਿਹੜੇ ਲਾਗੇ ਬੈਠੇ ਨੇ ਜਿਨ੍ਹਾਂ ਦੀ ਫੋਟੋਆਂ ਆ ਰਹੀਆਂ ਨੇ, ਮੈਂ ਤਾਂ ਕਹਿੰਦਾ ਇਹ ਪਿੱਛੇ ਰਹਿ ਗਏ ਨਾ ਹੁਣ ਤੇ। ਪ੍ਰਤਾਪ ਬਾਜਵਾ, ਫਤਿਹ ਬਾਜਵਾ, ਸ਼ੇਖੜੀ, ਮੈਂ 1 ਬਾਈ 1 ਤੁਹਾਨੂੰ ਜਦੋਂ ਤੁਸੀਂ ਸਾਥ ਛੱਡ ਕੇ ਕਿਸੇ ਨੂੰ ਤਾਂ ਨੇੜੇ ਲਾਉਣਾ ਹੀ ਆ ਨਾ। 2009 ਦੇ ਵਿੱਚ ਸ਼ੇਖੜੀ ਦੀ ਤੁਹਾਨੂੰ ਮੈਂ ਸਟੇਟਮੈਂਟ ਭੇਜ ਦੂੰਗਾ। ਉਹਨੇ ਆਖਿਆ ਸੀ ਕਿ ਅਮਰਿੰਦਰ ਸਿੰਘ ਬਟਾਲੇ ਦੇ ਵਿੱਚੋਂ ਲੰਘੇਗਾ ਤਾਂ ਕਾਲੀਆਂ ਝੰਡੀਆਂ ਨਾਲ ਸਵਾਗਤ ਕਰਾਂਗੇ। ਪਤਾ ਨਹੀਂ ਯਾਰ, ਇਹ ਲੋਕਾਂ ਦਾ ਅਖਲਾਕ ਹੀ ਖਤਮ ਹੋ ਗਿਆ ਕਿ ਇਹਨਾਂ ਦਾ ਕਰੈਕਟਰ ਹੀ ਖਤਮ ਹੋ ਗਿਆ। ਇਹੀ ਨਹੀਂ ਮੈਨੂੰ ਸਮਝ ਆਉਂਦੀ। ਅੱਜ ਉਸੇ ਅਮਰਿੰਦਰ ਸਿੰਘ ਦੇ ਤਲਵੇ ਚੱਟ ਰਹੇ ਨੇ, ਜਿਹੜੀ ਤੁਸੀਂ ਸਾਰਿਆਂ ਸੁਣੀ ਹੋਣੀ ਹੈ, ਪਤਾ ਨਹੀਂ ਕਿਹੜੇ ਚੈਨਲ 'ਤੇ ਪ੍ਰਤਾਪ ਬਾਜਵੇ ਦੀ ਇੰਟਰਵਿਊ ਆ। ਯਾਰ ਉਹਦੇ ਤੋਂ ਵੱਧ ਕਦੀ ਸੁਖਜਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਨਹੀਂ ਬੋਲਿਆ। ਕੈਪਟਨ ਸਾਹਿਬ ਕਹਿੰਦੇ ਰਹੇ ਆ, ਕੈਪਟਨ ਸਾਹਿਬ ਦੇ ਨਾਲ ਹਮੇਸ਼ਾ ਚੱਲੇ ਆ। ਅਤੇ ਜੇ ਇਹ ਕਹਿਣਾ ਸਟੇਜ ਦੇ ਉੱਤੇ ਰੱਖੜ ਪੁੰਨਿਆਂ 'ਤੇ ਕਿ ਜੇ ਇਹਦੀ ਗੱਲ 'ਚ ਤੋਤੇ ਦੇ ਅਤੇ ਇਹਨਾਂ ਬੰਦਿਆਂ ਦੇ ਰੱਸਾ ਪਾ ਕੇ ਲਿਆਵਾਂਗੇ, ਨਹੀਂ ਕੋਈ ਹੋਏਗਾ ਅਤੇ ਸਰਕਾਰ ਆਉਣ 'ਤੇ ਮੈਂ ਅਸਤੀਫਾ ਦੇ ਦੂੰ, ਰਾਜ ਸਭਾ ਛੱਡ ਦੂੰ। ਅੱਜ ਕਿੰਨੇ ਸਾਲ ਹੋ ਗਏ, 4.5 ਸਾਲ ਹੋ ਗਏ, ਅਤੇ ਰਾਜ ਸਭਾ ਇੰਨੀ ਪਿਆਰੀ ਕੋਲ ਲੱਗ ਗਈ ਕਿ ਗਲਵੱਕੜੀ 'ਚ ਹੀ ਲੈ ਲਿਆ ਗੱਲ ਉਹਨੇ ਰਾਜ ਸਭਾ ਨੇ। ਇਹ ਤੁਹਾਡੇ ਸਾਹਮਣੇ ਤੁਹਾਡੇ ਵੀ ਚੱਲੀ ਆ। ਜਦੋਂ ਇੱਥੇ ਚੱਲ ਮੈਨੂੰ ਅੱਜ ਵੀ ਯਾਦ ਆ, ਇੱਥੇ ਆ ਸਾਹਮਣੇ ਇੱਧਰ ਨੂੰ ਜਿਹੜਾ ਕੈਮਰਾ ਹੀ ਘੁਮਾ ਕੇ ਵਿਖਾ ਦਿਓ, ਉੱਥੇ ਬੈਠਾ ਸੀ ਬਿੱਟੂ 1 ਨੰਬਰ 'ਤੇ, ਉੱਥੇ ਧਾਲੀਵਾਲ ਸਾਹਿਬ ਬੈਠੇ ਨੇ ਸ਼ੁਭ, ਅਤੇ ਇਹ ਇੱਥੇ ਬੈਠਾ ਸੀ ਪ੍ਰਤਾਪ ਬਾਜਵਾ। ਮੈਂ ਤਾਂ ਨਹੀਂ ਇਹਨਾਂ ਦੇ ਘਰਾਂ 'ਚ ਗਿਆ ਕਿ ਅਮਰਿੰਦਰ ਸਿੰਘ ਦੇ ਅਗੇਂਸਟ ਲੜਾਈ ਸ਼ੁਰੂ ਕਰਨੀ। ਦੋਨੋਂ ਆਏ ਸੀ ਮੇਰੇ ਕੋਲ ਕਿ ਅਮਰਿੰਦਰ ਸਿੰਘ ਦੇ ਅਗੇਂਸਟ ਲੜਾਈ ਸ਼ੁਰੂ ਕਰਨੀ। ਐਸੀ ਚੇਅਰ 'ਤੇ ਮੈਂ ਬੈਠਾ, ਉੱਥੇ ਕਾਂਗੜ ਬੈਠਾ, ਇੱਥੇ ਚੰਨੀ ਬੈਠਾ। ਕਾਂਗੜ ਸਾਹਿਬ ਤੇ ਵੈਸੇ ਵਿਚਾਰੇ ਪਹਿਲੀ ਬਗਾਵਤ 'ਚ ਯਾਨੀ ਸਾਰੇ ਸ਼ਾਮਲ ਸੀ। ਕਾਂਗੜ ਸਾਹਿਬ ਕੰਮ ਆਏ ਸੀ ਉਹਨਾਂ ਨੂੰ, ਅਤੇ ਅੱਗੇ ਦੋਨਾਂ ਨੇ ਮਹਾਨ ਲੀਡਰ ਬੈਠੇ ਸੀ, ਅਤੇ ਉਹਦੇ ਕਾਂਗੜ ਸਾਹਿਬ ਵੀ ਬੈਠ ਗਏ। ਤੇ ਉਦੋਂ ਪ੍ਰਤਾਪ ਬਾਜਵਾ ਤੇ ਰਵਨੀਤ ਬਿੱਟੂ ਕਹਿ ਰਹੇ ਸੀ ਇਹ ਗੱਲ? ਬਿਲਕੁਲ, ਉਹ ਕਾਂਗੜ ਸਾਹਿਬ ਦੇ ਸਾਹਮਣੇ ਕਹਿ ਰਹੇ ਸੀ। ਉਨੀ ਦੇਰ ਨੂੰ ਕੈਪਟਨ ਅਮਰਿੰਦਰ ਸਿੰਘ ਨਹੀਂ ਰਹਿਣੇ ਚਾਹੀਦੇ। ਬਿਲਕੁਲ, ਇਹਨਾਂ ਕਿਹਾ ਜੇ ਕਰਦੇ ਤਾਂ ਇੱਥੇ ਬੈਠ ਕੇ ਗੱਲ ਕਰ ਲਾਂਗੇ, ਇੱਥੇ ਬੈਠ ਕੇ ਮੈਂ ਇਹਨਾਂ ਦੇ ਸਾਹਮਣੇ ਕਰ ਦੂੰ। ਇੱਕ ਨਹੀਂ ਹੋਈ। ਤੁਸੀਂ ਮੂੰਹ ਤੇ ਕਹਿ ਸਕਦੇ ਹੋ ਇਹ ਗੱਲ, ਉਹਨਾਂ ਦੇ ਕੀ ਹਾਂ ਤੁਸੀਂ ਆ ਮੂੰਹ ਹੀ ਆ, ਇਹ ਕਿਹੜਾ ਹੁਣ ਲੋਕੇ ਕਰ ਰਹੇ ਆ। ਕੱਲ ਨੂੰ ਡਿਨਾਈ ਕਰਦੇ ਇਹਦੇ 'ਚ ਮੇਰੇ ਤੇ ਬਾਹਰ ਘਰ ਦੇ ਬਾਹਰ ਖਲੋ ਕੇ ਦੀ ਫੋਟੋ ਆ ਗਈ ਸੀ ਪ੍ਰਤਾਪ ਬਾਜਵੇ ਦੀ, ਤੇ ਉਹ ਵੀ ਤੇ ਉੱਥੇ ਉਹਨੇ ਬੋਲਦਿਆਂ ਕਿਹਾ ਕਿ ਨਹੀਂ ਮੇਰੇ ਖਿਆਲ ਤੁਸੀਂ ਤੁਹਾਡੇ ਕਿਸ ਚੈਨਲ ਨੇ ਲਈ ਇੱਥੇ ਸੀ ਸਾਰੇ, ਪਰ ਇਹ ਗੱਲ ਨਹੀਂ ਉਹਨਾਂ ਨੇ ਕਹੀ ਉਦੋਂ ਕਿ ਕੈਪਟਨ, ਉਹਨਾਂ ਨੇ ਇਹ ਕਿਹਾ ਨਾ ਕਿ ਅਸੀਂ ਕਾਂਗਰਸ ਨੂੰ ਮਜ਼ਬੂਤੀ ਲਈ ਇਕੱਠੇ ਹੋਏ ਹਾਂ। ਠੀਕ ਹੈ ਜੀ, ਪਰ ਅੰਦਰਲੀ ਗੱਲ ਥੋੜ੍ਹੀ ਬਾਤ ਦੱਸਣਗੇ। ਇਹ ਤਾਂ ਮੈਂ ਤਾਂ ਦੱਸਿਆ ਕਿ ਅੱਜ ਜਿਹੜੇ ਬੋਲਦੇ ਆ ਮੈਨੂੰ ਬੜਾ ਅਫਸੋਸ। ਅੰਦਰ ਵੇਖ ਉਹਨਾਂ ਨੇ ਕਿਹਾ ਸੀ ਕਿ ਕੈਪਟਨ ਉਹਨਾਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਰਹਿ ਗਿਆ, ਯਾਰ ਹੋਰ ਨੂੰ ਛੱਡ ਦਿਓ, ਤੁਸੀਂ ਇਹਦੀ ਕਈ ਕੈਸਟਾਂ ਹੀ ਸੁਣ ਲਓ, ਪਹਿਲਾਂ ਕਹਿੰਦੇ ਰਹੇ ਨੇ, ਰਵਨੀਤ ਬਿੱਟੂ ਦੀਆਂ ਸੁਣ ਲਓ, ਪ੍ਰਤਾਪ ਸਿੰਘ ਬਾਜਵੇ ਦੀਆਂ ਸੁਣ ਲਓ। ਜਦੋਂ ਸ਼ੁਰੂ ਕੀਤੀ ਆ ਉੱਥੇ, ਜਦੋਂ ਚੰਨੀ ਦੇ ਘਰ ਮੀਟਿੰਗ ਕੀਤੀ ਹੈ, ਕੀ ਹੋਈ ਆ ਮੀਟਿੰਗ, ਜਾਂ ਹੋਰ ਕਿਸੇ ਦੇ ਘਰ ਮੀਟਿੰਗ ਕੀਤੀ ਪ੍ਰਤਾਪ ਸਿੰਘ ਬਾਜਵੇ ਦੇ ਨਾਲ, ਤੇ ਬਿੱਟੂ ਸਿਰਫ ਇੰਨਾ ਕਹਿੰਦੇ ਸੀ ਕਿ ਗ੍ਰਹਿ ਮੰਤਰਾਲਾ ਛੱਡ ਦੇਣਾ ਚਾਹੀਦਾ ਜੇ ਕਾਰਵਾਈ ਨਹੀਂ ਹੁੰਦੀ। ਤੇ ਫਿਰ ਹੁਣ ਹੋ ਗਈ ਆ। ਮੈਂ ਬਿੱਟੂ ਨੇ ਪੁੱਛਣਾ ਚਾਹੁੰਦਾ ਕਿ ਹੁਣ ਹੋ ਗਈ। ਬਿੱਟੂ ਨੂੰ ਤੇ ਇਹੋ ਮੈਂ ਪੁੱਛਣਾ ਚਾਹੁੰਦਾ ਕਿ ਬਿੱਟੂ ਮੇਰਾ ਤੂੰ ਛੋਟਾ ਵੀਰ ਆ, ਕਿ ਤੈਨੂੰ 4 ਸਾਲ ਤੇ ਕਿਸੇ ਨੇ ਘਰ ਨਹੀਂ ਵੜਨ ਦਿੱਤਾ, ਸਾਡੇ ਕੋਲ ਤੂੰ ਗੱਲਾਂ ਕਰਦਾ ਰਿਹਾ। ਪਰ ਉਹ ਵੱਡੇ ਭਾਈ ਨੂੰ ਕਹਿੰਦੇ ਨੇ ਵੱਡੇ ਭਾਈਆਂ ਤੋਂ ਮਹਿਕਮੇ ਨਹੀਂ ਚੱਲ ਰਹੇ, ਕਹਿੰਦੇ ਤੁਹਾਡੇ ਤੋਂ ਮਹਿਕਮੇ ਠੀਕ ਨਹੀਂ ਚੱਲ ਰਹੇ। ਤੇ ਮੈਂ ਕਿਹਾ ਉਹ ਸਾਡਾ ਥੈਂਕਸ ਕਰੇ ਕਿ ਇਹਦੀ ਹੁਣ ਅੰਦਰ ਐਂਟਰੀ ਤੇ ਸਟਾਰਟ ਹੋ ਗਈ। ਇਹ ਤੇ ਤੁਹਾਨੂੰ ਧੰਨਵਾਦ ਸਾਡਾ ਕਰਨਾ ਚਾਹੀਦਾ ਕਿ ਚਲੋ ਸਾਡੀ ਲੜਾਈ ਕਰਕੇ, ਮੈਂ ਤੇ ਕਈ ਫੋਟੋਆਂ ਵੇਖਣ ਦਿਆਂ ਹਾਂ ਕਿ ਸਾਡੇ ਕਰਕੇ ਲੋਕਾਂ ਦੀ ਐਂਟਰੀ ਸਾਡੇ ਕਰਕੇ ਬੰਦ ਸੀ ਕਿਉਂਕਿ ਸਾਡਾ ਜਾਣਾ ਸੀ, ਤੇ ਚਲੋ ਅਸੀਂ ਬਾਹਰ ਆਏ ਤੇ ਕਾਂਗਰਸ ਦੀ ਤੇ ਐਂਟਰੀ ਸ਼ੁਰੂ ਹੋ ਗਈ। ਉਹਨਾਂ ਨੂੰ ਤੇ ਕਾਂਗਰਸੀਆਂ ਨੂੰ ਤੇ ਜਿਹੜਾ ਮਰਜ਼ੀ ਜਾ ਕੇ ਉਹਨੂੰ ਮਿਲ ਸਕਦਾ। ਇਹਦੇ ਲਈ ਤੇ ਮੈਂ ਕੈਪਟਨ ਸਾਹਿਬ ਦਾ ਧੰਨਵਾਦ ਕਰਦਾ ਕਿ ਜੇ ਇਹੋ ਹੀ ਕੰਮ ਕਰਨਾ ਸੀ ਸਾਡੇ ਨਾਲ 3 ਸਾਲ ਪਹਿਲਾਂ ਲੜਾਈ ਪਾ ਲੈਂਦੇ। ਪਰ ਇਹ ਗਲਤ ਗੱਲ ਨਹੀਂ ਸੀ ਕਿ ਬਾਕੀਆਂ ਨੂੰ ਫਿਰ ਤੁਸੀਂ ਮਿਲਦੇ ਸੀ, ਬਾਕੀਆਂ ਨੂੰ ਮਿਲਦੇ ਨਹੀਂ ਸੀ। ਉਹ ਇਹ ਤੇ ਤੁਸੀਂ ਕਹਿੰਦੇ ਨਹੀਂ ਸੀ ਉਦੋਂ ਕਿ ਬਾਕੀਆਂ ਨੂੰ ਮਿਲੋ? ਅਸੀਂ ਕਹਿੰਦੇ ਰਹੇ ਹਾਂ, ਬੜੇ ਕਹਿੰਦੇ ਰਹੇ ਹਾਂ ਕਿ ਮਿਲੀਏ, ਕਰੀਏ, ਆਓ ਜੀ ਚਲੀਏ, ਉੱਠੀਏ, ਤੁਰੀਏ। ਟਾਈਮ ਦੇ ਕੇ ਕੈਂਸਲ ਕਰ ਦਿੰਦੇ ਰਹੇ। ਪਰ ਰਵਨੀਤ ਬਿੱਟੂ ਹੁਣ ਕਹਿੰਦੇ ਆ ਤੁਹਾਡੇ ਤੋਂ ਵਜ਼ੀਰੀਆਂ ਨਹੀਂ ਚੱਲਦੀਆਂ ਨਾ, ਵਜ਼ੀਰਾਂ ਨੂੰ ਅਸਤੀਫੇ ਦੇ ਦੇਣੇ ਚਾਹੀਦੇ ਆ। ਮੈਂ ਰਵਨੀਤ ਬਿੱਟੂ ਨੂੰ ਇੱਕ ਗੱਲ ਕਹਿਣੀ ਚਾਹੁੰਦਾ
कि मैं बहुती नहीं वड्डी करनी चाਹੁੰਦਾ ਉਹਨੂੰ मैं कहना लुधियाने 'ਚ ਆਪਾਂ बैठ जाने कोई ना बैठे रवनीत बिट्टू बैठे अपना डिस्ट्रिक्ट कांग्रेस कमेटी बुला ले अपने ब्लॉक प्रेजिडेंट बुला ले जितों MP बने तो अपने सारे MLA बुला ले जे वो कहण कि ये काम नहीं करते असीं वैसे ही पॉलिटिक्स छड्ड दांगे तो जे वो ये कह देण कि ये महान हस्ती कदी कदी दर्शन देंदी है तो मोबाइल ते इन्हें कदी साडा नहीं चुक्या तो पब्लिक का की चुकदा होएगा मैनूं ये ਤੁਹਾਡਾ ਮੋਬਾਈਲ नहीं चकदा रवनीत बिट्टू मैं तेरे सामने हुणे कर देना नीचे चुक ले ते करो कॉल देखी उसदा ਚੱਕੀ ਲਵੇ बाहर पिया मेरा पर ਤੁਸੀਂ ਕਾਲ ਕਰਦੇ ਹੋ ਚੱਕ ਕਾਲ नहीं ਚੱਕਦੇ ਰਵਨੀਤ बिल्कुल नहीं चुकदा फिर रात ਨੂੰ ਜਾਂ ਦੂਜੇ ਦਿਨ ਆਉਂਦਾ ਤੇ ਦੂਜੀ ਚੀਜ਼ ਜਿਹੜੀ ਉਹਨੇ ਗੱਲ ਕੀਤੀ ਆ ਮੈਂ ਉਹਨੂੰ ਜਵਾਬ ਦੇ ਨਹੀਂ ਆ ਮੈਂ ਉਹਨੂੰ ਇੱਕ ਲੈਟਰ ਲਿਖਣ ਲੱਗਾ ਤੇ ਉਹਦੇ ਬਾਅਦ ਮੈਂ ਉਹਨੂੰ ਪੁੱਛੂੰਗਾ ਕਿ ਡਿਪਾਰਟਮੈਂਟ 'ਚ ਕੰਮ ਤੇ ਪਿਛਲੇ 10 ਸਾਲਾਂ ਜਿਹੜੇ ਇਹਦੇ ਬਾਪੂ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਨ੍ਹਾਂ ਦੇ ਕੋਲ ਬਹੁਤ ਜਾਂਦਾ ਰਿਹਾ ਤੇ ਇਹੋ ਹੀ ਮਹਿਕਮਾ 10 ਸਾਲ ਉਹਨਾਂ ਕੋਲ ਰਿਹਾ ਤੇ ਉਹਨਾਂ 10 ਸਾਲਾਂ ਦਾ ਤੇ ਮੇਰੇ 3 ਸਾਲਾਂ ਦਾ ਕੰਪੈਰੀਜ਼ਨ ਕਰਕੇ ਫਿਰ ਮੇਰੇ ਨਾਲ ਬੈਠੇਗਾ ਔਰ ਬਾਪੂ ਬੇਅੰਤ ਸਿੰਘ ਨੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਕਹਿ ਰਹੇ ਹੋ ਬੇਅੰਤ ਸਿੰਘ ਜੀ ਤੇ ਕਾਂਗਰਸ ਦੇ ਸੀਗੇ ਨਾ ਕਾਂਗਰਸੀਆਂ ਦੇ ਸੀਗੇ ਜਿਹੜੀ ਇਹਨੇ ਕੀਤੀ ਸਿਕਿਉਰਿਟੀ ਦੀ ਗੱਲ ਕੀਤੀ ਆ ਇਹਦੀ ਮੈਨੂੰ ਦੱਸ ਦੇਣੀ ਚਾਹੁੰਦਾ ਕਿ ਸਾਡੇ ਪਰਿਵਾਰਾਂ ਨੇ ਕੋਈ ਘੱਟ ਨਹੀਂ ਕੀਤੀ ਅੱਤਵਾਦ ਦੇ ਵਿੱਚ ਐਵੇਂ ਬਹੁਤ ਲੜਾਈਆਂ ਲੜੀਆਂ ਨੇ ਤੇ ਇਸ ਕਰਕੇ ਇਹਨੂੰ ਥੋੜਾ ਜਿਹਾ ਕੰਟਰੋਲ 'ਚ ਰਹਿ ਕੇ ਗੱਲ ਕਰਨੀ ਚਾਹੀਦੀ ਆ ਜਿਹੜੀ ਇਹਨੇ ਕਿਹਾ ਕਿ ਅਸਤੀਫੇ ਦੇਣੇ ਚਾਹੀਦੇ ਇਹਨੂੰ ਮੈਂ ਯਾਦ ਕਰਾਉਣਾ ਚਾਹੁੰਦਾ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਮੁੱਖ ਮੰਤਰੀ ਸੀਗੇ ਇੱਕ ਵਰਟੀਕਲ ਡਿਵੀਜ਼ਨ ਆ ਗਈ ਸੀ ਇੱਕ ਪਾਸੇ ਸਰਦਾਰ ਬੇਅੰਤ ਸਿੰਘ ਗੁਰਦਰਸ਼ਨ ਸਿੰਘ ਨਾਭਾ ਮੇਨ ਨਾਭਾ ਸਾਹਿਬ ਸੀਗੇ ਉਸ ਟਾਈਮ ਰਣਦੀਪ ਦੇ ਪਿਤਾ ਜੀ ਉਹ ਸੀਗੇ ਦੂਸਰੇ ਪਾਸੇ ਸਰਦਾਰ ਦਰਬਾਰਾ ਸਿੰਘ ਤੇ ਸਾਡਾ ਗਰੁੱਪ ਸੀ ਸਰਦਾਰ ਸੰਤੋਖ ਸਿੰਘ ਰੰਧਾਵਾ ਹਰਚੰਦ ਸਿੰਘ ਅਜਨਾਲਾ ਡਾਕਟਰ ਘੇਲੂ ਕ੍ਰਿਸ਼ਨ ਜਗਤ ਰਾਮ ਇਹ ਸਾਰੇ ਇੱਕ ਪਾਸੇ ਸੀਗੇ ਚੌਧਰੀ ਦਰਸ਼ਨ ਸਿੰਘ KP ਇਹ ਸਾਰੇ ਇੱਕ ਪਾਸੇ ਸੀ ਤੇ ਇਹ ਇੱਕ ਪਾਸੇ ਸੀਗੇ ਉਸ ਵੇਲੇ ਰਵਨੀਤ ਤੇਰੇ ਦਾਦਾ ਜੀ ਨੇ ਵੀ ਨਹੀਂ ਰਿਜ਼ਾਈਨ ਕੀਤਾ ਪਾਰਟੀ 'ਚ ਰਹਿ ਕੇ ਲੜਾਈ ਲੜੀ ਸੀ ਤੇ ਜੇ ਤੇ ਟ੍ਰੈਡੀਸ਼ਨ ਜੇ ਰੱਖਣੀਆਂ ਤਾਂ ਫਿਰ ਸਾਨੂੰ ਵੀ ਉਹੀ ਰੱਖਣੀਆਂ ਪੈਣਗੀਆਂ ਤੇ ਜੇ ਇਦਾਂ ਕਰਕੇ ਤੇ ਮੈਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਪਹਿਲਾਂ ਆਪਾਂ ਇਹ ਗੱਲ ਕਲੀਅਰ ਕਰ ਲਈ ਥੋੜੀ ਤੁਸੀਂ ਕਿਉਂ ਕਿਹਾ ਕਿ ਬਿੱਟੂ ਦਾ ਪਿਓ ਪ੍ਰਕਾਸ਼ ਸਿੰਘ ਬਾਦਲ ਹੈ ਪਿਓ ਨਹੀਂ ਮੈਂ ਪਿਤਾ ਹਾਂ ਤੁਸੀਂ ਕਿਹਾ ਉਹਨਾਂ ਦੇ ਪਿਤਾ ਸਿਆਸੀ ਪਿਤਾ ਕਹਿ ਰਹੇ ਹੋ ਇਹ ਦਾਦਾ ਜੀ ਕਹਿੰਦਾ ਹੁੰਦਾ ਸੀ ਤਾਂ ਮੈਂ ਤਾਂ ਕਿਹਾ ਪ੍ਰਕਾਸ਼ ਸਿੰਘ ਬਾਦਲ ਨੂੰ ਦਾਦਾ ਜੀ ਕਹਿੰਦਾ ਹੁੰਦੇ ਸਾਡੇ ਸਾਹਮਣੇ ਕਹਿ ਦਿੰਦਾ ਹੁੰਦਾ ਮੈਂ ਇਹਨੂੰ ਕਈ ਵਾਰ ਕਿਹਾ ਮੈਂ ਕਿਹਾ ਸਾਡਾ ਜਾਣਾ ਬਣਦਾ ਨਹੀਂ ਓਪਨਲੀ ਨਹੀਂ ਜਾਣਾ ਬਣਦਾ ਮੈਂ ਕੋਨਾ ਗੁਰਕੀਰਤ ਨੂੰ ਕਿਹਾ ਕਹਿੰਦਾ ਭਾਜੀ ਅੱਜ ਤੋਂ ਬਾਅਦ ਨਹੀਂ ਜਾਂਦਾ ਮੈਂ ਕਿਹਾ ਗੁਰਕੀਰਤ ਆਪਾਂ ਅਸੈਂਬਲੀ 'ਚ ਬੈਠ ਕੇ ਪਹਿਲਾਂ ਅਗੇਂਸਟ ਬੋਲਦੇ ਹਾਂ ਤੇ ਬਾਅਦ 'ਚ ਕੰਮ ਕਰਾਉਣੇ ਇਹ ਸ਼ੋਭਾ ਨਹੀਂ ਕਿ ਦਿੰਦੇ ਪੁਰਾਣੀਆਂ ਜਿਹੜੀਆਂ ਪੋਲੀਟਿਕਸ ਸੀਗੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਘਰੇ ਆਉਂਦੇ ਸੀ ਜਦੋਂ ਮੇਰੇ ਪਿਤਾ ਜੀ ਮਿਨਿਸਟਰ ਸੀਗੇ ਜਦੋਂ ਚੀਫ ਮਿਨਿਸਟਰ ਸੀ ਜਾਂਦੇ ਉਹ ਟ੍ਰੈਡੀਸ਼ਨਸ ਖਤਮ ਹੋ ਗਏ ਬਿੱਟੂ ਕੀ ਕੰਮ ਮੈਨੂੰ ਥੋੜੀ ਵਿਆਖਿਆ ਕਰ ਦੋ ਨਾ ਇਸ ਗੱਲ ਦੀ ਬਿੱਟੂ ਹੀ ਦੱਸੇਗਾ ਜੇ ਅੱਜ ਜੈਮਰ ਤੇ ਜੇ ਉਹ ਦਿੱਲੀੋਂ ਲੈ ਜਾ ਸਕਦੇ ਨੇ ਤੇ ਉਦੋਂ ਵੀ ਸਿਕਿਉਰਿਟੀ ਦਾ ਕੋਈ ਚੱਕਰ ਹੋਣਾ ਜੈਮਰ ਦਿੱਲੀੋਂ ਕਿਤੋਂ ਲੈ ਰਹੀ ਪਤਾ ਨਹੀਂ BJP ਕੋਲ ਕਿਹਦੇ ਕੋਲ ਲੈ ਇਹ ਤੇ ਹੁਣ ਇਹੀ ਦੱਸਣਗੇ ਯਾਰ ਆਪਣੀਆਂ ਸਿਕਿਉਰਿਟੀਆਂ ਲਈ ਅਸੀਂ ਪਾਰਟੀਆਂ ਨੂੰ ਖਰਾਬ ਕਰੀਏ ਚਲੋ ਇਹਨੂੰ ਛੱਡ ਦਈਏ ਆਪਾਂ ਆਪਣੇ ਮੁੱਦੇ ਤੇ ਆਈਏ ਨਹੀਂ ਤੁਸੀਂ ਇਸ ਗੱਲ ਦੀ ਵਿਆਖਿਆ ਤਾਂ ਤੁਹਾਨੂੰ ਕਰਨੀ ਵਿਆਖਿਆ ਕਰਦੇ ਉਹ ਸਮਝਦਾ ਹੋਣਾ ਜਿਹਨੂੰ ਸਮਝਾਉਣਾ ਜੈਮਰ ਬਿੱਟੂ ਨੇ BJP ਤੋਂ ਲੈ ਲਏ ਪਤਾ ਨਹੀਂ ਕਿੱਥੋਂ ਲੈ ਨੇ ਵੇਖੋ ਜਿਹੜੀ ਸਿਕਿਉਰਿਟੀ ਜਾਂ ਕੋਈ ਕਰਨੀ ਪੰਜਾਬ ਦੇ ਵਿੱਚ ਹੋਰ ਵੀ ਬੜੇ ਉਹਦੇ ਉੱਪਰ ਹੈਗੇ ਨੇ ਟਾਰਗੇਟ 'ਚ ਉਹਨਾਂ ਨੂੰ ਤਾਂ ਕਿਤੇ ਨਹੀਂ ਦਿੱਤੀ ਤਾਂ ਇਸ ਕਰਕੇ ਉਹਨੇ ਆਪ ਵੀ ਮੰਨਿਆ ਕਿ ਪਰਸਨਲ ਰਿਲੇਸ਼ਨ ਹੀ ਹੁੰਦੇ ਉਹਦੀ ਇੰਟਰਵਿਊ ਸੁਣ ਲਿਓ ਜਿਹੜੀ ਆ ਬੋਲੀ ਉਹਦੇ 'ਚ ਪੀਰਾ ਸੁਣ ਲਿਓ ਉਹਦੀ ਇੰਟਰਵਿਊ ਸੁਣ ਕੇ ਫਿਰ ਉਹਨੂੰ ਸਵਾਲ ਕਰਿਓ ਮੈਨੂੰ ਕਰਨ ਦੀ ਬਜਾਏ ਉਹਦੀ ਇੰਟਰਵਿਊ ਤੇ ਮੈਂ ਬੋਲ ਰਿਹਾ ਮੈਂ ਇਹ ਗੱਲ ਸਮਝ ਨਹੀਂ ਆਈ ਤੁਸੀਂ ਪਰਸਨਲ ਰਿਲੇਸ਼ਨ ਤੁਸੀਂ ਕਹਿੰਦੇ BJP ਨਾਲ ਵੀ ਨੇ ਮੈਂ ਕਿਹਾ ਉਹਨੇ ਅਕਾਲੀ ਦਲ ਨਾਲ ਵੀ ਅਕਾਲੀ ਦਲ ਨਾਲ ਤਾਂ ਨਹੀਂ ਉਹਨਾਂ ਨੇ ਉਹਨੇ ਕਿਹਾ ਕਿ ਪਰਸਨਲ ਰਿਲੇਸ਼ਨ ਕਿਸੇ ਦੇ ਵੀ ਹੋ ਸਕਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਹੋਵੇ ਯਾਨੀ ਤੁਸੀਂ ਇਹ ਕਹਿੰਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਦੀ ਫੈਮਿਲੀ ਉਹਨਾਂ ਦੇ ਪਰਸਨਲ ਰਿਲੇਸ਼ਨ ਮੈਂ ਕਿਹਾ ਜੀ ਮੈਂ ਤੇ ਪੁਰਾਣੀ ਕਹੀ ਜਾਂਦਾ ਮੈਂ ਤੈਨੂੰ ਆਪ ਇਹਨੂੰ ਪੁੱਛ ਲੈ ਮੈਨੂੰ ਆਪ ਕਈ ਵਾਰ ਟੈਲੀਫੋਨ ਕਰਦਾ ਉਹਨਾਂ ਇਹਨੂੰ ਪੁੱਛ ਲੈ ਇਹਨੂੰ ਮੇਰੇ ਸਾਹਮਣੇ ਇੰਟਰਵਿਊ ਆਪਣੀ ਦੋਨਾਂ ਦੀ ਹੋਵੇ ਮੇਰੀ ਤੇ ਬਿੱਟੂ ਦੀ ਮੈਂ ਇਸ ਕਰਕੇ ਮੈਂ ਬਹੁਤ ਬਿੱਟੂ ਤੇ ਬਹੁਤ ਜਾਣਨਾ ਚਾਹੁੰਦਾ ਤੁਸੀਂ ਜ਼ਿਆਦਾ ਲਮਕਾ ਗਏ ਹੋ ਮੈਂ ਜਾਣਾ ਨਹੀਂ ਚਾਹੁੰਦਾ ਤੁਸੀਂ ਫੋਨ ਕਰਕੇ ਕਹਿੰਦੇ ਹੋ ਕਿ ਨਾ ਕੰਮ ਕਰਾਓ ਮੈਂ ਫੋਨ ਕਰਕੇ ਨਾ ਮੈਂ ਕਹਿੰਦਾ ਵੀ ਰਿਹਾ ਕਿ ਤੂੰ ਸਰਦਾਰ ਬੇਅੰਤ ਸਿੰਘ ਦਾ ਪੋਤਾ ਮੈਂ ਇਹ ਕਹਿੰਦਾ ਰਿਹਾ ਮੈਂ ਗੁਰਕੀਰਤ ਨੂੰ ਵੀ ਕਿਹਾ ਗੁਰਕੀਰਤ ਮੇਰੇ ਨਾਲ ਐਗਰੀ ਕੀਤਾ ਕਹਿੰਦਾ ਬਿਲਕੁਲ ਠੀਕ ਗੱਲ ਹੈ ਮੈਂ ਕਿਹਾ ਸਾਡੀ ਦੁਸ਼ਮਣ ਪਾਰਟੀ ਆ ਅਕਾਲੀ ਦਲ ਜਿਹੜੇ ਹਮੇਸ਼ਾ ਹੀ ਕਾਂਗਰਸ ਪਾਰਟੀ ਨੂੰ ਗਾਲਾਂ ਕੱਢੀਆਂ ਅੱਜ ਤੱਕ ਜੇ ਕਿਸੇ ਅਕਾਲੀ ਦਲ ਨੇ ਅੱਜ ਵੀ ਜੇ ਪੋਲਿਟਿਕਸ ਕਰਦੀ ਆ ਤੇ ਸਭ ਤੋਂ ਪਹਿਲਾਂ ਕਾਂਗਰਸ ਨੂੰ ਗਾਲਾਂ ਕੱਢਦੀ ਹੋਰ ਕਿਸੇ ਨੂੰ ਨਹੀਂ ਕੱਢਦੀ ਇੰਡੀਵਿਜੂਅਲੀ ਕਿਸੇ ਨੂੰ ਨਹੀਂ ਕੱਢਦੇ ਪਾਰਟੀ ਨੂੰ ਗਾਲਾਂ ਕੱਢਦੇ ਨੇ ਇਹ ਕਿਹਾ ਸੀ ਜੇ ਸਾਡੀ ਜੇ ਪਾਰਟੀ ਕਰਕੇ ਬੈਠਾ ਦੂਸਰਾ ਨੇ ਕਿਹਾ ਇਲਾਕਿਆਂ 'ਚ ਜਾਓ
ਇਹ ਆਪਣਾ ਇਲਾਕਾ ਛੱਡ ਕੇ ਤੇ ਦੂਜੀ ਵਾਰਾਂ ਛੱਡ ਕੇ ਅਸੀਂ ਤੇ 69 ਤੋਂ ਤੁਰੇ ਤੇ ਇੱਕ ਇਲਾਕੇ 'ਚ ਬੈਠੇ ਆ। ਸਾਡੀ ਫਿਕਰ ਨਾ ਕਰ। ਸਾਡੇ ਪਾਰਟੀ ਨਹੀਂ ਕਿਹਾ ਵੀ ਆਨੰਦਪੁਰ ਚਲੇ ਜਾਓ ਬਿੱਟੂ ਨੂੰ। ਉਹ ਤਾਂ ਜਿੰਨੇ ਮਰਜ਼ੀ ਕਿਹਾ, ਜਦੋਂ ਆਪ ਹੀ ਦੌੜ ਜੀ ਕੋਈ ਗੱਲ ਨਹੀਂ ਹੁੰਦੀ। ਔਰ ਇਹਦੇ 'ਚ ਮੈਂ ਵੀ ਹੁਣ ਜੇ ਕਹਾਂ, ਮੇਰੀ ਵੀ ਤਾਂ ਗਾਂਧੀ ਪਰਿਵਾਰ 'ਚ ਕਿੰਨੀ ਕੁ ਚੀਜ਼ ਹੈਗੀ। ਦੂਸਰੀ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਕਿ ਬਿੱਟੂ ਜੀ, ਮੈਨੂੰ ਬਿੱਟੂ ਨੂੰ ਵੀ ਪਤਾ ਕਿ ਮੈਂ ਮਿਨਿਸਟਰ ਕਿੰਨੇ ਬਣਾਇਆ। ਮੈਨੂੰ ਰਾਹੁਲ ਗਾਂਧੀ, ਸੋਨੀਆ ਗਾਂਧੀ, ਸੁਨੀਲ ਜਾਖੜ ਨੇ ਮਿਨਿਸਟਰ ਬਣਾਇਆ, ਮੈਨੂੰ ਕਿਸੇ ਨੇ ਨਹੀਂ ਬਣਾਇਆ। ਤੇ ਮੈਂ ਆਪਣੀ ਪਰਫਾਰਮੈਂਸ 'ਤੇ ਖੜ੍ਹਾ, ਮੈਂ ਆਪਣੀ ਓਨੈਸਟੀ 'ਤੇ ਖੜ੍ਹਾ। ਮੇਰੇ 'ਤੇ ਉਂਗਲ ਨਹੀਂ ਖੜੀ ਕਰ ਸਕਦਾ ਕੋਈ। ਤੁਸੀਂ ਕਿਹਾ ਕੈਪਟਨ ਨੂੰ ਥਾਣੇਦਾਰ ਬਣਾਇਆ ਅਸੀਂ। ਥਾਣੇਦਾਰ ਅਸੀਂ ਬਣਾਇਆ। ਥਾਣੇਦਾਰ ਤੁਸੀਂ ਕਿਹਾ ਤੁਹਾਡੇ ਤੇ ਹੀ ਕਾਰਵਾਈਆਂ ਕਰਨ ਲੱਗ ਗਿਆ। ਕਿਹੜੀ ਕਾਰਵਾਈ? ਕਾਰਵਾਈ ਕਿਹੜੀ ਸਾਡੇ 'ਤੇ? ਜਾਂ ਕਿ ਥਾਣੇਦਾਰ ਸਾਡੇ ਖਿਲਾਫ ਹੀ ਹੋ ਗਿਆ, ਤੁਸੀਂ ਇਹ ਕਿਹਾ ਨਾ। ਮੈਂ ਥਾਣੇਦਾਰ ਦੀ ਆ ਕਿ ਜਿਹੜੀ ਮੈਂ ਤੁਹਾਨੂੰ ਪਰਿਭਾਸ਼ਾ ਹੁਣ ਕਲੀਅਰ ਕਰ ਦੇਣਾ ਚਾਹੁੰਦਾ। ਤੁਸੀਂ ਕਹਿੰਦੇ ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ, ਅਸੀਂ ਤਾਂ ਲੰਬੜ ਤੇ ਆਪ ਹੀ ਆ, ਲੰਬੜਦਾਰ ਤੇ ਅਸੀਂ ਹੀ ਆ। ਸਾਡੇ ਤੋਂ ਵੱਡਾ ਲੰਬੜਦਾਰ ਕੌਣ ਬਣ ਸਕਦਾ ਜੀ? ਜਿਨ੍ਹਾਂ ਨੇ ਕਾਂਗਰਸ 2009 'ਚ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਇਆ, 2012 'ਚ ਬਣਾਇਆ, 2009 'ਚ ਮਿਸੀ ਭੱਠਲ ਮੇਰੇ ਖਿਆਲ ਲਾਈ, ਫਿਰ ਅਸੀਂ ਹੋਰਨਾਂ ਨੂੰ ਲਾਇਆ, ਪ੍ਰਤਾਪ ਬਾਜਵਾ ਨੂੰ ਲਾਇਆ, ਨਹੀਂ 16 'ਚ ਲਾਇਆ, ਪ੍ਰਤਾਪ ਬਾਜਵਾ ਨੂੰ ਲਾਇਆ, ਤੇ ਉਦੋਂ ਅਸੀਂ ਲਾਇਆ। ਤੇ ਲੰਬੜਦਾਰ ਤੇ ਅਸੀਂ ਬਣੇ ਸੀ। ਤੇ ਚੱਕੀ ਹੋਈ ਲੰਬੜਾਂ ਦੀ ਤੇ ਸਾਨੂੰ ਕੌਣ ਚੁੱਕੂਗਾ? ਚੱਕੀ ਹੋਈ ਲੰਬੜਾਂ ਦੀ ਉਹ ਨੇ ਜਿਹੜੇ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਜਿਹੜੇ ਕੋਲ ਜਾ ਕੇ ਬੈਠੇ ਨੇ, ਕਿ ਅਸੀਂ ਤਾਂ ਉਹਨਾਂ ਨੂੰ ਲਾਉਂਦੇ ਰਹੇ। ਮੈਂ ਤਾਂ ਇੱਕ ਧੰਨਵਾਦ ਜ਼ਰੂਰ ਕਰਾਂਗਾ ਕੈਪਟਨ ਸਾਹਿਬ ਦਾ। ਮਿਸਿਸ ਭੱਠਲ ਦੇ ਜਿਹੜੇ ਕੱਲ੍ਹ ਘਰ ਗਏ, ਉਹਦੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਵਿਚਾਰੀ 4.5 ਸਾਲ ਸਾਨੂੰ ਹੀ ਟੈਲੀਫੋਨ ਕਰਦੀ ਰਹੀ। ਮੈਂ ਤਾਂ ਕੈਪਟਨ ਸਾਹਿਬ ਦਾ ਹੀ ਧੰਨਵਾਦ ਕਰਦਾ। ਚਲੋ ਕੈਪਟਨ ਸਾਹਿਬ, ਸਾਡੇ ਕਰਕੇ ਜਿਹੜੇ ਵਿਚਾਰੇ ਕਾਂਗਰਸੀ ਲੀਡਰ ਏਡੇ ਪੁਰਾਣੇ ਮਾਯੂਸ ਹੋਏ ਫਿਰਦੇ ਸੀ, ਉਹਨਾਂ ਦੇ ਘਰਾਂ 'ਚ ਤੁਸੀਂ ਜਾਣਾ ਸ਼ੁਰੂ ਕੀਤਾ, ਉਹਦਾ ਤੁਹਾਡਾ ਧੰਨਵਾਦ। ਪਰ ਜਿਹੜੀ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤੁਹਾਨੂੰ ਕਿਸੇ ਨੇ ਖੜਾ ਨਹੀਂ ਕੀਤਾ ਗਾ। ਬਿਲਕੁਲ ਨਹੀਂ ਕੀਤਾ। ਅਸੀਂ ਆਪਣੇ ਮੁੱਦਿਆਂ 'ਤੇ ਖੜੇ ਹੋਏ ਹਾਂ। ਇਸ ਮੈਂ ਤਾਂ ਕਹਿ ਰਿਹਾ ਕਿਉਂਕਿ ਐਂਡ ਵਾਲੇ ਦਿਨਾਂ 'ਚ ਆ ਕੇ ਹੀ ਹੁਣ ਕਹਿਣਾ ਕੈਪਟਨ ਬਦਲ ਦੋ। ਲੋਕ ਇਹ ਤੁਹਾਨੂੰ ਸਵਾਲ ਕਰ ਰਹੇ ਨੇ ਕਿ ਪਹਿਲਾਂ ਕਿਉਂ ਨਹੀਂ ਕਿਹਾ? ਜੇ ਤੁਹਾਨੂੰ ਮੈਂ ਜਦਵਿੰਦਰ ਜੀ ਤੁਹਾਨੂੰ ਹੀ ਪੁੱਛਿਆ ਕਿ ਮੈਂ ਕਦੋਂ ਦਾ ਬੋਲ ਰਿਹਾ। ਇਹ ਗੱਲ ਨਹੀਂ ਕਿ ਹੋਰ ਤਾਂ ਕਹੀਆਂ ਤੁਸੀਂ, ਮੈਨੂੰ ਪਤਾ ਹੋਰ ਬਹੁਤ ਸਾਰੀਆਂ ਗੱਲਾਂ ਦੇ ਤੁਹਾਡੇ ਵਿਚਾਰ ਰਹੇ, ਤੁਸੀਂ ਸਰਕਾਰ ਨਾਲ ਟਕਰਾਉਂਦੇ ਵੀ ਰਹੇ। ਉਸ ਵੇਲੇ ਕੋਈ ਇਹ ਨਹੀਂ ਸੀ ਗੱਲ ਕਹਿਣੀ ਕਿ ਤੂੰ ਅਸਤੀਫਾ ਦੇ। ਮੈਂ ਤੇ ਅਸਤੀਫੇ ਦੀ ਜਿਹੜੀ ਗੱਲ ਆ, ਅੱਜ ਵੀ ਮੈਂ ਕਹਿਣਾ ਕਿ ਆਪਾਂ ਜੇ STF ਬਣਾਈ ਹੈ LK ਯਾਦਵ ਦੀ, ਉਹਦੀ ਰੈਲੇਵੈਂਸੀ ਕੀ ਹੈ? ਮੈਨੂੰ ਇਹ ਦੱਸ ਦਿਓ। ਤੁਸੀਂ ਮੈਨੂੰ ਇਹਦੀ ਕਰਕੇ ਦੱਸ ਦਿਓ। ਕਿਉਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਆ? ਕਿਉਂ ਦੱਸ ਰਹੇ ਆ? ਮੈਨੂੰ ਆਇਆ LK ਯਾਦਵ ਦਾ, ਮੈਂ ਮਿਲਣਾ। ਮੈਂ ਕਿਹਾ ਮੈਨੂੰ ਕੱਲ੍ਹ ਹੀ ਮਿਲਣਾ, ਮੈਂ ਤਾਂ ਗਵਾਹ ਹੀ ਹੈ ਨਹੀਂ। ਮੈਨੂੰ ਕੱਲ੍ਹ ਹੀ ਮਿਲਣਾ ਕਿ ਲੋਕਾਂ ਨੂੰ ਦੱਸਣਾ, ਪ੍ਰੈਸ ਨੂੰ ਦੱਸਣਾ ਕਿ ਅਸੀਂ ਸੁਖਜਿੰਦਰ ਰੰਧਾਵੇ ਨੂੰ ਵੀ ਜਾ ਕੇ ਮਿਲ ਕੇ ਆਏ ਹਾਂ। ਮੈਂ ਤਾਂ 26 ਜੁਲਾਈ 2020 ਤੋਂ ਬਾਅਦ ਇਸ ਮੀਟਿੰਗ 'ਚ ਜਾਣਾ ਬੰਦ ਕਰ ਦਿੱਤਾ, ਜਦੋਂ ਮੈਨੂੰ ਪਤਾ ਲੱਗਾ ਕਰਨਾ ਹੀ ਨਹੀਂ ਕੁਛ ਚਾਹੁੰਦੇ। ਮੈਂ ਤਾਂ ਗਿਆ ਹੀ ਨਹੀਂ। ਮੈਂ ਤਾਂ LK ਯਾਦਵ ਨੇ ਕਿਹਾ, ਮੈਂ ਕਿਹਾ ਕੀ ਮੈਨੂੰ ਪੁੱਛਣਾ ਚਾਹੁੰਦੇ ਹੋ? ਮੈਂ ਉੱਥੋਂ ਦਾ ਗਵਾਹ ਨਹੀਂ, ਮੈਂ ਵਿਟਨੈਸ ਨਹੀਂ, ਮੇਰੀ ਕੋਈ ਉਹਦੇ 'ਚ ਗਵਾਹੀ ਨਹੀਂ ਹੈਗੀ, ਤੇ ਮੇਰੇ ਕੋਲ ਕਾਹਦੇ ਲਈ ਆਉਣਾ? ਤੁਹਾਨੂੰ ਕੀ ਲੱਗਦਾ ਹੁਣ ਮਸਲੇ ਨਹੀਂ ਹੱਲ ਹੋਣਗੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ? ਮੈਨੂੰ ਇਹ ਨਹੀਂ, ਮੈਂ ਤੁਹਾਨੂੰ ਉਹ ਦੱਸ ਦਿੱਤਾ ਕਿ ਜਿਹੜੇ ਬੰਦੇ, ਜੋ ਤੁਸੀਂ ਕਹਿ ਰਹੇ ਹੋ CM ਨਾ ਰਹੇ ਦਾ ਮਤਲਬ ਇਹੀ ਹੈ ਕਿ ਮਸਲੇ ਨਹੀਂ ਹੱਲ ਹੋਣਗੇ। ਅਜੇ CM ਨਾ ਰਹਿਣ ਦੀ ਬਾਜਵਾ ਸਾਹਿਬ ਨੇ ਕਹੀ ਹੈ ਕਿ CM ਸਾਹਿਬ ਮਸਲੇ ਨਹੀਂ ਸੁਣਦੇ। ਆਪਣੀ ਕਿੰਨੀ ਵਾਰ ਇੰਟਰਵਿਊ ਹੋਈ ਹੈ, ਹਰ ਵਾਰੀ ਮੈਂ ਇਹੋ ਹੀ ਗੱਲ ਕਹੀ ਹੈ ਕਿ ਚੰਨੀ ਨੇ ਵੀ ਕਿਹਾ ਬਰਗਾੜੀ ਦਾ ਇਸ਼ੂ ਉੱਥੇ ਦਾ ਉੱਥੇ ਹੀ ਖੜਾ। ਮੈਂ ਕਿਹਾ ਨਾ ਤੁਹਾਨੂੰ ਕਦੀ, ਜਿਸ ਦਿਨ ਮੈਂ 26 ਅਗਸਤ ਨੂੰ ਮੀਟਿੰਗ ਹੋਈ ਹੈ ਕੈਬਨਿਟ, ਉੱਥੇ ਪੰਗਾ ਕਾਹਦਾ ਪਿਆ ਜੀ? ਇਹੀ ਪਿਆ, ਇਸੇ ਚੀਜ਼ 'ਤੇ ਪਿਆ। ਕੈਪਟਨ ਅਮਰਿੰਦਰ ਸਿੰਘ ਹੋਣਾ ਮੇਰੇ 'ਤੇ ਪਰਸਨਲ ਅਟੈਕ ਕੀਤਾ। ਮੈਂ ਉਸ ਦਿਨ ਮੇਰੀ ਕੋਈ ਕੈਪਟਨ ਸਾਹਿਬ ਨਾਲ ਕੋਈ ਲੜਾਈ ਨਹੀਂ ਸੀ, ਕੋਈ ਗੱਲ ਨਹੀਂ ਸੀ। ਮੈਂ ਇਹੋ ਹੀ ਕਹਿੰਦਾ ਹੁੰਦਾ ਸੀ ਕਿ ਜੀ ਆ ਜਿਹੜੇ ਵਾਈਟ ਪੇਪਰ ਲੈ ਕੇ ਆਉਣ ਲੱਗੇ ਸੀਗੇ ਵਿਧਾਨ ਸਭਾ 'ਚ, ਮੈਂ ਉਸ ਦਿਨ ਵੀ ਡਟ ਕੇ ਅਗੇਂਸਟ ਖਲੋਤਾ। ਮੈਂ ਕਿਹਾ ਜੀ ਵਾਈਟ ਪੇਪਰ ਲੈ ਕੇ ਆਉਣਾ, ਪਹਿਲੋਂ ਇਹ ਵੇਖੋ ਕਿ ਇਹਦੇ ਕੀ ਚੀਜ਼ਾਂ ਨੇ, ਕੌਣ ਆਫੀਸਰ ਇਹਦੇ ਵਿੱਚ MOU ਜਿਨ੍ਹਾਂ ਨੇ ਸਾਈਨ ਕੀਤੇ ਨੇ, ਕਿ ਉਹਨਾਂ ਨੂੰ ਅਸੀਂ ਕਹਿੰਦੇ ਕਿ ਉਹਨਾਂ ਗਲਤ ਕੀਤਾ? ਜਿਹੜੀ ਸਰਕਾਰ ਨੇ ਉਹਨਾਂ ਕੋਲੋਂ ਸਾਈਨ ਕਰਵਾਏ ਜਾਂ ਉਹਨਾਂ ਨੇ, ਮੈਂ ਜਦ ਅੱਜ ਵੀ ਮੈਂ ਇਹਨਾਂ ਚੀਜ਼ਾਂ ਦੇ ਫੇਵਰ 'ਚ ਖੜਾ ਕਿ ਜਿਹੜੇ ਆਫੀਸਰ ਨੇ ਉਹ ਸਾਈਨ ਕਰਦੇ ਨੇ ਤੇ ਅਸੀਂ ਚੁੱਕ ਕੇ ਪੋਲੀਟੀਕਲ ਬੰਦਿਆਂ ਦੇ ਅਗੇਂਸਟ ਬੋਲਣ ਲੱਗ ਪੈਂਦੇ ਹਾਂ ਕਿ ਬਾਦਲ ਨੂੰ ਅੰਦਰ ਕਰ ਦਿਓ। ਜਿਨ੍ਹਾਂ ਨੇ ਗਲਤ ਫਾਈਲਾਂ ਤਿਆਰ ਕੀਤੀਆਂ ਉਹਨਾਂ 'ਤੇ ਕਿਉਂ ਨਹੀਂ ਐਕਸ਼ਨ ਹੋਣਾ ਚਾਹੀਦਾ ਜੀ? ਕੀ ਗੱਲ ਪੋਲੀਟੀਕਲ ਬੰਦੇ ਹੀ ਸਾਰੇ ਗਲਤ ਕੰਮ ਕਰਦੇ ਆ? ਸਾਡੇ ਕੋਲ ਫਾਈਲ ਆਉਂਦੇ, ਤੁਸੀਂ ਵੇਖਿਆ ਤਾਂ ਘੁੱਗੀ ਜੀ ਮਾਰ ਕੇ ਥੱਲੇ ਤੋੜ ਦਿੰਦੇ ਆ, ਉੱਥੇ ਸਾਰੀ ਨੋਟਿੰਗ ਉਹਨਾਂ ਵੱਲੋਂ ਹੁੰਦੀ ਆ। ਅਤੇ ਇਹਦੇ 'ਚ ਜਾਂ ਤਾਂ ਉਹਦੇ 'ਚ ਨੋਟਿੰਗ ਦਿੱਤੀ ਗਈ ਹੋਵੇ ਅਤੇ ਉਹਦੇ 'ਤੇ ਵੀ ਕਰਨਾ ਚਾਹੀਦਾ। ਉਹਦੇ ਜਿਹੜੀ ਚੀਜ਼ਾਂ ਨੇ ਬੜੀ ਵਿਸਤਾਰਪੂਰਵਕ ਹੋਇਆ। ਔਰ ਤੁਹਾਨੂੰ ਪਤਾ, ਕਿਸੇ ਕੈਬਨਿਟ ਕਲੀਗ ਨੂੰ ਪੁੱਛ ਲਿਓ ਜਿਹੜੇ ਕੈਪਟਨ ਸਾਹਿਬ ਦੇ ਬਿਲਕੁਲ ਹੱਕ 'ਚ ਨੇ, ਉਹਨਾਂ ਨੂੰ ਆਖਦੇ ਆਫ ਦੀ ਰਿਕਾਰਡ ਕਰ ਦਿਓ। ਮੈਂ ਰੋਕਿਆ ਉਸ ਦਿਨ ਵਾਈਟ ਪੇਪਰ। ਮੈਂ ਕਿਹਾ ਜੀ ਇਹ ਫਾਂਸੀ ਦਾ ਫੰਦਾ ਹੋਏਗਾ ਪੰਜਾਬ ਲਈ ਇਹ ਵਾਈਟ ਪੇਪਰ। ਅੱਜ ਬੇਸ਼ੱਕ ਕਰੀ ਜਾਣ, ਮੈਨੂੰ ਪਤਾ ਲੱਗਾ ਜੀ PPA ਕੈਂਸਲ ਕਰਨਗੇ। PPA ਕੈਂਸਲ ਕਰਨ ਤੋਂ ਪਹਿਲਾਂ ਜਿਹੜੇ ਆਫੀਸਰਾਂ ਨੇ
MOU ਸਾਈਨ ਕੀਤਾ ਉਹਨਾਂ ਤੇ FIR ਹੋਣੀ ਚਾਹੀਦੀ ਆ, ਹੋਣੀ ਚਾਹੀਦੀ ਕਿ ਨਹੀਂ? ਜਾਂ ਹਾਂ ਤੁਸੀਂ ਮੈਨੂੰ ਦੇ ਦਿਓ ਕਿ ਜਿਹੜੇ ਬੰਦੇ ਫਾਈਲਾਂ ਦੇ ਉੱਤੇ ਸਾਈਨ ਕਰਦੇ ਨੇ ਉਹਨਾਂ ਦੇ ਉੱਤੇ ਕਿਉਂ ਨਹੀਂ ਐਕਸ਼ਨ? ਕਿਉਂ ਨਹੀਂ ਹੋਇਆ ਫਿਰ? ਇਹੋ ਤੇ ਲੜਾਈਆਂ ਸਾਡੀਆਂ, ਇਹੋ ਹੀ ਅੰਦਰ ਬੋਲਦੇ ਰਹੇ ਆ ਕਿ ਹੁਣ 4 ਮਹੀਨਿਆਂ 'ਚ ਕੀ ਆਪਾਂ ਕਰ ਲਾਂਗੇ, ਕੀ ਲੋਕਾਂ ਨੂੰ ਦੱਸਾਂਗੇ। ਤੁਹਾਡੀ ਨਾਰਾਜ਼ਗੀ ਇਹ ਵੀ ਸੀ ਕੈਪਟਨ ਨੇ ਕਿਹਾ ਜਿਹੜੇ ਬੁੜਬੁੜ ਕਰਦੇ ਉੱਠ ਕੇ ਚਲੇ ਜਾਓ ਮੀਟਿੰਗ 'ਚੋਂ? ਬੁੜਬੁੜ ਕਿਹੜੇ ਕਰਦੇ? ਮੈਂ ਬੁੜਬੁੜ ਉਹੀ ਮੈਂ ਹੀ ਕਰਦਾ ਸੀ, ਅੰਦਰ ਰੌਲੀ ਮੈਂ ਹੀ ਪਾਉਂਦਾ ਹੁੰਦਾ ਸੀ। ਬੁੜਬੁੜ ਨੇ ਮੀਟਿੰਗ 'ਚੋਂ ਮੇਰੀ 'ਚ ਚਲੇ ਜਾਓ, ਗੈਟ ਆਊਟ। ਉਹ ਤਾਂ ਮੈਂ ਕਹਤਾ ਕਿ ਆਹ ਲਓ ਅਸਤੀਫਾ ਲੈ ਲਓ। ਮੈਂ ਪਹਿਲਾਂ ਉਹਨਾਂ ਨੂੰ ਕਿਹਾ ਮੈਂ ਜੀ ਮੈਨੂੰ ਡਿਸਮਿਸ ਕਰ ਦਿਓ। ਉਹਨਾਂ ਨੇ ਕਿਹਾ ਜਿਹੜੇ ਬੁੜਬੁੜ ਕਰਦੇ ਆ, ਮੈਂ ਜੀ ਬੁੜਬੁੜ ਮੈਂ ਕਰਦਾ, ਮੈਂ ਬੁੜਬੁੜ ਨਹੀਂ ਕਰਦਾ, ਮੈਂ ਬੋਲ ਰਿਹਾ। ਇਹ ਮੈਂ ਕਿਹਾ, ਬੁੜਬੁੜ ਤੇ ਮੈਂ ਕਦੀ ਕੀਤਾ ਹੀ ਨਹੀਂ। ਬੁੜਬੁੜ ਕਰਦਾ ਹਾਂ ਤੇ ਮੈਂ ਦੂਸਰੇ ਵਾਂਗੂ ਚੁੱਪ ਕਰਕੇ ਘਰੇ ਬੈਠਾ ਹਾਂ ਤੇ ਤੇਰੇ ਟੈਲੀਵਿਜ਼ਨ ਤੇ ਨਾ ਆ ਕੇ ਬੈਠਾ ਜੀ ਮੈਂ ਬੁੜਬੁੜ ਕਰਦਾ ਹਾਂ। ਮੈਂ ਤੇ ਬੁੜਬੁੜ ਕਦੀ ਕੀਤਾ ਹੀ ਨਹੀਂ। ਕੀ ਉਹਦਾ ਮੁੱਢ ਇਸ ਗੱਲ ਦਾ ਉਦਣ ਵੱਜਦਾ ਹੈਗਾ 26 ਵਾਲੇ ਕੈਬਨਿਟ ਦਾ? ਨਹੀਂ ਉਦੋਂ ਤੇ ਮੈਂ ਕੱਲਾ ਹੀ ਸੀ, ਜਾਂ ਮੇਰੇ ਨਾਲ ਤੁਹਾਡੇ ਘਰ ਇਕੱਠੇ ਹੁੰਦੇ, ਉਦੋਂ ਬਾਅਦ ਹੀ ਸਾਰਾ ਫਿਰ ਕੰਸੋਲੀਡੇਸ਼ਨ ਹੁੰਦੀ ਹੈ ਨਾ। ਸਾਹਿਬ ਜਾਂ ਜਾਖੜ ਸਾਹਿਬ ਤੇ ਅਸੀਂ ਦੋਨੋਂ ਹੀ ਸੀ ਜਿਨ੍ਹਾਂ ਨੇ ਸਟੈਂਡ ਲਿਆ ਉਸ ਦਿਨ। ਮੁੜ ਕੇ ਸਰਕਾਰੀਆ ਸਾਹਿਬ ਨਾਲ ਪੰਗਾ ਪੈ ਗਿਆ, ਉਹ ਵੀ ਨਾਲ ਸਰਕਾਰੀਆ ਸਾਹਿਬ ਨਾਲ ਜਿਨ੍ਹਾਂ ਨਾਲ ਪਿਆ ਪੰਗਾ, ਸਰਕਾਰੀਆ ਸਾਹਿਬ ਤੇ ਮੈਂ ਸੁਰੇਸ਼ ਕੁਮਾਰ ਜੀ ਦਾ ਧੰਨਵਾਦ ਕਰਦਾ। ਤੇ ਅਸੀਂ ਦੋਵੇਂ ਭਰਾ ਪਿਛਲੇ 2 ਸਾਲ 'ਚੋਂ ਆਪਸ ਵਿੱਚ ਬੋਲਦੇ ਵੀ ਨਹੀਂ ਸੀਗੇ, ਨਹੀਂ ਸੀ ਬੋਲਦੇ। ਅਸੀਂ ਕੰਮ ਕਰਾਉਂਦੇ ਇੱਕ ਦੂਜੇ ਨੂੰ ਮੈਸੇਜ ਕਰ ਦਿੰਦੇ, ਕੰਮ ਵੀ ਕਰਦੇ ਸੀ। ਕਈ ਵਾਰ ਮਨ ਨੂੰ ਦੁੱਖ ਵੀ ਲੱਗਦਾ ਸੀ ਕਿ ਸਾਡੇ ਪਰਿਵਾਰਕ ਰਿਲੇਸ਼ਨ ਸੀਗੇ। ਸਰਦਾਰ ਨਰਿੰਦਰ ਸਿੰਘ ਸਰਕਾਰੀਆ ਤੇ ਮੇਰੇ ਪਿਤਾ ਜੀ ਬੈਸਟ ਫਰੈਂਡ ਸੀਗੇ, ਅਜਨਾਲਾ ਸਾਹਿਬ ਦੇ ਰਿਸ਼ਤੇਦਾਰ ਨੇ, ਤੇ ਅਸੀਂ ਦੋਵੇਂ ਭਰਾ ਆਪਸ ਵਿੱਚ ਬੋਲਦੇ ਨਹੀਂ। ਮੈਂ ਤੇ ਬਹੁਤ ਧੰਨਵਾਦ ਕਰਦਾ। ਸਰਕਾਰ ਜਾਂ ਕਾਂਗਰਸ ਪਾਰਟੀ ਵਿਛੜਿਆਂ ਨੂੰ ਮਨਾਉਣ ਲਈ ਹੈ, ਕਿਉਂਕਿ ਉਧਰੋਂ ਵੀ ਵਿਛੜੇ ਮਿਲ ਰਹੇ ਨੇ ਜਾ ਕੇ ਪ੍ਰਤਾਪ ਬਾਜਵਾ ਮਿਲ ਰਹੇ ਨੇ ਕੈਪਟਨ ਨੂੰ। ਮੈਨੂੰ ਇਹ ਨਹੀਂ ਪਤਾ, ਜਿਹੜੇ ਉਧਰ ਵਿਛੜੇ ਹੋਏ ਨੇ ਵੀ ਮਿਲ ਰਹੇ ਨੇ, ਇਧਰਲੇ ਵਿਛੜੇ ਵੀ ਮਿਲ ਰਹੇ ਨੇ। ਅਸੀਂ ਵਿਛੜੇ ਨਹੀਂ ਸੀ, ਅਸੀਂ ਸਿਰਫ ਇਸੇ ਕਰਕੇ ਕਿ ਸਾਡੇ ਥੋੜ੍ਹੇ ਬਹੁਤੇ ਸੀਗੇ, ਜਦੋਂ ਤੁਹਾਨੂੰ ਪਹਿਲਾਂ ਵੀ ਪਤਾ ਕਿ ਇੱਕ ਵਾਰ ਚੱਲੀ ਸੀ ਤੇ ਸੁਖ ਸਰਕਾਰੀਆ ਤੇ ਅਸੀਂ ਮੈਸੇਜ ਜ਼ਰੂਰ ਕਰਦੇ ਸੀ, ਇੱਕ ਦੂਜੇ ਦਾ ਕੰਮ ਵੀ ਕਰਦੇ ਸੀ, ਪੂਰੀ ਰਿਸਪੈਕਟ ਵੀ ਕਰਦੇ ਸੀ। ਪਰ ਇਹ ਜ਼ਰੂਰ ਹੈ ਕਿ ਸੁਰੇਸ਼ ਕੁਮਾਰ ਨੇ ਸਾਨੂੰ ਦੋਨਾਂ ਨੂੰ ਬੋਲਚਾਲ ਸ਼ੁਰੂ ਅੱਛਾ ਇਹ ਦੱਸੋ ਕਿ ਹਾਈ ਕਮਾਨ ਬਦਲ ਗਈ ਹੈ? ਹਾਈ ਕਮਾਨ ਦੇ ਕੋਲ ਤੁਹਾਨੂੰ ਕਹਿੰਦੇ ਟਾਈਮ ਵੀ ਨਹੀਂ, ਪਤਾ ਨਹੀਂ ਜਾਂਦਾ ਤੁਸੀਂ ਕਦੋਂ ਮਿਲਣਾਗਾ। ਹਾਈ ਕਮਾਨ ਪਹਿਲਾਂ ਕੁਝ ਕਹਿ ਰਹੀ ਸੀਗੀ, ਕਿਉਂਕਿ ਉਹ ਸਿੱਧੂ ਨੂੰ ਬਣਾਇਆ ਇੱਕ ਮੈਸੇਜ, ਹਾਈ ਕਮਾਨ ਕੁਝ ਹੋਰ ਕਰ ਰਹੀ ਸੀ ਉਦੋਂ, ਕੈਪਟਨ ਦੀ ਨਹੀਂ ਮੰਨੀ ਗਈ। ਹੁਣ ਹਾਈ ਕਮਾਨ ਕੀ ਕਰ ਰਹੀ ਹੈ? ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਲੜਾਈ ਜਿਹੜੀ ਹੈ ਨਾ, ਮੀਡੀਆ ਨੇ ਕੈਪਟਨ ਵਰਸਸ ਸਿੱਧੂ ਕਰ ਦਿੱਤੀ ਹੈ। ਬਦਕਿਸਮਤੀ ਹੈ ਪੰਜਾਬ ਦੀ। ਸਾਡੀ ਲੜਾਈ ਸੀਗੀ 5 ਇਸ਼ੂਜ਼, ਜਿਹੜੇ ਇਸ਼ੂ ਵਰਸਸ ਕੈਪਟਨ, ਇਸ਼ੂ ਵਰਸਸ ਕੈਪਟਨ ਸਾਡੀ ਉਹ ਸੀ। ਤੇ ਮੀਡੀਆ ਨੇ ਇਹੋ ਜਿਹੀ ਕਰ ਦਿੱਤੀ ਸਿੱਧੂ ਵਰਸਸ ਕੈਪਟਨ। ਅੱਜ ਵੀ ਜਿਹੜੇ ਸਿੱਧੂ ਸਾਹਿਬ ਨੇ, ਚਿਹਰਾ ਤਾਂ ਸਿੱਧੂ ਹੀ ਨਹੀਂ ਨਾ ਤੁਹਾਡਾ। ਸੁਣ ਲਓ, ਸਾਡਾ ਚਿਹਰਾ ਕਾਂਗਰਸ ਹੈ, ਇੱਕ ਗੱਲ ਨੋਟ ਕਰ ਲਿਓ। ਕੈਪਟਨ ਅਮਰਿੰਦਰ ਸਿੰਘ ਕੋਲ ਸਾਡਾ ਚਿਹਰਾ ਕਾਂਗਰਸ ਸੀ, ਅੱਜ ਵੀ ਸਾਡਾ। ਫਿਲਮ 'ਚ ਗੱਲ ਹੀਰੋ ਦੀ ਹੁੰਦੀ ਹੈ ਨਾ, ਹੀਰੋ ਤਾਂ ਤੁਹਾਡਾ ਮਤਲਬ ਹੀਰੋ ਹਾਈ ਕਮਾਂਡ ਜਿਹਨੂੰ ਕਰ ਦੇਗੀ। ਹਾਈ ਕਮਾਂਡ ਨੇ ਤਾਂ ਹੀਰੋ ਬਣਾ ਕੇ ਭੇਜਿਆ, ਹੀਰੋ ਬਣਾ ਕੇ ਭੇਜਿਆ ਹੀ, ਸਭ ਤੋਂ ਪਹਿਲਾਂ ਰਿਸੀਵ ਕੀਤਾ। ਤੇ ਉਸੇ ਚੀਜ਼ਾਂ ਦਾ ਫਿਲਮ 'ਚ ਵੀ ਹੀਰੋ ਦੀ ਗੱਲ ਹੁੰਦੀ ਹੈ, ਤੇ ਪੋਲੀਟੀਸ਼ੀਅਨ ਦਾ ਚਿਹਰਾ ਹੁੰਦਾ, ਉਹਦੀ ਗੱਲ ਉਸੇ ਚੀਜ਼ ਦਾ ਖਮਿਆਜਾ ਭੁਗਤਣਾ ਪੈ ਰਿਹਾ। ਤੇ ਸਿੱਧੂ ਨਾਲ ਖੜੇ ਹੋਏ ਕਿ ਅਸੀਂ ਸਿੱਧੂ ਨਾਲ ਨਹੀਂ ਖੜੇ ਹੋਏ, ਕਾਂਗਰਸ ਹਾਈ ਕਮਾਂਡ ਦੇ ਡਿਸੀਜਨ ਨਾਲ ਖੜੇ ਹੋਏ। ਤੁਹਾਨੂੰ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ? ਕਹਿੰਦੇ ਹਲਕਿਆਂ 'ਚ ਬਹੁਤ ਟਾਰਗੇਟ ਹੋਏ। ਕੀ ਹੋਇਆ? ਬਹੁਤ ਕੁਝ ਹੋਇਆ। ਉਹਦੇ ਕੈਪਟਨ ਸਾਹਿਬ ਨੂੰ ਵੀ ਪਤਾ, ਸਾਨੂੰ ਵੀ ਪਤਾ। ਤੁਹਾਡੇ ਅਫਸਰ ਬਦਲ ਦਿੱਤੇ ਗਏ? ਅਫਸਰਾਂ ਦੀ ਤਾਂ ਜਾਨ ਹੋਣੀ ਚਾਹੀਦੀ। ਆਫਿਸਰ ਕਿਹੜੀ ਗੱਲ ਹੁੰਦੀ ਹੈ? ਆਫਿਸਰ ਤੇ ਬਹੁਤ ਛੋਟੀ ਚੀਜ਼ ਹੈ। ਜੇ ਅਕਾਲੀ ਦੇ ਚੇਅਰਮੈਨ ਹੋਰ ਕਹਿੰਦੇ ਬਹੁਤ ਸਾਰਾ ਕੁਝ ਉਹਨਾਂ ਨੂੰ ਛੱਡ ਦਿਓ, ਬਹੁਤ ਛੋਟੀਆਂ ਚੀਜ਼ਾਂ ਨੇ ਇਹ। ਕੋਈ ਚੀਜ਼ਾਂ ਨੇ। ਤ੍ਰਿਪਤੀ ਦਾ ਰਿਸ਼ਤੇਦਾਰ ਵੀ ਬਦਲਤਾ ਕਹਿੰਦੇ। ਉਹਦੇ ਵਰਗਾ ਓਨੈਸਟ ਆਫਿਸਰ ਹੀ ਨਹੀਂ ਬਦਲ ਗਿਆ, ਫਿਰ ਕੀ ਹੋ ਗਿਆ? ਉਹ ਪਹਿਲਾਂ ਅਕਾਲੀਆਂ ਵੇਲੇ ਨਹੀਂ ਕਿਤੇ ਲੱਗਾ ਤੇ ਉਦੋਂ ਉਹਦੀ ਨੌਕਰੀ ਚਲੀ ਗਈ, ਪ੍ਰਮੋਸ਼ਨ ਹੀ ਹੋਈ ਆ। ਇਹਦਾ ਮੈਂ ਕਹਿੰਦਾ ਮੁਸਤਫਾ ਨਹੀਂ ਲੱਗਾ ਤੇ ਮੁਸਤਫਾ ਨੂੰ ਕੀ ਹੋ ਗਿਆ ਜੀ? ਮੁਸਤਫਾ ਡਿਜ਼ਰਵ ਨਹੀਂ ਸੀ ਕਰਦਾ? ਚਟੋਪਾਧਿਆਏ ਬੈਠਾ ਉਹ ਨਹੀਂ ਡਿਜ਼ਰਵ ਕਰਦਾ? ਅੱਛਾ ਇਹ ਦੱਸੋ, ਮੈਂ ਕਹਿੰਦਾ ਕਿ ਹਾਈ ਕਮਾਨ ਨੇ ਸਿੱਧੂ ਨੂੰ ਬਣਾਤਾ, ਤੁਸੀਂ ਸਿੱਧੂ ਨੂੰ ਆ ਕੇ ਵੈਲਕਮ ਕਰਤਾ, ਤੁਹਾਨੂੰ ਪ੍ਰੋਟੈਕਟ ਹੁਣ ਹਾਈ ਕਮਾਨ ਕਰ ਰਹੀ ਹੈ ਜਾਂ ਨਹੀਂ ਕਰ ਰਹੀ? ਦੇਖੋ ਅਸੀਂ ਤਾਂ ਕਾਂਗਰਸ ਨੂੰ ਪ੍ਰੋਟੈਕਟ ਕਰਨਾ, ਕਿ ਸਾਡੇ ਵੱਲੋਂ ਜਿਹੜਾ ਮਰਜ਼ੀ ਆ ਜਾਏ ਤੇ ਕਾਂਗਰਸੀ ਆ। ਜੇ 2022 ਦਾ ਚਿਹਰਾ ਕੈਪਟਨ ਨੇ, ਉਹ ਫਿਰ ਦੇਖਾਂਗੇ। ਮੰਨ ਲਓ ਜੇ ਉਹ ਤਾਂ ਜੇ ਤੇ ਜੇ ਤੇ ਪਤਾ ਨਹੀਂ ਕੀ ਹੁੰਦਾ, ਜੇ ਤੇ ਪਤਾ ਨਹੀਂ ਕੀ ਹੋ ਜਾਣਾ। ਜੇ ਐਂ ਵੀ ਹੋ ਸਕਦਾ ਕੈਪਟਨ ਨਾ ਰਹਿਣ, ਇਹ ਵੀ ਹੋ ਸਕਦਾ। ਜੇ ਤੇ ਕੁਝ ਵੀ ਹੋ ਸਕਦਾ, ਜੇ ਚ ਵੀ ਹੋ ਸਕਦਾ। ਤੁਹਾਨੂੰ ਕੀ ਲੱਗਦਾ? ਤੁਸੀਂ ਕੀ ਸੋਚ ਕੇ ਕਹਿੰਦਾ ਕਿ ਕੈਪਟਨ, ਤੁਸੀਂ ਕੀ ਸੋਚ ਕੇ ਕਿਹਾ? ਮੈਂ ਤਾਂ ਹੀ ਕਹਿੰਦਾ ਜਿਹੜੇ ਲੰਬੜਾਂ ਦੀ ਗੱਲ ਕਰਦੇ ਨਾ ਤੁਸੀਂ, ਲੰਬੜ ਹਾਈ ਕਮਾਨ ਆ ਬੇਸਿਕਲੀ। ਬਿਲਕੁਲ ਅਸੀਂ ਚੱਕੀ ਹੋਈ ਲੰਬੜਾਂ ਦੀ, ਅਸੀਂ ਜਦੋਂ ਕਹਿੰਦੇ ਨਾ ਲੰਬੜ ਹਾਈ ਕਮਾਨ ਹੀ ਹੋਊਗੀ ਨਾ। ਵੇਖੋ ਅਸੀਂ ਆਪਣੇ ਜੋ ਸਾਡੀਆਂ ਹੈਗੀਆਂ ਨੇ ਆਪਣੀ ਹਾਈ ਕਮਾਂਡ ਕੋਲੋਂ ਹੀ ਰੱਖੀਆਂ ਨੇ, ਔਰ ਉਹਨਾਂ ਨੂੰ ਕਨਵਿੰਸ ਕਰਵਾਇਆ ਕਿ ਆਹ ਸਾਡੇ ਜਿਹੜੇ 5 ਪੁਆਇੰਟ ਨੇ, ਇਹਨਾਂ 'ਚ ਦੱਸੋ ਅੱਜ ਤੱਕ ਕੀ ਹੋਇਆ। ਯਾਰ ਗੱਲ ਸੁਣੋ, ਬਰਗਾੜੀ ਇਸ਼ੂ ਕਿੱਥੇ ਗਿਆ? ਜਿਹੜੀ ਕਮੇਟੀ ਆ, ਲੜਾਈ ਤਾਂ ਇੱਥੋਂ ਹੀ ਹੋਈ ਨਾ ਉਸ ਦਿਨ ਕੈਬਨਿਟ ਦੇ ਵਿੱਚ।
ਕਿ ਮੈਨੂੰ ਇਹ ਕਿਹਾ ਗਿਆ ਕਿ ਕੁੰਵਰ ਵਿਜੇ ਪ੍ਰਤਾਪ ਤੂੰ ਲਾਇਆ, ਮੈਂ ਤੇ ਕੁੰਵਰ ਵਿਜੇ ਪ੍ਰਤਾਪ ਚਲੋ ਰਿਕਮੈਂਡ ਕੀਤਾ ਹੀ, ਤੇ ਬਾਕੀ 4 ਕਿਹਨੇ ਲਾਏ ਸੀ, ਉਹਨੂੰ ਹੀ ਰਿਸਪੌਂਸਿਬਿਲਿਟੀ ਕਿਹਦੀ ਫਿਕਸ ਹੋਣੀ ਚਾਹੀਦੀ ਆ। ਤੇ ਮੈਂ ਕਿਹਾ ਜੀ ਜਿਹੜੇ 4 ਸਾਈਨ ਕਰਾਉਣੇ ਸੀ, ਹੋਮ ਮਿਨਿਸਟਰ ਤੁਸੀਂ ਹੋ, ਤੁਸੀਂ ਕਿਉਂ ਨਹੀਂ 5 ਨੂੰ ਬੁਲਾ ਕੇ ਕਿਹਾ ਕਿ ਕਰੋ ਸਾਈਨ, ਜੇ ਨਹੀਂ ਹੈਗੇ ਤੇ ਪੰਚੋ ਇੱਕ ਬੰਦਾ ਕਿਉਂ ਕਰਾ ਲਿਆ, ਚੱਲਾਣ ਪੇਸ਼ ਨਹੀਂ ਸੀ ਹੋਣਾ ਚਾਹੀਦਾ। ਉਹ ਤੇ ਜਿਹੜਾ ਮਿਨਿਸਟਰ ਇੰਚਾਰਜ ਆ ਉਹਦੀ ਰਿਸਪੌਂਸਿਬਿਲਿਟੀ ਬਣਦੀ ਆ ਕਿ ਚਲਾਨ ਦੇਖੇ, ਇਹਦਾ ਮਤਲਬ ਆਪਾਂ ਧਿਆਨ ਹੀ ਨਹੀਂ ਕੀਤਾ। ਐਡਵੋਕੇਟ ਜਨਰਲ ਕਿੱਥੇ ਸੀ, ਉਹਨੂੰ ਨਹੀਂ ਸੀ ਪਤਾ ਕਿ ਚਲਾਨ ਤੋਂ ਪਹਿਲਾਂ 5 ਆਦਮੀ ਦੇ ਸਾਈਨ ਹੋਣੇ ਚਾਹੀਦੇ ਆ ਜਾਂ ਮੈਜੋਰਿਟੀ ਦੇ ਸਾਈਨ ਹੋਣੇ ਚਾਹੀਦੇ ਆ। ਤਾਂ ਉਹਦੇ 'ਚ ਇੱਕ ਬੰਦਾ ਚਲਾਨ ਪੇਸ਼ ਕਰੀ ਜਾ ਰਿਹਾ, 4 ਨੂੰ ਪਤਾ। ਤ੍ਰਿਪਤ ਹੋਰਾਂ ਨੇ ਕਹੀ ਦਿੱਤਾ ਕਿ ਕੈਪਟਨ ਦੇ ਬਾਦਲ ਮਿਲੇ ਹੋਏ ਨੇ। ਕਿੰਨਾ ਤ੍ਰਿਪਤ ਹੋਰਾਂ ਨੇ ਕਿਹਾ ਇਹਨਾਂ ਤੋਂ ਇਹ ਤਾਂ ਪਰਸੈਪਸ਼ਨ ਹੈਗੀ ਆ। ਤੁਹਾਡੀ ਸਾਰਿਆਂ ਦੀ ਰਾਏ ਇੱਕੋ ਹੀ ਹੈ ਨਾ, ਜਿੰਨੇ ਤੁਸੀਂ ਇਕੱਠੇ ਹੋ ਜਾਂ ਅਲੱਗ-ਅਲੱਗ ਨੇ? ਸਾਡੀ ਇੱਕੋ ਰਾਏ। ਜਿਵੇਂ ਤੁਸੀਂ ਕਿਹਾ ਤ੍ਰਿਪਤ ਦਾ ਬਿਆਨ ਆ ਇੱਕ ਪਿੱਛੇ, ਤੁਸੀਂ ਮੈਂ ਤੇ ਨਾਲ ਹੀ ਕਿਹਾ ਕਿ ਤ੍ਰਿਪਤ ਦਾ ਜਿਹੜਾ ਬਿਆਨ, ਮੈਂ ਤ੍ਰਿਪਤ ਰਜਿੰਦਰ ਸਿੰਘ ਬਾਜਵੇ ਦੇ ਬਿਆਨ ਨਾਲ ਹਰ ਨਾਲ ਖੜਾ, ਚੰਨੀ ਦੇ ਨਾਲ ਵੀ ਖੜਾ, ਚੰਨੀ ਨਾਲ ਵੀ ਖੜਾ, ਸੁਖ ਸਰਕਾਰੀਆ ਨਾਲ ਵੀ ਖੜਾ, ਮੈਂ ਹਰ MLA ਦੇ ਨਾਲ ਖੜਾ। ਉਧਰੋਂ ਉਹ ਇਕੱਠ ਕਰਕੇ ਕਹਿੰਦੇ ਬੰਦੇ ਤਾਂ ਪਿੰਡ ਸਾਡੇ ਕੋਲੇ ਨੇ। ਉਹ ਮੈਂ ਤੁਸੀਂ ਹੋਰ ਵਧਾ ਦਿੱਤੇ ਨੇ ਮੇਰੇ ਖਿਆਲ, ਪਹਿਲਾਂ 55 ਕਹਿੰਦੇ, ਤੁਸੀਂ 10 ਵਧਾ ਦਿੱਤੇ ਮੇਰੇ ਖਿਆਲ। ਉਹਨਾਂ ਤੇ ਨਹੀਂ ਭੇਜਿਆ ਤੁਹਾਨੂੰ ਇੰਟਰਵਿਊ ਕਰਨ ਲਈ? ਨਹੀਂ ਉਹਨਾਂ ਨੇ 45 ਬੰਦੇ ਉਹਨਾਂ ਨੇ ਦਾਅਵਾ ਕੀਤਾ, ਉਹਨਾਂ ਦਾ ਕਲੇਮ ਆਇਆ। ਮੇਰੀ ਗੱਲ ਸੁਣੋ, ਸਾਡਾ ਕੰਮ ਤਾਂ ਇਹ ਤੁਸੀਂ ਦੱਸ ਦਿਓ ਕਿੰਨੇ ਸੀਗੇ। ਮੈਂ ਉੱਥੇ ਗਿਆ ਨਹੀਂ, ਮੈਂ ਤੇ ਗਿਆ ਨਹੀਂ। ਜੇ ਮੈਨੂੰ ਸਾਦੇ ਸ਼ਾਇਦ ਮੈਂ ਵੀ ਚਲਾ ਜਾਂਦਾ, ਕਿਉਂਕਿ ਸੋਡੀ ਦਾ ਪਰਸਨਲ ਫੰਕਸ਼ਨ ਸੀ। ਤੁਹਾਨੂੰ ਇਨਵੀਟੇਸ਼ਨ ਨਹੀਂ ਆਇਆ? ਨਹੀਂ ਆਇਆ। ਉਹ ਤਾਂ ਕਹਿੰਦੇ ਜੀ ਉਹ ਜਦੋਂ ਅਸੀਂ ਪੁੱਛਿਆ, ਅਸੀਂ ਤੇ ਵੇਰਕਾ ਨੂੰ ਪੁੱਛਿਆ ਵੀ ਉਹਨਾਂ ਨੂੰ ਕਿਉਂ ਨਹੀਂ ਬੁਲਾਇਆ। ਵੇਰਕਾ ਨੇ ਫੰਕਸ਼ਨ ਕੀਤਾ ਨੂੰ ਅਸੀਂ, ਤੁਸੀਂ ਸਾਡੇ ਚੈਨਲ ਤੇ ਦੇਖ ਲਓ ਕੱਢ ਕੇ। ਇੱਕ ਮਿੰਟ ਸੁਣੋ, ਵੇਰਕਾ ਤੇ ਵੈਸੇ ਹੀ ਬਹੁਤ ਵੱਡੀ ਮਹਾਨ ਹਸਤੀ ਆ, ਵੇਰਕਾ ਦਾ ਫੰਕਸ਼ਨ ਸੀਗਾ ਨਾ। ਮੈਨੂੰ ਵੇਰਕੇ ਨੇ ਵੀ ਨਹੀਂ ਕਿਹਾ ਕਿ ਡਿਨਰ ਤੇ ਆ ਰਹੇ ਹੋ। ਜਿੰਨੇ ਵੀ ਤੁਸੀਂ ਇਕੱਠੇ ਹੋਏ ਸੀ, ਗੱਲ ਸੁਣ ਲਓ, ਮੈਂ ਤੁਹਾਡੀ ਉਹਦੀ ਗੱਲ ਕਰਦਾ। ਵੇਰਕਾ ਸਾਹਿਬ ਨੂੰ ਜਾ ਕੇ ਪੁੱਛ ਲਓ ਕਿ ਤੂੰ ਸੁਖਜਿੰਦਰ ਰੰਧਾਵੇ ਨੂੰ ਆਖਿਆ, ਤੇ ਨਾਲੇ ਉਹ ਕੌਣ ਕਹਿਣ ਵਾਲਾ ਮੈਨੂੰ ਸੋਡੀ ਦੇ ਘਰ ਆਓ ਜੀ। ਮੇਰੇ ਘਰ ਫੰਕਸ਼ਨ ਹੋਏ ਜਰਵਿੰਦਰ, ਤੂੰ ਇਨਵਾਈਟ ਕਰੇਗਾ ਕਿ ਮੈਂ ਕਰਾਂਗਾ? ਪਰ ਉੱਥੇ ਉਹ ਬੰਦੇ ਤਾਂ ਹੈਗੇ ਜਿਹੜੇ ਤੁਹਾਡੇ, ਜਿਵੇਂ ਬਹੁਤ ਸਾਰੇ ਮੈਂ GP ਦੇਖ ਰਿਹਾ, ਹੋਰ ਕਈ ਬੰਦੇ ਸੀ, ਗੱਲ ਸੁਣੋ, ਜਿਹੜੇ ਡੈਣੀ ਵੀ ਸੀ, ਬਹੁਤ ਸਾਰੇ ਲੋਕ ਜਿਹੜੇ ਤੁਹਾਡੇ ਕੋਲ ਵੀ ਹੁੰਦੇ ਨੇ, ਉਹਨਾਂ ਕੋਲ ਵੀ। ਜਰਵਿੰਦਰ, ਇਹ ਮੈਂ ਗੱਲ ਦਾ ਤੈਨੂੰ ਜਵਾਬ ਦੇ ਦਿੰਦਾ। ਵੇਖੋ, ਮੇਰੀ ਲੜਾਈ ਇਸ਼ੂ ਬੇਸਡ ਹੈ। ਮੈਂ ਕਦੀ ਵੀ ਇੰਡੀਵਿਜੂਅਲ ਲੜਾਈ 'ਚ ਨਹੀਂ ਪਿਆ। ਕਾਂਗਰਸ ਅਸੀਂ ਬਣਾਈ ਆ, ਜਿਨ੍ਹਾਂ ਲੋਕਾਂ ਨੇ ਨਹੀਂ ਬਣਾਈ। ਕਾਂਗਰਸ 'ਚ ਸਾਡੇ ਪਰਿਵਾਰਾਂ ਦੀ ਦੇਣ ਆ। ਸਾਡੇ ਪਰਿਵਾਰਾਂ ਨੇ ਇੰਦਰਾ ਗਾਂਧੀ ਨਾਲ 79 'ਚ ਖੜ ਕੇ ਲੜਾਈ ਲੜੀ ਆ। 69 'ਚ ਜਦੋਂ ਕਾਂਗਰਸ ਉਹ ਬਣੀ ਸੀ, ਉਸ ਵੇਲੇ ਮੇਰੇ ਫਾਦਰ MLA ਸੀ, ਉਸ ਵੇਲੇ ਇੰਦਰਾ ਗਾਂਧੀ ਪਰਿਵਾਰ ਦੇ ਨਾਲ ਅਸੀਂ ਖੜੇ ਰਹੇ ਹਾਂ। ਕਈ ਛੱਡ ਕੇ ਚਲੇ ਗਏ, ਕਈ ਆ ਗਏ, ਕਈ ਕੁਛ ਹੋ ਗਿਆ। ਹਾਈ ਕਮਾਂਡ ਸੁਣ ਕਿਉਂ ਨਹੀਂ ਰਹੀ ਤੁਹਾਨੂੰ? ਮੈਂ ਇੱਕ ਮਿੰਟ ਸੁਣੀ ਜਾਓ ਤੁਸੀਂ ਮੇਰੀ। ਸਾਡੀ ਲੜਾਈ ਇਸ਼ੂ ਬੇਸਡ ਹੈ। ਉਸ ਦਿਨ ਤੁਸੀਂ ਵੇਖਿਆ ਕਿ ਮੈਂ ਅੱਧਾ ਘੰਟਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਮੀਟਿੰਗ ਕਰਕੇ ਜਾਣਾ ਕਿ ਤ੍ਰਿਪਤ ਬਾਜਵਾ ਦੇ ਘਰੇ। 2 ਦਿਨ ਮੈਂ ਕਿਸਾਨ ਯੂਨੀਅਨ ਦੇ ਨਾਲ ਮੀਟਿੰਗ ਕਰਦਾ ਰਿਹਾ ਕਿ ਆ ਇਵੇਂ ਕਰ ਲਈਏ, ਠੀਕ ਚੱਲੀਏ, ਪੰਜਾਬ ਦਾ ਨੁਕਸਾਨ ਨਾ ਹੋਵੇ, ਇੰਡਸਟਰੀ ਵੀ ਨਾ ਬਰਬਾਦ ਹੋ ਜੇ ਅਤੇ ਕਿਸਾਨੀ ਵੀ ਨਾ ਬਰਬਾਦ ਹੋਏ। ਕੈਪਟਨ ਸਾਹਿਬ ਕਹਿ ਦੇਣ ਕਿ ਸੁਖਜਿੰਦਰ ਦਾ ਨੈਗੇਟਿਵ ਰੋਲ ਸੀ, ਅਤੇ ਮੈਂ ਕਿਹਾ ਮੈਂ ਪਬਲਿਕਲੀ ਮਾਫੀ ਮੰਗਾਂਗਾ। ਯੂਨੀਅਨ ਵਾਲੇ ਕਹਿ ਦੇਣ ਕਿ ਸੁਖਜਿੰਦਰ ਰੰਧਾਵਾ ਦਾ ਨੈਗੇਟਿਵ ਰੋਲ ਸੀ। ਜਾ ਕੇ ਬੜਾ ਔਖਾ ਹੁੰਦਾ ਬੈਠਣਾ ਕਿ ਸਾਰੇ ਤੁਹਾਡੇ ਅਗੇਂਸਟ ਬੈਠੇ ਹੋਣ, ਅਤੇ ਉਹਨਾਂ ਦੇ ਵਿੱਚ ਜਾ ਕੇ ਜੁਰਤ ਹੁੰਦੀ ਆ ਕਿ ਜੇ ਕਿਸੇ ਦੀ ਜੁਰਤ ਹੈਗੀ ਆ ਜਾ ਕੇ ਵਿੱਚ ਬੈਠਾਂ ਕਿ ਕਿਸਾਨਾਂ ਦੇ ਨਾਲ ਖੜ ਕੇ ਮੀਟਿੰਗ ਕੀਤੀ ਆ। ਅਤੇ ਫਿਰ ਜਦ ਇਹਦੇ ਤੋਂ ਕੀ ਕਰੀਏ? ਮੈਂ ਕਹਿ ਰਿਹਾ ਹੁਣ ਰੰਧਾਵਾ ਸਾਹਿਬ ਐਂ ਚੱਲਦਾ ਰਹੂਗਾ ਜਾਂ, ਮੈਂ ਵੈਸੇ ਹੀ ਪੁੱਛ ਰਿਹਾ, ਰੁਕੂਗਾ ਜਾਂ ਐਂ ਚੱਲ ਜੇ? ਕਿਉਂਕਿ ਜੇ ਨਹੀਂ ਰੁਕਦਾ ਤਾਂ ਕਾਂਗਰਸ ਤਾਂ ਡੈਮੇਜ ਹੋ ਰਹੀ ਹੈ ਸਾਰੀ। ਕਾਂਗਰਸ ਤੇ ਡੇ ਬਾਈ ਡੇ ਬਹੁਤ ਜ਼ਿਆਦਾ ਡੈਮੇਜ ਹੋ ਰਹੀ ਆ, ਬਹੁਤ ਜ਼ਿਆਦਾ ਡੈਮੇਜ ਹੋ ਰਹੀ ਆ। ਇਹਦਾ ਇੱਕ ਮੈਂ ਦੱਸ, ਹਾਈ ਕਮਾਨ ਨੂੰ ਕੀ ਹਾਈ ਕਮਾਨ ਨੂੰ ਇਹ ਗੱਲ ਸਮਝ ਨਹੀਂ ਆਉਂਦੀ? ਇੱਕ ਮਿੰਟ ਜਵਾਬ ਇਹਦਾ ਦਿੰਦਾ। ਕਹਿੰਦੇ ਰਾਹੁਲ ਗਾਂਧੀ ਤੇ ਬੜੇ ਬ੍ਰਿਲੀਅੰਟ ਨੇ, ਬੜਾ ਤੁਹਾਡੀ ਪਾਰਟੀ ਦੇ ਲੀਡਰ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ। ਦੇਖੋ, ਜੇ ਇੰਨਾ ਬ੍ਰਿਲੀਅੰਟ ਰਾਹੁਲ ਗਾਂਧੀ ਨੂੰ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਥੱਲੇ। ਸੁਖਬੀਰ ਬਾਦਲ ਆਪਣੇ ਪੰਜਾਬ ਯਾਤਰਾ ਤੇ 100 ਦਿਨ ਦੀ ਤੇ ਨਿਕਲਿਆ। ਪਹਿਲਾ ਫੰਕਸ਼ਨ ਜੀਰੇ 'ਚ ਹੋਇਆ। ਚੀਫ ਮਿਨਿਸਟਰ ਦਾ ਕੰਮ ਸੀ, ਕਿਉਂਕਿ ਉਹ ਗਵਰਨਮੈਂਟ ਦਾ ਹੈਡ ਆ। ਗਵਰਨਮੈਂਟ ਦੇ ਅਗੇਂਸਟ ਬੋਲਿਆ, ਕੈਪਟਨ ਅਮਰਿੰਦਰ ਸਿੰਘ ਦੇ ਅਗੇਂਸਟ ਬੋਲਿਆ, ਕਾਂਗਰਸ ਦੇ ਅਗੇਂਸਟ ਬੋਲਿਆ, ਜੀਰੇ ਦੇ ਵੀ ਅਗੇਂਸਟ ਬੋਲੇ। ਹੌਲੀ ਹੌਲੀ ਮੈਂ ਆਈ ਜਾਂਦਾ। ਜੀਰਾ MLA ਕਾਂਗਰਸ ਦਾ, ਮੈਂ ਕਾਂਗਰਸ ਦੇਖਿਆ ਇੰਡੀਵਿਜੂਅਲੀ ਨਹੀਂ। ਉਹ ਹਰ ਬਾਈ ਨੇਮ ਹਰ MLA ਦੇ ਬੋਲਿਆ, ਜਿੱਥੇ ਜਿੱਥੇ ਗਿਆ ਉਹਦਾ ਮਤਲਬ ਕਾਂਗਰਸ ਦੇ ਅਗੇਂਸਟ ਬੋਲ ਰਿਹਾ। ਅਤੇ ਚੀਫ ਮਿਨਿਸਟਰ ਦਾ ਕੰਮ ਨਹੀਂ ਸੀ ਕੁਲਬੀਰ ਜੀਰੇ ਨੂੰ, ਜਾਂ ਚਲੋ ਕੁਲਬੀਰ ਜੀਰੇ ਨੂੰ ਨਹੀਂ ਕਹਿਣਾ, ਉੱਥੇ ਹੋਰ ਕਿਸੇ ਨੂੰ ਕਹਿੰਦੇ ਵੀ ਮੇਰਾ ਫੰਕਸ਼ਨ ਰੱਖੋ। ਮੈਂ ਪਹੁੰਚ ਰਿਹਾ, ਉੱਥੇ ਜਵਾਬ ਦੇਣਾ ਮੁੱਖ ਮੰਤਰੀ ਅਤੇ ਕਾਂਗਰਸ ਪ੍ਰੈਜ਼ੀਡੈਂਟ ਦਾ ਕੰਮ ਹੈ। ਸਾਡਾ ਕੰਮ ਹੈ ਉੱਥੇ ਪਬਲਿਕ ਇਕੱਠੀ ਕਰਨਾ। ਅਤੇ ਜੇ ਉਹਦੇ ਤੋਂ ਪਿੱਛੇ ਹਟਾਂਗੇ ਤਾਂ ਫਿਰ ਯਾਰ ਫਾਰਮ ਹਾਊਸ 'ਚ ਬੈਠ ਕੇ ਜਾਂ ਇੱਥੇ ਬੈਠ ਕੇ MLA ਨਾਲ ਮੀਟਿੰਗਸ ਕਰਕੇ
ਤੇ ਆਪਾਂ ਕਹਾਂਗੇ ਆਪਾਂ ਲੜਾਈ ਲੜ ਰਹੇ ਹਾਂ। 2016 'ਚ ਮੈਂ ਕੈਪਟਨ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, 2016 'ਚ ਤੇ ਅਸੀਂ ਇਹਨਾਂ ਦਿਨਾਂ 'ਚ ਅੱਧਾ ਪੰਜਾਬ ਘੁੰਮ ਦਿੱਤਾ ਸੀ ਕੈਪਟਨ ਸਾਹਿਬ ਤੇ ਅਸੀਂ ਰਲ ਕੇ ਸਾਰਿਆਂ ਨੇ। ਤੇ ਜਿਹੜੇ ਅੱਜ ਨਾਲ ਬੈਠੇ ਇਹਨਾਂ 'ਚੋਂ ਤੇ ਇੱਕ ਵੀ ਨਾਲ ਨਹੀਂ ਸੀ। ਕਿਉਂ ਨਹੀਂ ਘੁੰਮ ਰਹੇ ਫਿਰ ਹੁਣ? ਮੈਨੂੰ ਕੀ ਪਤਾ, ਇਹ ਉਹਨਾਂ ਨੂੰ ਪੁੱਛੋ, ਜਾਂ ਡਾਕਟਰ ਰਾਜਕੁਮਾਰ ਦੱਸ ਸਕਦਾ। ਤ੍ਰਿਪਤ ਬਾਜਵਾ ਕਹਿੰਦੇ ਆ ਜਾਣ ਕੇ ਬੈਠਿਆ ਵੀ ਸਰਕਾਰ ਅਕਾਲੀਆਂ ਦੀ ਬਣ। ਮੇਰੀ ਗੱਲ ਸੁਣੋ, ਜਾਂ ਤੇ ਡਾਕਟਰ ਰਾਜਕੁਮਾਰ ਦੱਸ ਸਕਦਾ ਜਿਹੜਾ ਕਹਿੰਦਾ ਕਿ ਸੱਦੇ ਸੀ। ਜਦੋਂ ਤੁਹਾਨੂੰ ਇੰਨਾ ਕੁਝ ਸਮਝ ਆ ਰਿਹਾ, ਇਹ ਵੀ ਤਾਂ ਸਮਝ ਆ ਰਿਹਾ ਉਹ ਕਿਉਂ ਬੈਠੇ ਨੇ। ਮੈਂ ਦੱਸ ਰਿਹਾ ਕਿ 2016 'ਚ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਅੱਧਾ ਪੰਜਾਬ ਘੁਮਾ ਦਿੱਤਾ ਸੀ। ਪਰ ਕਹਿੰਦੇ ਕੋਵਿਡ ਆ ਰਿਹਾ ਇਸ ਵਾਰ। ਤੇ ਕੋਵਿਡ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਜਾਂਦੇ ਉੱਥੇ ਪਬਲਿਕ ਨੂੰ 1000 ਦੇ ਫੰਕਸ਼ਨ ਕਰ ਆਉਂਦੇ ਆ। ਜੇ ਜਿਹੜੇ ਹੈਗੇ ਨੇ SC ਔਰ ਲੈਂਡਲੈਸ ਉਹਨਾਂ ਦੀ ਜਾ ਸਕਦੇ ਆ। ਜੇ ਰੋਜ਼ 35 40 MLA ਨੂੰ ਮਿਲ ਸਕਦੇ ਆ, ਜੇ ਰਾਣੇ ਸੋਢੀ ਦੇ ਘਰ 100-150 ਬੰਦੇ ਦੇ ਨਾਲ ਡਿਨਰ ਕਰ ਸਕਦੇ ਆ, ਤੇ ਕੀ ਗੱਲ ਪਬਲਿਕ ਰੈਲੀਆਂ ਨਹੀਂ ਹੋ ਸਕਦੀਆਂ? ਕਿਉਂ ਨਹੀਂ ਕਰ ਰਹੇ ਫਿਰ? ਮੈਂ ਉਹੀ ਪੁੱਛਦਾ ਤੁਹਾਨੂੰ, ਸਮਝਾ ਰਿਹਾ। ਹੁਣ ਮੈਨੂੰ ਕੀ ਪਤਾ। ਮੈਂ ਹੁਣ ਤਾਂ ਬਸ ਗੱਲ ਇਹ ਹੈਗੀ ਕਿ ਤੁਸੀਂ ਮਿਲੇ ਹਾਈਕਮਾਨ ਨੂੰ, ਮਿਲੇ ਜਾਂ ਹੁਣ ਜਾਣਾਗਾ ਦੁਬਾਰਾ? ਟਾਈਮ ਦਿੱਤਾ ਤੁਹਾਨੂੰ ਕਿਸੇ ਨੇ? ਮਿਲਦੇ ਹੀ ਰਹਿੰਦੇ, ਟੈਲੀਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਹੈ। ਕੀ ਕਹਿੰਦੀ ਹੈ ਹਾਈਕਮਾਨ? ਉਹ ਤੁਹਾਨੂੰ ਮੈਂ ਨਹੀਂ ਦੱਸਾਂਗਾ। ਕੁਝ ਹੋਣ ਜਾ ਰਿਹਾ, ਬਦਲਾਅ ਹੋਣ ਜਾ ਰਿਹਾ ਕੋਈ? ਦੇਖਾਂਗੇ, ਕੋਈ ਨਹੀਂ ਦੇਖਾਂਗੇ। ਦੇਖੋ ਆ ਜਿਹੜਾ ਸੈਸ਼ਨ ਆ ਰਿਹਾ, ਮੇਰੇ ਖਿਆਲ 'ਚ ਸੈਸ਼ਨ ਲੰਬਾ ਹੋਣਾ ਚਾਹੀਦਾ ਸੀ। ਲਾਸਟ ਸੈਸ਼ਨ ਸੀ, ਸਾਨੂੰ ਆਪਣੀ ਕਾਰਗੁਜ਼ਾਰੀ ਉੱਥੇ ਦਿਖਾਉਣੀ ਚਾਹੀਦੀ। ਲੰਬੇ ਸੈਸ਼ਨ ਜੇ ਕਾਂਗਰਸੀ ਕੈਪਟਨ ਦੇ ਖਿਲਾਫ ਬੋਲ ਕੇ ਫਿਰ ਕਿਉਂ ਬੋਲ ਗਏ? ਪਤਾ ਨਹੀਂ ਨਾ, ਤੁਹਾਡੇ ਤੁਸੀਂ ਬਾਹਰ ਬੋਲ ਰਹੇ ਹੋ, ਜਦੋਂ ਅੰਦਰ ਹੀ ਬੋਲ ਸਕਦੇ ਹੋ। ਇਹ ਤੇ ਬੋਲ ਸਕਦਾ, ਤਾਂ ਨਹੀਂ ਰੱਖਿਆ ਹੋਣਾ ਨਾ ਲੰਬਾ। ਨਾ 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 ਨਾ, ਇਹ ਕਦੀ ਵੀ ਨਹੀਂ ਹੋ ਸਕਦਾ। ਹਾਂ, ਇਹ ਜ਼ਰੂਰ ਹੈ ਕਿ ਅਸੀਂ ਪੁੱਛਣਾ ਜ਼ਰੂਰ ਸੀ ਕਿ ਲੋਕਾਂ ਨਾਲ ਵਾਅਦੇ ਕੀਤੇ ਨੇ। ਉਹੀ ਗੱਲ ਹੈ, ਜੇ ਤੁਸੀਂ ਇਹ ਪੁੱਛਦੇ ਆਪਣੀ ਹੀ ਸਰਕਾਰ ਦੇ ਮੰਤਰੀ ਜਦੋਂ ਕੈਪਟਨ ਤੋਂ ਪੁੱਛਣਗੇ। ਮੇਰੀ ਗੱਲ ਸੁਣੋ, ਜਿੱਦਣ ਸਮੇਤ ਸੈਣੀ ਦੇ ਅਗੇਂਸਟ ਤ੍ਰਿਪਤ ਬਾਜਵਾ ਬੋਲਿਆ ਕਿ ਨਹੀਂ, ਤੇ ਉਦੋਂ ਤ੍ਰਿਪਤ ਬਾਜਵਾ ਮਿਨਿਸਟਰ ਹੀ ਸੀ। ਆਪਣੀ ਲੋਕਾਂ ਨੇ ਉਹਦੇ 'ਚ ਚੰਗਾ ਹੀ ਕਿਹਾ, ਮਾੜਾ ਤਾਂ ਨਹੀਂ ਕਿਹਾ। ਜੇ ਤਾਂ ਮਾੜਾ ਕਿਹਾ ਤਾਂ ਇਸ ਗੱਲ ਯਾਰ, ਸਮੇਤ ਸੈਣੀ ਨੂੰ ਵਿਜੀਲੈਂਸ ਨੂੰ ਜਿਵੇਂ ਉਹਨੇ ਡਰਾਮਾ ਕਰਨਾ ਬਣਦਾ ਸੀ। ਕੈਪਟਨ ਤਾਂ ਤੁਹਾਡੇ, ਤੁਸੀਂ ਬਿਆਨ ਦਿੱਤਾ, ਉਹਨਾਂ ਨੇ ਤੁਹਾਡੇ ਤੇ ਬਿਆਨ ਦਿੱਤਾ ਸੀ ਕੈਪਟਨ ਨੇ। ਕੈਪਟਨ ਸਾਹਿਬ ਨੇ ਜਿਹੜਾ ਕਿਹਾ ਕਿ ਪਲੇਟਫਾਰਮ ਜਿਹੜਾ, ਤੇ ਮੈਂ ਤੇ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੈਬਨਿਟ ਜਿਹੜੀ ਹੈ ਸਾਡਾ ਉਹ ਪਲੇਟਫਾਰਮ ਹੈ। ਅਸੀਂ 1 to 1 ਕੈਬਨਿਟ ਨਹੀਂ ਕਰਦੇ। VC ਦੇ ਮੈਂ ਕੀ ਬੋਲ ਪਾਵਾਂ? ਸਾਡੇ ਕੋਲ ਕਿਤੇ ਕਿਹੜਾ ਹੋਰ ਪਲੇਟਫਾਰਮ ਹੈ ਉਹ ਵੀ ਦੱਸ ਦਿੰਦੇ ਕਿ ਇਸ ਪਲੇਟਫਾਰਮ 'ਤੇ ਬੋਲੋ। ਆਪਾਂ ਤਾਂ ਬੋਲਦੇ ਹੀ ਰਹਿੰਦੇ ਹਰ ਪਲੇਟਫਾਰਮ 'ਤੇ ਹੀ। ਪਲੇਟਫਾਰਮ 'ਤੇ ਉਹ ਦੱਸਣਾ ਕਿ ਕਿਹੜੇ 'ਤੇ ਆਈਏ, ਫਿਰ ਕਿੱਦਾਂ ਬੋਲੀਏ। ਉਹਨਾਂ ਵੀ ਟਵੀਟ ਕੀਤਾ ਤੇ ਮੈਂ ਕੀਤਾ, ਉਹਨਾਂ ਮੈਨੂੰ ਜਵਾਬ ਦੇ ਦਿੱਤਾ, ਤੇ ਅਗਲਾ ਮੈਂ ਫੇਰ ਦੇ ਦੂੰਗਾ। ਇੱਕ ਅੱਧੇ ਦਿਨ 'ਚ ਫੇਰ ਆ ਜਾਏਗਾ ਕਿ ਜੀ ਮੈਂ ਤੇ ਤੁਹਾਡੇ ਕੋਲ, ਮੈਂ ਤੁਹਾਡੇ ਨਾਲ ਹੀ ਪੁੱਛ ਲੈਣਾ ਕਿ ਪਲੇਟਫਾਰਮ ਦੱਸ ਦਿਓ। ਲੋਕੀ ਸਾਨੂੰ ਸਵਾਲ ਪੁੱਛਦੇ, ਤੁਹਾਡੇ ਕੋਲ ਪਲੇਟਫਾਰਮ ਨਹੀਂ ਆ ਕੈਪਟਨ ਤੱਕ ਗੱਲ ਰੱਖਣ ਲਈ। ਕਿੱਥੇ ਆ ਕੈਬਨਿਟ ਹੋਏਗੀ ਤੇ ਪਲੇਟਫਾਰਮ ਕੈਬਨਿਟ 'ਚ ਹੀ ਗੱਲ ਕਰੂੰਗਾ। ਤਾਂ ਹੁਣ ਕੈਬਨਿਟ ਹੋ ਕੇ ਤਾਂ ਹਟੀ ਹੈ, ਤੇ ਉਹ ਤੇ VC ਤੇ ਆ। VC ਤੇ ਕੀ ਗੱਲ ਕਰਾਂਗੇ? ਇਨਫਾਰਮਲ ਕੈਬਨਿਟ ਜਿਹੜੀ ਹੁੰਦੀ ਹੁਣ ਆਫਿਸਰਾਂ ਦੇ ਸਾਹਮਣੇ ਇੱਕ ਦੂਜੇ ਦੀ ਆਪਣੀ ਕਰਾਂਗੇ, ਇਕੱਲੇ ਬੈਠਾਂਗੇ ਉੱਥੇ ਗੱਲ ਹੀ ਕਰਾਂਗੇ ਕਿ ਜਨਾਬ ਆ ਕੀ ਹੋ ਰਿਹਾ, ਕਿਉਂ ਐਡਵੋਕੇਟ ਜਨਰਲ ਹਰ ਕੇਸ ਹਾਰ ਰਿਹਾ, ਕਿਉਂ ਜਿਹੜੇ ਹੈਗੇ ਨੇ ਹੋਮ ਸੈਕਟਰੀ ਕਿੱਥੋਂ ਲਿਆ ਕੇ ਵਕੀਲ ਕਰ ਰਹੇ ਹੋ, ਕਿੰਨੇ ਮਹਿੰਗੇ। ਜੇ ਸਾਡੇ ਕੋਲ ਐਡਵੋਕੇਟ ਜਨਰਲ ਦਾ ਆਫਿਸ ਹੀ ਨਹੀਂ ਹੈਗਾ, ਜੋ ਆਪ ਹੀ ਪੇਸ਼ ਹੋਣ ਨੂੰ ਤਿਆਰ ਨਹੀਂ, ਤੇ ਫਿਰ ਇਹਨੂੰ ਆਊਟਸੋਰਸ ਕਰ ਦਿਓ, ਵਧੀਆ ਵਕੀਲ ਹਾਇਰ ਕਰੋ ਤੇ ਕੇਸ ਲੜੀ ਜਾਓ। ਇਹ ਤਾਂ ਦੇਖਣਾ ਪਏਗਾ ਕਿ ਨਹੀਂ। ਪੰਜਾਬ ਦਾ ਪੈਸਾ ਤਾਂ ਨਾ ਖਰਾਬ ਹੋਣ ਦਈਏ। ਇੰਨੇ ਕਰੋੜ ਵਾਲੇ ਦਿੱਲੀੋਂ, ਹਰ ਛੋਟੇ ਕੇਸ ਦੇ ਉੱਤੇ ਵੀ ਦਿੱਲੀ ਦੇ ਵਕੀਲ ਕਰਨੇ ਨੇ, ਤੇ ਉਹ ਅਸੀਂ ਕੇਸ ਵੀ ਹਾਰੀ ਜਾਂਦੇ ਹਾਂ। ਬੇਲ ਕਰਨ ਲਈ ਅਸੀਂ ਖਲੋਤੇ ਹਾਂ ਉਹਦੀ ਸਮੇਤ ਸੈਣੀ ਦੀ, ਤੇ ਅਸੀਂ ਦਿੱਲੀੋਂ ਵਕੀਲ ਕਰ ਰਹੇ ਹਾਂ। ਤੇ ਇੱਥੋਂ ਪੰਜਾਬ ਦਾ ਵਕੀਲ ਜਿਹੜੇ ਨੇ ਉਹ ਜੇ ਪੰਜਾਬ ਦੇ ਵਕੀਲ ਉਹ ਵੀ ਐਡੇ ਸੀਨੀਅਰ ਵਕੀਲ ਨਹੀਂ, ਤੇ ਉਹਨਾਂ ਕੋਲੋਂ ਬੇਲ ਲੈ ਜਾਂਦਾ, ਤੇ ਯਾਰ ਅਸੀਂ ਐਡੇ ਮਹਿੰਗੇ ਵਕੀਲ ਕਰ ਲਏ ਨੇ, ਤੇ ਅਸੀਂ ਫੇਰ ਹਾਰ ਜਾਂਦੇ ਹਾਂ ਕੇਸ। ਇਹਦੀ ਸਮੀਖਿਆ ਹੋਣੀ ਚਾਹੀਦੀ ਕਿ ਨਹੀਂ? ਇਹਦੇ ਬਾਰੇ ਚਰਚਾ ਹੋਣੀ ਚਾਹੀਦੀ ਹੈ ਕਿ ਨਹੀਂ, ਕਿ ਕਿੱਥੇ ਕਮੀਆਂ ਨੇ। ਜਿਹੜੇ DGP ਵਿਜੀਲੈਂਸ ਹੈ, ਸਮੀਖਿਆ ਹੋਣੀ ਚਾਹੀਦੀ ਕਿ ਨਹੀਂ, ਕਿ ਕਿਉਂ ਇੰਨਾ ਸਾਡੇ ਕੋਲ ਹੁੰਦਾ ਰਿਹਾ। ਦੱਸੋ, ਤੁਹਾਨੂੰ ਇਹ ਤਾਂ ਨਹੀਂ ਲੱਗਦਾ ਜੋ ਤੁਸੀਂ ਮੋਰਚਾ ਖੋਲ੍ਹਤਾ ਇਹ 'ਚ ਕੋਈ ਗਲਤੀ ਹੋਊਗੀ ਤੁਹਾਡਾ, ਜਾਂ ਤੁਹਾਨੂੰ ਲੱਗਦਾ ਬਿਲਕੁਲ ਠੀਕ ਆ, ਪਿੱਛੇ ਨਹੀਂ ਹਟੋਗੇ ਇਹਦੇ ਤੋਂ? ਅਸੀਂ ਬਿਲਕੁਲ ਠੀਕ ਆ ਨਾ। ਜਦ ਤੁਹਾਨੂੰ ਯਾਦ ਹੋਣਾ, ਕਿਉਂਕਿ ਚੋਣਾਂ ਨੇੜੇ ਨੇ। ਚੋਣਾਂ ਨੇੜੇ ਦੀ ਗੱਲ, ਤੁਹਾਡਾ ਮੰਤਰੀ ਪਦ ਦੂਰ ਵੀ ਨੇੜੇ ਬਦਲਦਾ ਤਾਂ ਬਦਲ ਜਾਵੇ, ਕੋਈ ਤੁਹਾਨੂੰ ਮਸਲਾ ਨਹੀਂ। ਇੱਕ ਮਿੰਟ ਸੁਣੋ, ਤੁਹਾਨੂੰ ਯਾਦ ਹੋਣਾ ਅੱਜ ਤੋਂ 2-2.5 ਸਾਲ ਪਹਿਲਾਂ ਰਾਜ ਜੀ ਦੀ ਕੈਬਨਿਟ ਦੇ ਵਿੱਚ ਬਹੁਤ ਰੌਲੀ ਪਈ ਸੀ।
ਅੱਜ ਉਹ ਰਾਜਨੀਤ ਇੱਥੇ ਚੁੱਕ ਕੇ ਵਿਜੀਲੈਂਸ ਦੇ ਉੱਤੇ ਲਾਇਆ। ਯਾਰ ਜਿਹੜੇ ਬੰਦੇ ਦੇ ਅਗੇਂਸਟ ਕਿਹਾ ਕਿ ਇਹਦੇ ਇਹਨੂੰ ਕੱਢੋ, ਤੇ ਇਹਦੇ ਤੋਂ ਆਪਾਂ ਕੀ ਚਾਹੁੰਦੇ ਹਾਂ? ਕਿੰਨੀ ਕਿਹੜੀ ਰੌਲੀ ਕਹਿੰਦੇ ਅਸੀਂ ਗੱਤਕਾ ਖੇਡਦੇ ਬਾਹਰ ਨਿਕਲ ਕੇ ਅੰਦਰ ਕਹਿ ਹੀ ਸਕਦੇ ਹਾਂ, ਜਾਂ ਤੇ ਗੱਤਕਾ ਖੇਡਣ ਲੱਗ ਪੈਂਦੇ। ਅਸੀਂ ਤਾਂ ਟਾਈਮ ਟੂ ਟਾਈਮ ਇਹਨੂੰ ਹੀ ਕਹਿੰਦੇ ਹੁੰਦੇ ਕਿ ਟਾਈਮ ਟੂ ਟਾਈਮ ਰੌਲੀ ਪਾਉਂਦੇ ਰਹੇ ਹਾਂ। ਅਸੀਂ ਤਾਂ ਰੌਲੀ ਤੇਰੇ PTC ਦੇ ਵੀ ਅਗੇਂਸਟ ਪਾਈ ਫਾਸਟਵੇ 'ਤੇ, ਸਾਡੀ ਕਿਸੇ ਨੇ ਸੁਣੀ ਨਹੀਂ, ਓਪਨਲੀ ਬੋਲਦੇ ਰਹੇ ਹਾਂ। ਤੇ ਤੁਸੀਂ ਹੁਣ ਮੈਨੂੰ ਮੈਂ ਪੁੱਛ ਰਿਹਾ ਨਹੀਂ, ਤੁਹਾਨੂੰ ਹੁਣ ਕੀ ਲੱਗਦਾ ਫਿਰ ਗੱਲ ਕਿੱਥੇ ਨਿਬੜੂਗੀ? ਮੈਂ ਜੇ ਲਾਸਟ ਸਵਾਲ ਕਰਾਂ, ਗੱਲ ਕਿੱਥੇ ਨਿਬੜ ਰਹੀ ਹੈ? ਇਹ ਤੇ ਹਾਈ ਕਮਾਂਡ ਕੋਲ ਨਿਬੜੇਗੀ। ਕਦੋਂ ਨਿਬੜੇਗੀ ਹਾਈ? ਇਹ ਤੇ ਹੁਣ ਉਹਨਾਂ ਨੂੰ ਪਤਾ। ਮੈਂ ਤੇ ਹਾਈ ਕਮਾਂਡ 'ਚ ਜਨਰਲ ਸੈਕਟਰੀ ਵੀ ਨਹੀਂ ਗਾ। ਤੁਸੀਂ ਹਰੀਸ਼ ਰਾਵਤ ਕੋਲ ਗਏ, ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੜਾ ਕੁਝ ਵਿਚਾਰੇ ਹਰੀਸ਼ ਰਾਵਤ ਜੀ ਤੇ ਕਈ ਵਾਰ ਬੋਲ ਜਾਂਦੇ, ਕਈ ਕੁਝ ਪਿਛਲੀਆਂ ਵੀ ਉਹ ਤੇ ਹਰ ਰੋਜ਼ ਹੀ ਸਟੇਟਮੈਂਟ ਕਰਦੇ। ਤੁਹਾਨੂੰ ਉਦੋਂ ਨਮੋਸ਼ੀ ਹੋਈ ਵੈਸੇ, ਕਿਉਂਕਿ ਤੁਸੀਂ ਗਏ? ਸਾਨੂੰ ਕੋਈ ਨਮੋਸ਼ੀ ਨਹੀਂ। ਤੁਸੀਂ ਤਾਂ ਮਸਲਾ ਲੈ ਕੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਆਪਣਾ ਉੱਥੇ ਰੱਖ ਦਿੱਤਾ। ਉਹਨਾਂ ਨੇ ਨਾਲ ਦੀ ਨਾਲ ਸਟੇਟਮੈਂਟ ਦਿੱਤੀ ਕਿ 2022 ਲਈ ਕੈਪਟਨ ਸੀ। ਵੇਖੋ ਗੱਲ ਸੁਣੋ, ਇਹ ਤੇ ਉਹਨਾਂ ਨੂੰ ਵੀ ਨਹੀਂ ਪਤਾ ਹੋਣਾ ਮੇਰੇ ਖਿਆਲ ਕਿ ਉਹ ਆਪ ਹੀ ਕਹਿੰਦੇ ਫਿਰਦੇ ਮੈਨੂੰ ਉੱਥੇ ਭੇਜ ਦਿਓ ਵਾਪਸ। ਜੇ ਮੇਰੀ ਗੱਲ ਸੁਣ ਜਰਵਿੰਦਰ, ਤੂੰ ਹਰ ਚੀਜ਼ ਨੂੰ ਜੇ ਲਾਉਣਾ ਤੇ ਜੇ ਪੂਰੀ ਰਾਜਨੀਤੀ ਹਾਈਪੋਥੈਟੀਕਲ ਹੁੰਦੀ ਹੈ, ਪੂਰੀ ਰਿਸਰਚ ਹਾਈਪੋਥੀਸਿਸ ਦੇ ਉੱਤੇ ਬਣੀ ਹੁੰਦੀ ਹੈ। ਮੈਂ ਤਾਂ ਕਹਿ ਰਿਹਾਗਾ ਮੈਂ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਜੇ ਉਹਨਾਂ ਨੂੰ ਨਹੀਂ ਪਤਾ, ਇੱਕ ਮਿੰਟ ਸੁਣ ਲਓ, ਇਹ ਵੀ ਹੋ ਸਕਦਾ। ਇੱਕ ਮਿੰਟ ਸੁਣ ਲਾ। 2016 'ਚ ਅਸੀਂ ਲੜਾਈ ਸ਼ੁਰੂ ਕੀਤੀ, ਪ੍ਰਤਾਪ ਸਿੰਘ ਬਾਜਵਾ ਲਾ ਕੇ ਤੇ ਕੈਪਟਨ ਅਮਰਿੰਦਰ ਸਿੰਘ ਬਣਾਇਆ। ਉਦੋਂ ਵੀ ਤੁਸੀਂ ਸਾਨੂੰ ਇਹੀ ਸਵਾਲ ਪੁੱਛਦੇ ਸੀ ਕਿ ਥੋੜ੍ਹੇ ਦਿਨ ਰਹਿ ਗਏ ਇਲੈਕਸ਼ਨਾਂ 'ਚ, ਇਹੋ ਹੀ ਚੱਲਦੇ ਸੀ। ਇਹ ਕਰਕੇ ਕੋਈ ਫਿਕਰ ਨਾ ਕਰੋ। ਯਾਨੀ 2016 ਵਾਲੀ ਗੱਲ ਫਿਰ ਰਿਪੀਟ ਹੋਊਗੀ? ਪਤਾ ਨਹੀਂ, ਕਹਿੰਦੇ ਹਿਸਟਰੀ ਰਿਪੀਟਡ। ਆਪੇ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਤੇ ਆਪੇ ਦੱਸਾਂਗੇ। ਕੈਪਟਨ ਰਹਿਣਗੇ ਜਾਣਗੇ? ਇਹ ਤੇ ਹੁਣ ਪਤਾ ਨਹੀਂ ਸੀ, ਵੇਖਾਂਗੇ। ਪਰ ਇਹ ਜ਼ਰੂਰ ਆ ਕਿ ਇਹ ਸੈਸ਼ਨ ਲੰਬਾ ਹੋਣਾ ਚਾਹੀਦਾ ਸੀ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ। ਪਰ ਕਹਿੰਦੇ ਉਹਨਾਂ ਦੀ ਜਿਹੜੀ ਸ਼ਹਾਦਤ ਤੇ ਉਹਨਾਂ ਦਾ ਜੋ ਦੇਣ ਆ, ਉਹ ਤੋਂ ਵੱਡੀ ਕੋਈ ਦੇਣ ਨਹੀਂ। ਉਹਦੇ ਲਈ ਇੱਕ ਦਿਨ ਉਹਦੇ ਲਈ ਡੈਡੀਕੇਟਡ ਹੁੰਦਾ। ਉਹਦੇ ਬਾਅਦ ਪੰਜਾਬ ਦੀ ਜਿਹੜੀ ਅਸੀਂ ਗੱਲਾਂ ਕੀਤੀਆਂ ਨੇ, ਜੋ ਡਿਵੈਲਪਮੈਂਟ ਕੀਤੀ ਆ, ਸਾਨੂੰ ਆਪੋਜੀਸ਼ਨ ਦਾ ਠੋਕ ਕੇ ਜਵਾਬ ਦੇਣਾ ਚਾਹੀਦਾ ਸੀ। ਇਹ ਸਾਡੀ ਇਲੈਕਸ਼ਨ ਦੀ ਸ਼ੁਰੂਆਤ ਹੀ ਸੀ, ਇਹ ਸੈਸ਼ਨ। ਇਹਦੇ ਤੋਂ ਭੱਜਣਾ ਨਹੀਂ ਚਾਹੀਦਾ। ਜਦੋਂ ਮੈਂ ਸਵਾਲ ਪੁੱਛਦਾ ਕਿ ਕੈਪਟਨ ਰਹਿਣਗੇ ਜਾਂ ਜਾਣਗੇ, ਤੁਸੀਂ ਹੱਸ ਪੈਂਦੇ ਹੋ, ਇਹਦਾ ਮਤਲਬ ਕੀ ਹੈਗਾ? ਇਹ ਤਾਂ ਹੁਣ ਜੋ ਮਰਜ਼ੀ ਕੱਢੀ ਜਾਓ। ਤੁਹਾਡੀ ਹਾਸੇ ਨੂੰ ਅਸੀਂ ਡੀਕੋਡ ਕਿਵੇਂ ਕਰੀਏ? ਇਹ ਹੁਣ ਪਤਾ ਨਹੀਂ, ਜਿੰਨੀ ਤੈਨੂੰ ਪੱਤਰਕਾਰੀ ਆਉਂਦੀ ਉਹਦੀ ਮੈਨੂੰ ਆਉਂਦੀ, ਜੋ ਮਰਜ਼ੀ ਜਦੋਂ ਮਰਜ਼ੀ ਘੁਮਾ ਦਿਓ। ਪਰ ਇੱਕ ਜ਼ਰੂਰ ਆ ਕਿ ਯਾਰ ਪੱਤਰਕਾਰੀ ਇੰਨੀ ਕੁ ਨੀਵੀਂ ਨਹੀਂ ਜਾਣੀ ਚਾਹੀਦੀ ਕਿ ਜਿੱਥੇ ਵੀ ਅਸੀਂ ਤੁਰੇ ਜਾਂਦੇ ਹੋਏ ਤੇ ਮਗਰ ਕੈਮਰੇ। ਸ਼ਰਮ ਆਉਂਦੀ ਹੈ ਸਾਨੂੰ ਹਰ ਥਾਂ ਅੱਗੇ ਕੈਮਰਾ ਖੜਾ ਕਰਨਾ। ਤੂੰ ਇੰਟੈਲੀਜੈਂਟ ਬੰਦਾ, ਤੁਹਾਡੇ ਆਦਮੀ ਤਾਂ ਨਹੀਂ ਆਉਂਦੇ, ਪਰ ਇੱਥੇ ਕਿ ਇਹ ਜੇ ਗੱਡੀਆਂ ਜਾ ਰਹੀਆਂ ਨੇ ਪਿੱਛੇ ਵਕਤ ਦਿਖਾਈ ਜਾ ਰਿਹਾ, ਇਹ ਕੋਈ ਬਣਦਾ? ਸਾਡੀ ਪ੍ਰਾਈਵੇਸੀ ਵੀ ਤਾਂ ਕੋਈ ਹੈਗੀ ਆ, ਸਾਡੀ ਪਰਸਨਲ ਲਾਈਫ ਵੀ ਕੋਈ ਹੈਗੀ ਆ, ਸਾਡਾ ਕੋਈ ਆਪਣਾ ਆਪ ਵੀ ਹੈਗਾ। ਮੈਂ ਤੁਹਾਨੂੰ ਅੱਗੇ ਉੱਤੇ ਬੈਠਿਆਂ ਦੱਸਿਆ। ਪਰ ਇਹ ਕਿਹਾ ਜਾਂਦਾ ਪੋਲੀਟੀਕਲ ਬੰਦੇ ਦੀ ਕੋਈ ਪਰਸਨਲ ਲਾਈਫ ਨਹੀਂ ਹੁੰਦੀ। ਬਿਲਕੁਲ ਬੰਦੇ ਦੀ ਪਰਸਨਲ ਲਾਈਫ ਹੁੰਦੀ ਆ, ਪਰਸਨਲ ਲਾਈਫ ਸਾਡੀ ਹੈਗੀ ਆ। ਕਦੋਂ ਕਦੇ ਤੁਸੀਂ ਜਨਤਕ ਖੇਤਰ 'ਚ ਕਿਸੇ 'ਚ ਵੀ ਆ ਜਾਂਦੇ ਹੋ, ਫਿਰ ਤੁਹਾਨੂੰ ਬਿਲਕੁਲ ਨਹੀਂ। ਸਾਡੀ ਜਿਸ ਵੇਲੇ ਖੜੇ ਆ, ਤੁਸੀਂ ਮੇਰੇ ਕੋਲੋਂ ਇੰਟਰਵਿਊ ਕਰ ਰਹੇ ਹੋ, ਮੈਂ ਤੁਹਾਨੂੰ ਨਾ ਨਹੀਂ। ਤੁਸੀਂ ਆਪਣੇ ਰਿਸ਼ਤਿਆਂ 'ਚ ਜਾਣਾ, ਹੋਰ ਜਾਣਾ, ਉਹ ਤਾਂ ਚੱਲ ਉਹਨਾਂ ਦੇ ਬੇਟੀ ਦੇ ਘਰ ਗਿਆ, ਉੱਥੇ ਬਾਹਰ ਖੜੇ ਨੇ। ਯਾਰ ਗੱਲ ਬਣਦੀ ਥੋੜ੍ਹੀ ਹੈ ਜੀ ਕਿ ਬੱਚਿਆਂ ਦੇ ਘਰਾਂ ਦੇ ਬਾਹਰ ਵੀ ਖਲੋਤੇ ਹੋਣ। ਇਹ ਚੀਜ਼ਾਂ 'ਤੇ ਇਹ ਮੈਂ ਤਾਂ ਕਿਹਾ ਕਿ ਥੋੜ੍ਹਾ ਜਿਹਾ ਮੇਰਾ ਖਿਆਲ ਕਿ ਮੈਂ ਇਹੋ ਜਿਹਾ ਮਿਨਿਸਟਰ ਵੇਖਿਆ ਜਿਹੜੀਆਂ ਕਦੀ ਵੀ ਕਿਸੇ ਨੂੰ ਨਾ ਨਹੀਂ ਕੀਤੀ ਕਿ ਮੈਂ ਨਹੀਂ ਮਿਲਦਾ ਤੈਨੂੰ। ਤੁਸੀਂ ਜਦੋਂ ਆਉਂਦੇ, ਮੈਂ ਕਦੀ ਕਿਸੇ ਨੂੰ ਨਾ ਕੀਤੀ ਆ, ਮੈਂ ਕਹਿੰਦਾ ਆ ਜਾਓਗੇ। ਕਿਤੇ ਐਂ ਤਾਂ ਨਹੀਂ ਹੋਏਗਾ ਜੇ ਮਤਲਬ ਤੁਹਾਡੀਆਂ ਆਪਦੀਆਂ ਨੇ, ਤੁਸੀਂ ਇਹ ਮੰਨ ਕੇ ਹੀ ਚੱਲ ਰਹੇ ਹੋ? ਜੇ ਤੁਸੀਂ ਇਹ ਮੰਨ ਰਹੇ ਹੋ ਕਿ 2016 'ਚ ਕੋਈ ਬਾਜਵਾ ਵੀ ਗਏ ਸੀ, ਤੁਹਾਡੇ ਕਹਿਣ ਦਾ ਮਤਲਬ ਇਹ ਕੈਪਟਨ ਵੀ ਚਲੇ ਜਾਣਗੇ? ਵੇਖੋ ਪੋਲੀਟਿਕਸ ਦੇ ਵਿੱਚ ਇੱਕ ਚੀਜ਼ ਮੈਂ ਇਹ ਦੱਸ ਦੇਣੀ ਚਾਹੁੰਦਾ ਕਿ ਕੋਈ ਵੀ ਪਰਮਾਨੈਂਟ ਦੁਸ਼ਮਣ ਨਹੀਂ ਤੇ ਕੋਈ ਵੀ ਪਰਮਾਨੈਂਟ ਤੁਹਾਡਾ ਦੋਸਤ ਨਹੀਂ। ਇਹ ਤਾਂ ਮੰਨ ਗਏ ਉਹਨਾਂ ਦਾ। ਜਿਹੜੇ ਇਹਨਾਂ ਨਾਲ ਕੁਝ ਬੋਲਦੇ ਰਹੇ ਤੇ ਉਹਨਾਂ ਦੇ ਅਗੇਂਸਟ ਮੈਂ ਇਹਨੇ ਤਸਕਰ ਨੇ, ਮੈਂ ਪੰਜਾਬ 'ਚ ਨਹੀਂ ਵੜਨ ਦਿਆਂਗਾ। ਅਗਲਾ ਕਹਿੰਦਾ ਇਹੋ ਜਿਹਾ ਮਾੜਾ ਮੁੱਖ ਮੰਤਰੀ। ਜਦੋਂ ਤੁਸੀਂ ਲੰਬੜਾਂ ਨਾਲ ਰਲ ਕੇ ਜਾ ਕੇ, ਫਿਰ ਉਹਨਾਂ ਨੇ ਤਾਂ ਕੋਈ ਹੋਰ ਤਾਂ ਲਿਆਉਣੇ ਸੀ ਥੱਲੇ। ਲੰਬੜ ਤੇ ਅਸੀਂ ਸੀਗੇ। ਮੈਂ ਤਾਂ ਤੈਨੂੰ ਕਹੀ ਜਾਂਦਾ ਸਾਡੇ ਲੰਬੜਾਂ ਨੇ ਚੱਕ ਤਾਂ ਫਿਰ ਗਏ ਨੇ ਉਧਰ, ਫਿਰ ਉਹਨਾਂ ਨੇ ਪ੍ਰਤਾਪ ਬਾਜਵਾ ਹੋਰੀ ਬੁਲਾਏ। ਮੇਰੀ ਗੱਲ ਸੁਣੋ, ਲੰਬੜਦਾਰ ਤੇ ਅਸੀਂ ਸੀ। ਅਸੀਂ ਲੰਬੜਦਾਰ ਦਾ ਗਲਤੀ ਫਿਰ ਤੁਸੀਂ ਕਿਤੇ ਚੰਗੀ ਭਲੀ ਤੁਹਾਡੇ ਕੋਲ ਲੰਬੜਦਾਰੀ, ਫਿਰ ਲੰਬੜਦਾਰੀ ਸੁਣ ਲਓ, ਇੱਕ ਮਿੰਟ ਸੁਣ ਲਓ। ਪੁਰਾਣੇ ਨਾ ਗਜ਼ਟੀਅਰ ਕੱਢੋ, ਜਾ ਕੇ ਪੜ੍ਹੋ। ਉਹਦੇ 'ਚ ਨੰਬਰਦਾਰ ਜਿਹੜਾ ਸੀ ਪੰਜਾਬ ਦਾ ਸਭ ਤੋਂ ਇੰਟੈਲੀਜੈਂਟ ਬੰਦਾ ਮੰਨਿਆ ਜਾਂਦਾ ਸੀ, ਜਿਹੜਾ DC ਨੂੰ ਉਸ ਟਾਈਮ DC ਨੂੰ ਦੱਸ ਦਿੰਦੇ ਕਿ ਪਿੰਡ 'ਚ ਆ ਗਲਤੀਆਂ ਹੁੰਦੀਆਂ ਨੇ। ਤੇ ਅਸੀਂ ਤਾਂ ਯਾਰ ਗਲਤੀਆਂ ਹੀ ਦੱਸਦੇ ਰਹੇ ਹਾਂ। ਲੰਬੜਦਾਰ ਤੇ ਉਹ ਕਿ ਗਲਤੀਆਂ ਦੱਸਦੇ ਰਹੇ, ਨਹੀਂ ਥਾਣੇਦਾਰ ਮੰਨਿਆ ਤੇ ਸਾਡਾ ਕੀ ਕਸੂਰ ਆ?
ਅਸੀਂ ਤਾਂ ਲੰਬੜਦਾਰੀ ਪੂਰੀ ਕੀਤੀ, ਆਪਣਾ ਫਰਜ਼ ਨਿਭਾਇਆ ਕਿ ਆਹ ਸਾਡੀਆਂ ਗਲਤੀਆਂ ਨੇ ਜੀ, ਇਹਨਾਂ ਨੂੰ ਕਰੀਏ, ਠੀਕ ਕਰੀਏ। ਲੋਕਾਂ ਨਾਲ ਵਾਅਦੇ ਕੀਤੇ ਨੇ, ਕਸਮਾਂ ਖਾਧੀਆਂ ਨੇ, ਬੋਲੇ ਸੋਨ ਹਲਕਿਆ। ਸਿੱਕੀ ਸਾਹਿਬ ਨੇ ਗੁਟਕਾ ਸਾਹਿਬ ਫੜਾਇਆ, ਹੱਥ ਪਤਾ ਨਹੀਂ ਕਿੰਨੇ ਇਹਨਾਂ ਦੇ। ਇਹ ਨਹੀਂ ਹੋ ਸਕਦਾ ਥਾਣੇਦਾਰ ਸਾਹਿਬ ਕੋਲ ਤੁਸੀਂ ਜਾਓ ਤੇ ਗੱਲ ਸਾਰੀ ਆਪਦੇ ਅਸੀਂ ਤਾਂ ਜਾਂਦੇ ਹੀ ਨਹੀਂ। ਸ਼ਿਕਵੇ ਮਿਟਾ ਲਓ। ਕਿਹੜੇ ਗਿਲੇ ਸ਼ਿਕਵੇ? ਜਿਹੜੇ ਵੀ ਆ ਸਾਰੇ। ਸਾਡਾ ਗਿਲਾ ਸ਼ਿਕਵਾ ਨਹੀਂ, 4-5 ਸਾਡੇ ਗਿਲੇ ਸ਼ਿਕਵੇ ਨੇ ਜਿਹੜੇ ਅਸੀਂ ਹਮੇਸ਼ਾ ਟਾਈਮ ਟੂ ਟਾਈਮ ਉਠਾਉਂਦੇ ਰਹੇ ਹਾਂ। ਬਿਜਲੀ ਦਾ ਸਭ ਤੋਂ ਵੱਡਾ ਮੁੱਦਾ, ਆਪ ਹੀ ਕੈਪਟਨ ਸਾਹਿਬ ਇਲੈਕਸ਼ਨ ਤੋਂ ਪਹਿਲੇ ਇਹਨਾਂ ਦਾ ਕੀ ਕਸੂਰ ਹੈ ਇੰਡਸਟਰੀ ਲਿਸਟਾਂ ਦਾ ਕਿ 9 ਰੁਪਏ ਬਿਜਲੀ ਮਿਲਦੀ, ਤੇ ਹੁਣ ਕੀ ਕਸੂਰ ਹੈ ਇੰਡਸਟਰੀ ਲਿਸਟਾਂ ਦਾ ਕਿ ਅਸੀਂ ਉਸੇ ਰੇਟ 'ਤੇ ਬਿਜਲੀ ਦੇ ਰਹੇ ਹਾਂ। ਕਹਿੰਦੇ ਕੀ ਕਸੂਰ ਹੈ ਡੋਮੈਸਟਿਕ ਦਾ ਕਿ ਇੰਨੀ 7 ਰੁਪਏ ਬਾਈ, ਹੁਣ ਕੀ ਕਸੂਰ ਆ ਕਿ ਉਹਨਾਂ ਨੂੰ ਉਹੀ ਰੇਟ ਦੇ ਰਹੇ ਹਾਂ ਜੋ ਬਾਦਲਾਂ ਦਾ? ਕਿਉਂ ਨਹੀਂ ਅਸੀਂ ਉਹਦੇ 'ਤੇ ਕੋਈ ਨਾ ਕੋਈ ਰੈਵੋਲੂਸ਼ਨ ਲਿਆਂਦਾ? ਕੀ ਕਸੂਰ ਹੈ ਉਹਨਾਂ ਦਾ ਜਿਹੜੇ ਅਸੀਂ ਕਹਿੰਦੇ ਰਹੇ ਹਾਂ ਕਿ ਮੈਂ ਆਉਂਦੇ ਹੀ ਇਹਨਾਂ ਨੂੰ ਕੈਂਸਲ ਕਰੂੰਗਾ? ਕਿਉਂ ਨਹੀਂ ਅਸੀਂ 4.5 ਸਾਲ ਕਿਤੇ, ਕਿਉਂ ਹੁਣ ਇਹਨਾਂ ਬਾਰੇ ਗੱਲਾਂ ਕਰ ਰਹੇ ਹਾਂ? ਅਤੇ ਗੱਲਾਂ ਤਾਂ ਇਹੋ ਹੀ ਨੇ ਸਾਡੀਆਂ। ਕਿਉਂ ਕਿਹਾ ਲੋਕਾਂ ਨੂੰ, ਓਏ ਮੁੰਡਿਓ, ਉਹ ਬੱਚਿਓ, ਤੁਸੀਂ ਮੇਰੇ ਪੰਜਾਬ ਦੇ ਬੱਚਿਓ, ਮੇਰਾ ਭਵਿੱਖ ਜੇ, ਆਹ ਬਾਦਲਾਂ ਸ਼ਾਦਲਾਂ ਦੀਆਂ ਬੱਸਾਂ ਜਿਹੜੀਆਂ ਨੇ ਇਹਨਾਂ ਦੇ ਰੂਟ ਮੈਂ ਤੁਹਾਨੂੰ ਦਾਂਗਾ। ਅਤੇ ਕਿਉਂ ਨਹੀਂ ਅਜੇ ਤੱਕ ਉਹ ਰੂਟ ਕੈਂਸਲ ਕੀਤੇ? ਕਿਉਂ ਨਹੀਂ ਆਪਣੇ ਬੱਚਿਆਂ ਨੂੰ ਰੂਟ ਦਿੱਤੇ ਗਏ? ਕਿਉਂ ਬਾਦਲਾਂ ਨੂੰ ਅਸੀਂ ਕਮਾਈ ਕਰਵਾਈ ਜਾਂਦੇ ਹੁਣ ਤੱਕ? ਕਿਉਂ? ਤੇ ਮੈਂ ਤੂੰ ਜਿਹੜੇ ਤੁਸੀਂ ਕਹੋਗੇ ਤੁਹਾਡੇ ਗਿਲੇ ਸ਼ਿਕਵੇ ਕੀ ਨੇ, ਮੈਂ ਤੈਨੂੰ ਗਿਲਾ ਸ਼ਿਕਵਾ ਦੱਸ ਦਿੱਤਾ। ਕਿਉਂ ਨਹੀਂ ਕਰਦੇ? ਕੈਪਟਨ ਸਾਹਿਬ ਨੂੰ ਕਹਿੰਦੇ ਆ, ਇਸੇ ਕਰਕੇ ਤਾਂ ਮੈਨੂੰ ਕੈਪਟਨ ਸਾਹਿਬ ਨੂੰ ਮੈਂ ਅੱਛਾ ਨਹੀਂ ਲੱਗਦਾ। ਜਿੰਨੀ ਮੈਂ ਆਪਣੇ ਹਿਊਮਿਲੇਸ਼ਨ ਮਿਨਿਸਟਰ ਬਣ ਕੇ ਲੈ ਗਿਆ, ਮੈਂ ਆਪਣੀ ਜ਼ਿੰਦਗੀ 'ਚ ਇੰਨੀ ਕਦੇ ਹਿਊਮਿਲੇਟ ਨਹੀਂ ਹੋਇਆ। ਕਿਉਂ? ਜਦੋਂ ਕਹਿੰਦੇ ਸੁਣਨੀ ਨਹੀਂ ਤਾਂ ਇਕੱਲੇ ਹੀ ਰਹਿ ਜਾਣਾ। ਕਈ ਦਿਨ CM ਸਾਹਿਬ ਟੈਲੀਫੋਨ ਵੀ ਨਹੀਂ ਚੁੱਕਦੇ ਹੁੰਦੇ, ਇਸੇ ਗੁੱਸੇ 'ਚ ਹੀ। ਮੈਂ ਤੁਹਾਡੇ ਸਾਹਮਣੇ ਕਹੂੰਗਾ, ਮੈਂ ਆਉਣਾ ਸੁਣਨੀ ਹੈ ਕੱਲ੍ਹ ਮੇਰੀ। ਮੈਂ ਨੇੜੇ ਵੀ ਬਹੁਤ ਸੀਗਾ, ਮੈਂ ਫਿਰ ਚਲਾ ਜਾਂਦਾ ਕਿ ਜੀ ਹੁਣ ਆਹ 'ਤੇ ਕੰਮ ਕਰਦੀ, ਮੈਂ ਹੱਥ ਜੋੜਦਾ ਹੁੰਦਾ। ਮੇਰਾ ਖਿਆਲ ਹੈ ਕਿ ਹੁਣ ਨਹੀਂ ਚੱਕਦੇ ਕੈਪਟਨ ਅਮਰਿੰਦਰ ਸਿੰਘ ਟੈਲੀਫੋਨ, ਤਾਂ ਮੇਰਾ ਹੁਣ ਵੀ ਚੱਕਣਗੇ, ਤੇਰੇ ਸਾਹਮਣੇ ਕਹੂੰਗਾ ਪਹਿਲੀ ਬੈਲ 'ਤੇ ਚੱਕਣਗੇ। ਇਹ ਤਾਂ ਕਦੀ ਹੋ ਹੀ ਨਹੀਂ ਸਕਦਾ। ਟੈਲੀਫੋਨ ਕੋਲ ਹੀ ਰੱਖਣੇ ਸੀ, ਨਾਲੇ ਬਿੱਟੂ ਨੂੰ ਲਾ ਲੈਂਦੇ, ਨਾਲੇ ਕੈਪਟਨ ਸਾਹਿਬ ਨੂੰ ਲਾ ਲੈਂਦੇ। ਮੈਂ ਤਾਂ ਕੈਪਟਨ ਸਾਹਿਬ, ਮੈਂ ਕਹਿ ਰਿਹਾ ਤੁਹਾਨੂੰ, ਬਿੱਟੂ ਨਹੀਂ ਚੱਕਦਾ, ਕੈਪਟਨ ਸਾਹਿਬ 1 ਸੈਕਿੰਡ 'ਚ ਚੱਕਦੇ ਨੇ। ਔਰ ਮੈਨੂੰ ਕਦੀ ਗਿਲਾ ਸ਼ਿਕਵਾ ਨਹੀਂ ਹੋਇਆ ਕਿ ਕੈਪਟਨ ਸਾਹਿਬ ਜੋ ਕਹਿੰਦੇ ਪਲੇਟਫਾਰਮ ਨਹੀਂ ਹੈਗਾ, ਪਰ ਟੈਲੀਫੋਨ ਪਰ ਵੀ ਪਲੇਟਫਾਰਮ ਨਹੀਂ ਹੈ। ਟੈਲੀਫੋਨ ਪਲੇਟਫਾਰਮ 'ਤੇ ਮੈਸੇਜ ਕਰ ਦਿੱਤਾ ਸੀ ਉਹਨਾਂ ਨੂੰ, ਕਰ ਦਈਦਾ। ਮੈਂ ਤਾਂ ਚਿੱਠੀਆਂ ਬੜੀਆਂ ਲਿਖੀਆਂ ਯਾਰ। ਹੁਣ ਮੁਖਤਾਰ ਅੰਸਾਰੀ 'ਤੇ ਤੁਸੀਂ ਮੇਰਾ ਜਲੂਸ ਕੱਢਦੇ ਰਹੇ ਹੋ, ਮੈਂ ਕੈਪਟਨ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਇਹਦੇ 'ਚ ਮੇਰਾ ਕੀ ਕਸੂਰ ਹੈ। ਫਿਰ ਕੀ ਕਹਿੰਦੇ? ਨਹੀਂ, ਉਹਦਾ ਮੈਨੂੰ ਜਵਾਬ ਅੱਜ ਤੱਕ ਨਹੀਂ ਆਇਆ। ਇੰਨਾ ਜ਼ਰੂਰ ਟੈਲੀਫੋਨ ਹੈ ਸੁੱਖੀ ਜੀ, ਚਿੱਠੀਆਂ ਨਹੀਂ ਲਿਖੀ ਦੀਆਂ, ਡੀਓ ਲਿਖਿਆ ਮੈਂ। ਔਰ ਇੱਕ ਨਹੀਂ, ਮੈਂ 5-7 ਕੈਪਟਨ ਅਮਰਿੰਦਰ ਸਿੰਘ ਵਨ ਵੇ ਕਮਿਊਨੀਕੇਸ਼ਨ ਨੇ, ਯਾਨੀ ਇੱਧਰ ਗਾਉਂਦੀ ਉੱਧਰ ਵਾਪਸ ਨਹੀਂ ਆਉਂਦੀ ਕਦੀ। ਅੱਜ ਤੱਕ ਮੈਨੂੰ ਮੇਰੇ ਕਿਸੇ ਡੀਓ ਦਾ ਅੱਜ ਤੱਕ ਮੈਸੇਜ ਨੂੰ ਵਾਪਸ ਨਹੀਂ ਆਇਆ। ਇੱਕ ਮੈਂ ਕੀਤਾ ਸੀ ਹੁਣੇ, ਮੈਂ ਮੈਨੂੰ ਉਹਨਾਂ ਦੀ ਕਾਲ ਆਈ, ਮੈਂ ਕਾਲ ਨਹੀਂ ਉਠਾ ਸਕਿਆ, ਮੈਂ ਉਠਾਈ ਨਹੀਂ, ਜਾਣ ਕੇ ਨਹੀਂ ਉਠਾਈ। ਅਤੇ ਇਹਨਾਂ ਨੂੰ ਮੈਂ ਕੀਤਾ ਕਿ ਮੈਂ ਤੁਹਾਨੂੰ ਐਜ਼ ਏ ਫਾਦਰ ਫਿਗਰ ਸਮਝਦਾ, ਮੈਂ ਤੁਹਾਡੇ ਨਾਲ ਆਰਗੂਮੈਂਟ ਨਹੀਂ ਕਰਨੀ ਚਾਹੁੰਦਾ, ਇਸ ਕਰਕੇ ਮੈਂ ਤੁਹਾਨੂੰ ਲਿਖ ਕੇ ਭੇਜ ਦਿੰਦਾ। ਇਹ ਮੈਂ ਕਿਹਾ। ਉਹਨਾਂ ਦਾ ਮੈਨੂੰ ਆਇਆ ਕਿ ਯੂ ਆਰ ਆਲਵੇਜ਼ ਵੈਲਕਮ, ਯੂ ਆਰ ਲਾਈਕ ਮਾਈ ਸਨ ਔਰ ਬ੍ਰਦਰ। ਉਹਨਾਂ ਨੇ ਕੋਸ਼ਿਸ਼ ਕੀਤੀ ਤੁਹਾਨੂੰ ਮਨਾਉਣ ਦੀ? ਨਹੀਂ, ਕਦੀ ਅੱਜ ਤੱਕ ਕੋਈ ਨਹੀਂ। ਅਤੇ ਫਾਦਰ ਪੁੱਤ ਵਾਲਾ ਰਿਸ਼ਤਾ ਹੋਵੇ ਫਿਰ ਵੀ ਨਾ, ਮਤਲਬ ਫਾਦਰ ਫਿਗਰ ਕਈ ਵਾਰ ਫਾਦਰ, ਕਈ ਵਾਰ ਪੁੱਤ ਹੋਰ ਨਵੇਂ ਪੁੱਤ ਆ ਜਾਣ ਅਤੇ ਪੁਰਾਣੇ ਜਿਹੜਾ ਸੇਵਾ ਕਰਦਾ ਉਹਨੂੰ ਡਿਸਓਨ ਕਰ ਦਿੰਦੇ। ਅਤੇ ਆਮ ਪਿੰਡਾਂ 'ਚ ਤੁਸੀਂ ਵੇਖਿਆ ਨਹੀਂ ਕਿ ਜਿਹੜਾ ਜ਼ਿਆਦਾ ਸੇਵਾ ਬਾਪ ਦੀ ਕਰਦਾ ਰਿਹਾ ਅਤੇ ਉਹ ਵਿਚਾਰਾ ਬਾਅਦ 'ਚ ਉੱਥੇ ਬੈਠਾ ਹੁੰਦਾ, ਜ਼ਮੀਨ ਵੀ ਖਵਾ ਲੈਂਦੇ ਹੁੰਦੇ ਆ, ਪਿਓ ਜਾਂਦਾ ਸਾਰੀ ਦੂਸਰੇ ਮੁੰਡੇ ਨੂੰ ਲੈ ਕੇ ਜਾਂਦਾ। ਮੇਰੇ ਨਾਲ ਤਾਂ ਉਹ ਚੀਜ਼ ਹੋ ਗਈ, ਯਾਨੀ ਜਾਂਦੇ ਜਿਹੜੀ ਪ੍ਰਾਪਰਟੀ ਪ੍ਰਤਾਪ ਬਾਜਵਾ ਹੋਰਾਂ ਦੇ ਨਾਲ, ਪ੍ਰਤਾਪ ਬਾਜਵਾ ਨੂੰ ਤਾਂ ਯਾਰ ਮੈਂ ਕੋਈ ਸਮਝਿਆ ਨਹੀਂ, ਸਾਡੇ ਉਹ ਹੋਰਾਂ ਦੇ ਨਾਲ ਖਾ ਰਹੇ, ਉਹ ਜਿਹਦੇ ਮਰਜ਼ੀ ਪ੍ਰਤਾਪ ਬਾਜਵਾ ਤੇ ਤੁਸੀਂ ਕੀਤੀ ਪ੍ਰਾਪਰਟੀ ਕਿਸੇ ਹੋਰ ਦੇ ਨਾਲ ਖਾ ਰਹੇ ਨੇ। ਨਹੀਂ, ਮੇਰੇ ਕੋਲ ਨਹੀਂ ਇਹ ਗੱਲ ਯਾਰ, ਜਿਨ੍ਹਾਂ ਦਾ ਤੁਸੀਂ ਨਾਂ ਲੈ ਰਹੇ ਹੋ ਛੱਡੋ। ਆਖਰੀ ਸਵਾਲ ਦੁਬਾਰਾ ਮੈਂ ਲਾਸਟ 'ਚ ਕਰਨ ਲੱਗਿਆ, ਰਹਿਣਗੇ ਜਾਂ ਜਾਣਗੇ ਕੈਪਟਨ? ਇਹ ਹਾਈ ਕਮਾਂਡ ਕਰੇਗੀ ਡਿਸੀਜਨ। ਧੰਨਵਾਦ, ਥੈਂਕ ਯੂ ਰੰਧਾਵਾ ਸਾਹਿਬ, ਬਹੁਤ ਧੰਨਵਾਦ। ਤਾਂ ਇਸ ਨੇ ਸੁਖਜਿੰਦਰ ਰੰਧਾਵਾ ਕਹਿੰਦੇ ਲੰਬੜ ਅਸੀਂ ਹਾਂ ਅਤੇ ਥਾਣੇਦਾਰ ਵੀ ਅਸੀਂ ਹੀ ਬਣਾਇਆ ਸੀ, ਕਿਉਂਕਿ ਮੈਂ ਕਿਹਾ ਸੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ, ਕਿਉਂਕਿ ਕਹਿੰਦੇ ਆ ਲੰਬੜਾਂ ਨੂੰ ਹਾਈ ਕਮਾਨ ਨੇ ਚੁੱਕਿਆ। ਪਰ ਇਹ ਕਹਿੰਦੇ ਆ ਜੋ ਕਰਨਾ ਹਾਈ ਕਮਾਨ ਨੇ ਕਰਨਾ, ਅਸੀਂ ਕਾਂਗਰਸ ਦੇ ਨਾਲ ਹਾਂ, ਕਾਂਗਰਸ ਦਾ ਜੋ ਫੈਸਲਾ ਹੋਏਗਾ ਉਹਦੇ ਨਾਲ ਖੜੇ ਰਹਾਂਗੇ।